ਜਿਹਨੂੰ ਇੰਟਰਸਟੇਟ ਵੀ ਕਹਿ ਦਿੰਦੇ ਆਪਾਂ। ਇੱਕ ਟੈਸਟਾਮੈਂਟਰੀ ਜਾਂ ਬਾਏ ਵੇ ਆਫ ਵਿਲ। ਟੈਸਟਾਮੈਂਟਰੀ ਮਤਲਬ ਵੀ ਕਿਸੇ ਨੇ ਕੋਈ ਲਿਖ ਕੇ ਡਾਕੂਮੈਂਟ ਕ੍ਰੀਏਟ ਕਰ ਲਿਆ ਆਪਦੇ ਇਨਹੈਰੀਟੈਂਸ ਵਾਸਤੇ, ਮੇਰੀ ਪ੍ਰੋਪਰਟੀ ਕਿਵੇਂ ਜਾਣੀ ਹੈ। ਜਾਂ ਜੇ ਕੋਈ ਨਹੀਂ ਲਿਖ ਕੇ, ਕੋਈ ਵਸੀਅਤ ਵਗੈਰਾ ਜਾਂ ਕੋਈ ਨਹੀਂ ਲਿਖ ਕੇ ਦੇ ਕੇ ਗਿਆ, ਕੋਈ ਖਾਨਗੀ ਚਾਹੇ ਰਜਿਸਟਰਡ ਵਸੀਅਤ, ਤਾਂ ਉਹਨੂੰ ਕਹਿੰਦੇ ਆਪਾਂ ਸਿੱਧੀ ਵਿਰਾਸਤ। ਦੇਸੀ ਭਾਸ਼ਾ ਦੇ ਵਿੱਚ ਜਿਹੜੀ ਆਪਾਂ ਆਮ ਵਰਤਦੇ ਹਾਂ, ਲੀਗਲ ਲੈਂਗੁਏਜ ਉਹਨੂੰ ਇੰਟਰਸਟੇਟ ਇਨਹੈਰੀਟੈਂਸ ਕਹਿੰਦੇ ਆ। ਇੰਟਰਸਟੇਟ ਇਨਹੈਰੀਟੈਂਸ ਦੇ ਰੂਲਸ ਜਿਹੜੇ ਹੈਗੇ ਨੇ 1956 ਦੇ ਵਿੱਚ ਲਾਅ ਵੀ ਲੇ ਡਾਊਨ ਕੀਤਾ ਗਿਆ ਸੀਗਾ ਤੇ ਬਣਾਏ ਵੀ ਗਏ ਸੀਗੇ। ਉਸ ਤੋਂ ਪਹਿਲਾਂ ਕੁਛ 1937 ਦੇ ਵਿੱਚ ਵੀ ਜਿਹੜਾ ਹੈਗਾ ਕੁਛ ਰੂਲਸ ਬਣੇ ਸੀਗੇ, ਪਰ ਉਹਨਾਂ ਰੂਲਸ ਦੇ ਐਕਟ ਬਣਿਆ ਸੀ, ਲਾਅ ਬਣਿਆ ਸੀ, ਪਰ ਉਹਨਾਂ ਵਿੱਚ ਜਿਹੜਾ ਹੈਗਾ ਲੇਡੀਜ਼ ਨੂੰ ਜਾਂ ਕੁੜੀਆਂ ਨੂੰ ਕਹਿ ਲਓ, ਮਦਰ ਨੂੰ, ਵਾਈਫ ਨੂੰ ਕੋਈ ਸ਼ੇਅਰ ਨਹੀਂ ਦਿੱਤਾ ਜਾਂਦਾ ਸੀਗਾ। ਸਿਰਫ ਸਨਸ ਨੂੰ ਜਾਂ ਪੋਤੇ ਪੜੋਤੇ ਨੂੰ, ਉਹਨਾਂ ਨੂੰ ਜਿਹੜਾ ਸੀਗਾ ਸ਼ੇਅਰ ਦਿੱਤਾ ਜਾਂਦਾ ਸੀਗਾ। ਆਪਣਾ ਦੇਸ਼ ਆਜ਼ਾਦ ਹੋਏ ਨੂੰ ਵੀ ਇਹ 7-8 ਸਾਲ ਹੀ ਹੋਏ ਸੀਗੇ, ਤਾਂ ਇੱਕ ਵੱਡਾ ਚੈਲੰਜ ਸੀਗਾ ਗੌਰਮੈਂਟ ਵਾਸਤੇ ਵੀ ਆਪਾਂ ਦੁਨੀਆ ਨੂੰ ਕਿਵੇਂ ਦਿਖਾਈਏ ਵੀ ਅਸੀਂ ਆਜ਼ਾਦ ਵੀ ਹੋ ਗਏ ਤੇ ਅਸੀਂ ਦੁਨੀਆ ਦੇ ਆਜ਼ਾਦ ਹੋ ਕੇ ਅਸੀਂ ਕੀ ਖੱਟਿਆ ਤੇ ਅਸੀਂ ਕੁਛ ਨਵਾਂ ਕਰੀਏ। ਉਹਦੇ ਵਾਸਤੇ ਉਹਨਾਂ ਨੇ ਹਿੰਦੂ ਸੈਕਸ਼ਨ ਐਕਟ 1956 ਬਣਾਇਆ ਗਿਆ, ਜਿਹਦੇ ਵਿੱਚ ਕੁੜੀਆਂ ਨੂੰ ਵੀ ਜਾਂ ਵਾਈਫ ਨੂੰ ਵੀ, ਮਦਰ ਨੂੰ ਵੀ, ਡਾਟਰਸ ਨੂੰ ਵੀ ਬੰਦੇ ਦੀ ਇਨਹੈਰੀਟੈਂਸ ਦੇ ਵਿੱਚ ਸ਼ੇਅਰ ਰੱਖਿਆ ਗਿਆ ਸੀ। ਇਹਦਾ ਮੇਨ ਮਕਸਦ ਇਹੀ ਸੀਗਾ ਵੀ ਇਕੁਐਲਿਟੀ ਜਿਹੜੀ ਹੈਗੀ ਹੈ, ਆਪਣਾ ਦੇਸ਼ ਜਿਹੜਾ ਹੈਗਾ ਹੁਣ ਸਦੀਆਂ ਤੋਂ ਹੀ ਇਹਨੂੰ ਪਛੜਿਆ ਟੈਗ ਲੱਗਿਆ ਜਾਂਦਾ ਸੀ। ਜਦੋਂ ਕੋਈ ਗੋਰਾ ਜਾਂ ਕੋਈ ਬਾਹਰੋਂ ਕੋਈ ਬੰਦਾ ਆਉਂਦਾ ਸੀ ਤਾਂ ਉਹਦੇ ਮੂਹਰੇ ਇਹੀ ਪਿਕਚਰ ਹੁੰਦੀ ਸੀ ਵੀ ਇੱਥੇ ਤਾਂ ਆਹ ਜੋਗੀ ਹੋਣਗੇ ਜੀ, ਮਦਾਰੀ ਹੋਣਗੇ ਤੇ ਭੁੱਖੇ ਨੰਗੇ ਜੇ ਹੋਣਗੇ। ਜਿਹੜਾ ਹਿੰਦੂ ਸੈਕਸ਼ਨ ਐਕਟ ਹੈ 1956 ਦੇ ਵਿੱਚ ਕੋਡੀਫਾਈ ਕੀਤਾ ਗਿਆ ਸੀਗਾ। ਇਸ ਤੋਂ ਪਹਿਲਾਂ ਕਈ ਕਸਟਮਰੀ ਵੀ ਸੀਗੇ, ਕਈ ਥਾਂ ਕਸਟਮ ਵੀ ਚੱਲਦਾ ਸੀਗਾ। ਜੱਟਾਂ ਦੇ ਅਲੱਗ ਕਸਟਮ ਹੁੰਦੇ ਸੀ, ਹੋਰ ਜਾਤੀਆਂ ਦੇ ਅਲੱਗ ਕਸਟਮ ਹੁੰਦੇ ਸੀ, ਉਹਦੇ ਮੁਤਾਬਕ ਇਨਹੈਰੀਟੈਂਸ ਚੱਲਦੀ ਰਹਿੰਦੀ ਸੀਗੀ। ਤਾਂ ਕੋਡੀਫਾਈ ਜਿਹੜਾ ਹੈਗਾ, ਪ੍ਰੋਪਰਲੀ ਕੋਡੀਫਾਈ ਜਿਹੜਾ ਹੈਗਾ 1956 ਦੇ ਵਿੱਚ ਇਹ ਕੀਤਾ ਗਿਆ। ਸਭ ਤੋਂ ਪਹਿਲਾਂ ਇਹਦੇ 'ਚ ਆਪਾਂ ਦੇਖਾਂਗੇ ਵੀ ਇਹ ਅਪਲਾਈ ਕਿੱਥੇ ਹੁੰਦਾ। ਜੰਮੂ ਐਂਡ ਕਸ਼ਮੀਰ ਨੂੰ ਛੱਡ ਕੇ ਹੁਣ ਤਾਂ ਸ਼ਾਇਦ ਉੱਥੇ ਵੀ ਹੋਣ ਲੱਗ ਗਿਆ ਹੋਵੇ ਜਦੋਂ ਦੀ ਯੂਟੀ ਬਣੀਆਂ ਹੈਗੀਆਂ। ਤੇ ਉਸ ਤੋਂ ਬਾਅਦ ਹੈਗਾ ਐਪਲੀਕੇਸ਼ਨ ਆਫ ਦਿਸ ਐਕਟ। ਇਹ ਕਹਿੰਦੇ ਵੀ ਇਹ ਐਕਟ ਜਿਹੜਾ ਹੈਗਾ ਸਭ ਤੇ ਅਪਲਾਈ ਕਰਦਾ ਜਿਹੜੇ ਕਿ ਹਿੰਦੂ ਬਾਏ ਰਿਲੀਜਨ ਹੈਗੇ ਨੇ। ਵੈਸ਼ਵਾ, ਲਿੰਗਾਇਤ, ਬ੍ਰਹਮੋ, ਪ੍ਰਾਰਥਨਾ ਸਮਾਜ, ਆਰਿਆ ਸਮਾਜ ਇਹ ਕਵਰਡ ਹੈਗੇ ਨੇ ਇਹਦੇ ਵਿੱਚ। ਸੈਕਸ਼ਨ 2 ਹੈ ਜਿਹਦਾ, ਸੈਕਸ਼ਨ 2 ਇਹਦੇ ਵਿੱਚ ਹਿੰਦੂ ਬਾਏ ਰਿਲੀਜਨ। ਸੈਕਸ਼ਨ 2 1 B ਵਿੱਚ ਟੂ ਐਨੀ ਪਰਸਨ ਹੂ ਇਜ਼ ਬੁੱਧਿਸਟ, ਜੈਨ, ਸਿੱਖ ਬਾਏ ਰਿਲੀਜਨ। ਵੀ ਜੇ ਕੋਈ ਬੁੱਧਿਸਟ, ਜੈਨ ਜਾਂ ਸਿੱਖ ਹੈਗਾ ਬਾਏ ਰਿਲੀਜਨ, ਉਸ ਤੇ ਵੀ ਇਹ ਹਿੰਦੂ ਸੈਕਸ਼ਨ ਐਕਟ ਲਾਗੂ ਹੁੰਦਾ ਹੈਗਾ। ਤੇ ਐਨੀ ਪਰਸਨ ਜਾਂ ਕੋਈ ਇਹੋ ਜਿਹਾ ਬੰਦਾ ਜਿਹੜਾ ਕਿ ਨਾ ਉਹ ਮੁਸਲਿਮ ਹੈ, ਨਾ ਕ੍ਰਿਸਚਨ ਹੈ, ਨਾ ਪਾਰਸੀ ਹੈ, ਨਾ ਜਿਊ ਹੈ। ਕਈ ਵਾਰੀ ਹੁੰਦੇ ਨੇ ਇਹੋ ਜਿਹੀ ਵੀ ਆਪਣੇ ਧਰਮ ਹੈਗੇ ਆ, ਜਾਂ ਇਹੋ ਜਿਹੀ ਵੀ ਕੁਛ ਟਰਾਈਬਸ ਹੈਗੇ ਨੇ, ਜਾਂ ਕੁਛ ਬੰਦੇ ਕੁਛ ਇਲਾਕੇ 'ਚ ਹੈਗੇ ਨੇ ਜਿਹੜੇ ਨਾ ਮੁਸਲਿਮ ਨੇ, ਨਾ ਕ੍ਰਿਸਚਨ ਨੇ, ਨਾ ਪਾਰਸੀ, ਨਾ ਜਿਊ ਨੇ, ਨਾ ਹਿੰਦੂਆਂ 'ਚ ਆਉਂਦੇ ਨੇ। ਉਹਨਾਂ ਤੇ ਵੀ ਐਕਟ ਲਾਗੂ ਕਰਤਾ ਹੈਗਾ। ਉਸ ਤੋਂ ਬਾਅਦ ਹੈ ਇਹਦੀ ਐਕਸਪਲੇਨੇਸ਼ਨਸ ਨੇ ਜੀ। whether any child, the following person are Hindus, Buddhists, Jains or Sikhs by religion as the case may be। ਕਿਹੜੇ ਕਿਹੜੇ ਬੰਦੇ ਇਹਨਾਂ ਨੇ ਹੁਣ ਗਾਹਾਂ ਹਿੰਦੂ, ਬੁੱਧਿਸਟ, ਜੈਨ ਤੇ ਸਿੱਖ ਮੰਨੇ ਗਏ ਨੇ। any child is legitimate or legitimate both of whose parents are Hindus, Buddhist, Jain। ਵੀ ਚਾਹੇ ਉਹ ਲੈਜੀਟਮੇਟ ਹੈ ਚਾਹੇ ਇਲੈਜੀਟਮੇਟ ਹੈ, ਪਰ ਉਹਦੇ ਜਿਹੜੇ ਹੈਗੇ ਆ ਮਾਂ ਪਿਓ ਹਿੰਦੂ ਨੇ ਜਾਂ ਸਿੱਖ ਨੇ, ਬੁੱਧਿਸਟ ਨੇ ਜਾਂ ਜੈਨ ਨੇ। ਉਸ ਤੋਂ ਬਾਅਦ ਐਕਸਪਲੇਨੇਸ਼ਨ B ਆ ਗਿਆ, ਜਿਹਦਾ ਇੱਕ ਪਿਓ ਵੀ ਜਿਹੜਾ ਇੱਕ ਮਾਂ ਪਿਓ ਵੀ ਇੱਕ ਪੇਰੈਂਟ ਵੀ ਹਿੰਦੂ, ਬੁੱਧਿਸਟ, ਸਿੱਖ ਹੈਗਾ, ਉਹ ਤੇ ਵੀ ਇਹ ਕਵਰ ਹੁੰਦਾ ਹੈਗਾ।
and who is brought up as a member of tribe, community, group or family to which parents either belong. ਜੇ ਕੋਈ ਕਨਵਰਟ ਹੋ ਗਿਆ, ਸਪੋਜ਼ ਕਰੋ ਕੋਈ ਮੁਸਲਿਮ ਹੈ ਜਾਂ ਕ੍ਰਿਸਚਨ ਹੈ, ਉਹ ਹਿੰਦੂ ਜਾਂ ਸਿੱਖ ਕਨਵਰਟ ਹੋ ਗਿਆ ਜਾਂ ਬੁੱਧਿਸਟ ਕਨਵਰਟ ਹੋ ਗਿਆ ਜਾਂ ਉਹ ਜੈਨ ਕਨਵਰਟ ਹੋ ਗਿਆ, ਤਾਂ ਉਸ ਤੇ ਫਿਰ ਇਹ ਐਕਟ ਲਾਗੂ ਹੋਣਾ ਸ਼ੁਰੂ ਹੋ ਜਾਊਗਾ ਉਹਦੀ ਪ੍ਰੋਪਰਟੀ ਤੇ, ਉਦੋਂ ਕਨਵਰਟ ਹੋਣ ਤੋਂ ਬਾਅਦ। ਜਾਂ ਰੀਕਨਵਰਟ, ਸਪੋਜ਼ ਕਰੋ ਕੋਈ ਹਿੰਦੂ ਸਿੱਖ ਜਾਂ ਜਿਹੜਾ ਮੁਸਲਿਮ ਜਾਂ ਕ੍ਰਿਸਚਨ ਬਣ ਗਿਆ, ਤਾਂ ਉਹ ਵਾਪਸ ਆਪਦੇ ਧਰਮ 'ਚ ਆ ਜਾਂਦਾ, ਤਾਂ ਉਸ ਤੇ ਵੀ ਇਹ ਐਕਟ ਲਾਗੂ ਹੋਊਗਾ। ਉਸ ਤੋਂ ਬਾਅਦ ਕਿਸੇ ਨੂੰ ਕੋਈ ਕਲੈਰੀਫਿਕੇਸ਼ਨ ਹੈਗੀ ਤਾਂ ਦੇਖ ਲਓ ਇੱਥੋਂ ਤੱਕ। ਸਰ ਜਿਹੜੀ ਧਰਮ ਦੀ ਹੈ, ਧਰਮ ਦੀ ਹੈ ਮਤਲਬ ਹੈਗਾ ਵੀ ਜੇ ਆਪਾਂ ਕਹਿੰਦੇ ਧਰਮ ਕਨਵਰਟ ਕਰ ਲਿਆ, ਉਹਦੇ ਪੈਰਾਮੀਟਰਸ ਕੀ ਹੋਣਗੇ, ਜਿਸ ਤਰ੍ਹਾਂ ਧਰਮ ਚੇਂਜ ਕਰਨ ਦਾ ਜਾਂ ਵਾਪਸ ਆਉਣ ਦਾ, ਉਹ ਕਿਸ ਤਰ੍ਹਾਂ ਮੰਨਾਂਗੇ? ਉਹਦੇ ਬਲੀਫ ਤੇ ਨਹੀਂ, ਬਲੀਫ ਵੀ ਹੈ। ਜਿਵੇਂ ਕੋਈ ਹਿੰਦੂ ਕਨਵਰਟ ਹੋ ਗਿਆ, ਮੁਸਲਿਮ 'ਚ ਕਨਵਰਟ ਹੋ ਗਿਆ, ਠੀਕ ਹੈ, ਉਹਦੀ ਵਾਪਸ ਆਉਣ ਵਾਸਤੇ ਇੱਕ ਹਿੰਦੂ ਧਰਮ ਦੇ ਵਿੱਚ ਸ਼ੁੱਧੀ ਸੈਰੇਮਨੀ ਹੈਗੀ ਹੈ। ਇੱਕ ਸਿੱਖਾਂ ਦੇ ਵਿੱਚ ਅੰਮ੍ਰਿਤ ਛਕਾਉਣ ਦਾ ਹੈਗਾ, ਠੀਕ ਹੈ, ਸਿੱਖਾਂ ਦੇ ਵਿੱਚ ਅੰਮ੍ਰਿਤ ਛਕਾ ਸਕਦੇ ਹੋ। ਜਾਂ ਉਹ ਬੰਦਾ ਡਿਕਲੇਅਰ ਕਰਦੇ ਵੀ ਨਹੀਂ ਯਾਰ ਵੀ ਮੈਂ ਗਲਤੀ ਕਰ ਲਈ, ਮੈਂ ਮੁਸਲਿਮ ਬਣ ਗਿਆ, ਕ੍ਰਿਸਚਨ ਬਣ ਗਿਆ ਸੀ, ਮੈਂ ਵਾਪਸ ਆਉਣਾ ਚਾਹੁੰਦਾ ਤੇ ਮੈਂ ਦੁਬਾਰਾ ਹੀ ਸਿੱਖ ਬਣਨਾ ਚਾਹੁੰਦਾ, ਉਹ ਉਸ ਧਰਮ ਨੂੰ ਛੱਡ ਕੇ ਡਿਕਲੇਅਰ ਕਰਕੇ ਇੱਧਰ ਆ ਜਾਂਦਾ, ਫਿਰ ਵੀ ਉਹਨੂੰ ਮੰਨਿਆ ਜਾਂਦਾ। ਇਸ ਤੇ ਜਜਮੈਂਟਸ ਕਾਫੀ ਹੈਗੀਆਂ ਨੇ, ਪਰ ਹਿੰਦੂਆਂ ਦੇ ਵਿੱਚ ਇੱਕ ਸਪੈਸ਼ਲ ਸੈਰੇਮਨੀ ਹੈਗੀ ਆ, ਸ਼ੁੱਧੀ ਸੈਰੇਮਨੀ ਹੈਗੀ ਆ। ਉਹਦੇ ਵਿੱਚ ਆਪਣੇ ਰੀਕਨਵਰਟ ਦੇ ਵਿੱਚ ਬਹੁਤ ਰੇਅਰ ਚਾਂਸ ਹੀ ਹੁੰਦਾ ਵੀ ਮੁਸਲਮਾਨ ਬਣ ਕੇ ਵਾਪਸ ਆਇਆ ਹੋਵੇ, ਪਰ ਇੱਕ ਹਿੰਦੂਆਂ ਦੇ ਵਿੱਚ ਪ੍ਰੋਵੀਜ਼ਨ ਹੈਗੀ, ਸਿੱਖਾਂ ਦੇ ਵਿੱਚ ਤਾਂ ਹੈਗੀ ਆ ਵੀ ਅੰਮ੍ਰਿਤ ਛਕਾ ਕੇ ਕੋਈ ਵੀ ਸਿੱਖ ਬਣ ਸਕਦਾ। ਇਹਦੇ ਵਿੱਚ ਇਸ ਤਰ੍ਹਾਂ ਇੱਕ ਹੈ, ਜਿਸ ਤਰ੍ਹਾਂ ਹਿੰਦੂ ਦੇ ਵਿੱਚੋਂ ਈਸਾਈ ਬਣ ਗਿਆ ਬੰਦਾ, ਈਸਾਈ ਦੇ ਵਿੱਚੋਂ ਬੈਨੀਫਿਟ ਲੈ ਜਾਂਦਾ, ਈਸਾਈ ਬਣ ਗਿਆ, ਮਤਲਬ ਉਹਨਾਂ ਦੇ ਜਿਹੜੇ ਨੋਰਮਸ ਹੈ, ਮਤਲਬ ਉਹ ਥੋੜੇ ਜਿਹੇ ਮੈਂ ਜਾਣਦਾ ਸੀ, ਜਿਸ ਤਰ੍ਹਾਂ ਉਹ ਨਮਾਉਂਦੇ ਨੂੰਦੇ ਆ, ਪਤਾ ਨਹੀਂ ਇੰਨੀਆਂ ਸਿਟਿੰਗਸ ਕਰਾਉਂਦੇ ਆ, ਫਿਰ ਉਹ ਈਸਾਈ ਧਰਮ 'ਚ ਅਡੋਪਸ਼ਨ ਕਰ ਲੈਂਦੇ ਆ। ਮਤਲਬ ਉਹ ਜਿਹੜੀ ਅਡੋਪਸ਼ਨ ਹੈ, ਮਤਲਬ ਉਹਨਾਂ ਨੂੰ ਲੈ ਲੈਂਦੇ ਆ, ਜਦੋਂ ਉਹਦਾ ਬੈਨੀਫਿਟ ਤੱਕਦਾ, ਮਤਲਬ ਲੈ ਲੈਂਦਾ, ਰਿਜ਼ਰਵੇਸ਼ਨ ਵਗੈਰਾ ਹੋਰ ਲੈ ਲਿਆ, ਉਹ ਫਿਰ ਵਾਪਸ ਆਉਂਦਾ। ਕ੍ਰਿਸਚੀਅਨਸ ਨੂੰ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ, ਕ੍ਰਿਸਚੀਅਨ ਨੂੰ ਐਸੀ ਸਟੇਟਸ ਨਹੀਂ ਮਿਲਦਾ ਆਪਣੇ। ਨਹੀਂ, ਉਹ ਸੈਲੇਸ਼ਨ ਮਤਲਬ ਜਿਵੇਂ ਫੋਰਨ ਕੰਟਰੀਜ਼ ਦਾ ਹੈਗਾ, ਮੈਂ ਦੱਸਦਾ ਉਹਦੇ ਵਿੱਚ। ਨਹੀਂ ਦੇਖੋ, ਇੱਕ ਬੰਦਾ ਜਨਰਲ ਕਾਸਟ ਦਾ ਹੈਗਾ ਬੰਦਾ, ਜੇ ਉਹ ਕਨਵਰਟ ਹੋ ਜਾਂਦਾ, ਉਹਦੀ ਕਾਸਟ ਤਾਂ ਉਹੀ ਰਹੂਗੀ, ਉਹਦੀ ਕਾਸਟ ਨਹੀਂ ਚੇਂਜ ਹੋਊਗੀ। ਨਹੀਂ, ਉਹ ਸਾਈ ਕਹਿੰਦੇ ਆ, ਮਤਲਬ ਇੱਕ ਮੇਰੇ ਧਿਆਨ 'ਚ ਆਇਆ ਸੀ, ਕਿ ਇਸ ਨੂੰ ਕੋਡ ਨਹੀਂ ਕਰਦਾ ਮੈਂ, ਉਹ ਬੰਦੇ ਨੇ ਹਿੰਦੂ ਮਿਕਸ ਨਾ ਕਰੋ, ਧਰਮ ਤੇ ਕਾਸਟ ਨੂੰ ਮਿਕਸ ਨਾ ਕਰੋ। ਹਾਂ, ਧਰਮ ਤੇ ਕਾਸਟ ਨੂੰ ਮਿਕਸ, ਠੀਕ ਹੈ, ਕਿਉਂਕਿ ਬੰਦੇ ਦੀ ਕਾਸਟ ਬਾਈ ਬਰਥ ਹੁੰਦੀ ਹੈ, ਉਹ ਚੇਂਜ ਨਹੀਂ ਹੋ ਸਕਦੀ। ਰਿਲੀਜਨ ਚੇਂਜ ਹੋ ਸਕਦੀ ਹੈ, ਕਨਵਰਟ ਵੀ ਹੋ ਸਕਦਾ, ਰੀਕਨਵਰਟ ਵੀ ਹੋ ਸਕਦਾ। ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ। ਹਾਂਜੀ, ਹੋਰ ਕੋਈ? ਚਲੀਏ ਅੱਗੇ ਜੀ। ਹਾਂਜੀ ਸਰ, ਅੱਗੇ ਚੱਲੋ, ਕੋਈ ਹੋਰ ਡਾਊਟ ਨਹੀਂ ਹੈ ਸਰ। ਹਾਂਜੀ। ਉਸ ਤੋਂ ਬਾਅਦ ਡੈਫੀਨੇਸ਼ਨਸ ਆ ਜਾਂਦੀਆਂ, ਉਹ ਕੁਆਇਟ ਇੰਪੋਰਟੈਂਟ ਨੇ, ਕਿਉਂਕਿ ਡੈਫੀਨੇਸ਼ਨਸ ਦੇ ਬੇਸ ਤੇ ਹੀ ਐਕਟ ਸਾਰਾ ਜਿਹੜੀ ਸਕਸੈਸ਼ਨ ਹੈਗੀ ਆ ਤੁਹਾਨੂੰ ਸਮਝ ਆਉਣੀ ਹੈਗੀ ਆ। ਇਹਦੇ ਵਿੱਚ ਸਭ ਤੋਂ ਪਹਿਲੀ ਡੈਫੀਨੇਸ਼ਨ ਹੈਗੀ ਹੈ ਐਗਨੇਟਸ ਦੀ। ਇੱਕ ਪਰਸਨ ਦੂਜੇ ਨੂੰ ਐਗਨੇਟ ਕਿਵੇਂ ਹੋ ਸਕਦਾ ਹੈ? ਇਹ ਕਹਿੰਦਾ one person is said to be agnate of another if the two are related by blood or adoption wholly through males। ਇੱਕ ਐਗਨੇਟ ਦਾ ਮਤਲਬ ਹੈ ਵੀ ਜਿੱਥੇ ਸਿਰਫ ਮੇਲਸ ਰਾਹੀਂ ਰਿਲੇਸ਼ਨਸ਼ਿਪ ਤੁਹਾਡਾ ਬਣਦਾ ਹੋਵੇ, ਉਹ ਐਗਨੇਟਸ ਹੁੰਦੇ ਨੇ। ਮਤਲਬ ਵੀ ਦੋ ਸਕੇ ਭਰਾ ਜਿਨ੍ਹਾਂ ਦਾ ਕਨੈਕਸ਼ਨ ਉਹਨਾਂ ਦਾ ਫਾਦਰ ਹੈ, ਉਹ ਐਗਨੇਟ ਹੋ ਗਏ। ਜਾਂ ਚਾਚੇ ਤਾਇਆਂ ਦੇ ਮੁੰਡੇ ਜਿਨ੍ਹਾਂ ਦੇ ਹੋਲੀ ਥਰੂ ਮੇਲ ਵੀ, ਉਹਦਾ ਫਾਦਰ ਆਪਸ ਭਰਾ ਨੇ, ਚਾਚੇ ਤਾਇਆਂ ਦੇ ਮੁੰਡੇ ਵੀ ਐਗਨੇਟਸ ਹੋ ਗਏ। ਜਿਨ੍ਹਾਂ ਦਾ ਦਾਦਾ ਕਾਮਨ ਹੈਗਾ, ਪੜਦਾਦਾ ਕਾਮਨ ਹੈਗਾ, ਉਹ ਸਾਰੇ ਜਿਹੜੇ ਹੈਗੇ ਨੇ ਐਗਨੇਟਸ ਨੇ ਆਪਸ ਦੇ ਵਿੱਚ। ਸੈਕਿੰਡ ਡੈਫੀਨੇਸ਼ਨ ਹੈਗੀ ਅਲੇਸਤਨਾ ਲਾਅ। ਇਹ ਸਾਊਥ ਦੇ ਲਾਅ ਨੇ, ਇਹ ਆਪਣੇ ਨਾਰਥ ਇੰਡੀਆ ਦੇ ਵਿੱਚ ਆਪਾਂ ਨੂੰ ਕੋਈ ਬਾਹਲਾ ਇਹਨਾਂ ਦੀ ਇੱਥੇ ਹੈ ਹੀ ਨਹੀਂ ਆਪਣੇ ਆਲਮੋਸਟ।
ਉਸ ਤੋਂ ਬਾਅਦ C ਹੈਗਾ cognate. One person is said to be cognate of another if the two are related by blood or adoption but not wholly through males. Cognate ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਮੇਲ ਕਨੈਕਸ਼ਨ ਟੁੱਟ ਕੇ ਇੱਕ ਫੀਮੇਲ ਆ ਗਈ। ਸਪੋਜ਼ ਕਰੋ ਜਿਹੜੇ ਇਹਦਾ ਬੈਸਟ ਐਗਜ਼ਾਮਪਲ ਹੈਗਾ ਵੀ ਮਾਮੇ ਭੂਆ ਦੇ ਮੁੰਡੇ ਜਿਹਦਾ ਇੱਕ ਕਨੈਕਸ਼ਨ ਜਿਹੜਾ ਹੈਗਾ ਮੇਲ ਹੈਗਾ, ਭਾਵੇਂ ਦੀ ਉਹਨਾਂ ਦਾ ਸਾਂਝਾ ਕਨੈਕਸ਼ਨ ਉਹਨਾਂ ਦਾ ਇੱਕ ਦਾ ਦਾਦਾ ਇੱਕ ਦਾ ਨਾਨਾ ਹੈ। ਇੱਕ ਦਾ ਕਨੈਕਸ਼ਨ ਆਪਸ ਦੇ ਵਿੱਚ ਕਿਵੇਂ ਜੁੜਦਾ ਵੀ ਇੱਕ ਦੀ ਤਾਂ ਮਦਰ ਹੈਗੀ ਹੈ, ਇੱਕ ਦਾ ਫਾਦਰ ਹੈਗਾ, ਉਹ ਆਪਸ 'ਚ ਸਕੇ ਭੈਣ ਭਰਾ ਨੇ, ਤਾਂ ਇਹ ਕੋਗਨੇਟ ਹੋ ਗਏ ਵੀ ਇੱਕ ਉਹਨਾਂ ਦੀ ਲਾਈਨ ਟੁੱਟ ਗਈ, ਇੱਕ ਫੀਮੇਲ ਵਿੱਚ ਆ ਗਈ ਉਹਨਾਂ ਦੀ ਡਿਗਰੀਜ਼ ਦੇ ਵਿੱਚ। ਕਾਮਨ ਸਿਸਟਮ ਨੂੰ ਜੋੜਨ ਵਾਸਤੇ ਜਿਹੜੀ ਡਿਗਰੀ ਹੈਗੀ ਉਹਦੇ ਵਿੱਚ ਇੱਕ ਫੀਮੇਲ ਆ ਗਈ, ਤਾਂ ਉਹ ਕੋਗਨੇਟ ਹੋ ਗਏ ਆਪਸ ਦੇ ਵਿੱਚ। ਇਸ ਤੋਂ ਬਾਅਦ ਜਿਹੜੀ ਹੈਗੀ ਹੈ ਇੰਪੋਰਟੈਂਟ ਜਿਹੜੀ ਹੈਗੀ ਹੈ ਡੈਫੀਨੇਸ਼ਨ ਹੈਗੀ ਫੁੱਲ ਬਲੱਡ, ਹਾਫ ਬਲੱਡ ਐਂਡ ਯੂਟਰੀਨ ਬਲੱਡ। E ਪਾਰਟ ਹੈਗੀ ਆ। Full blood means ਜਿਹੜੇ two persons are said to be related to each other by full blood when they are descended from common ancestor by the same wife। ਠੀਕ ਹੈ ਜੀ, ਜਿੱਥੇ ਮਤਲਬ ਵੀ ਫੁੱਲ ਬਲੱਡ ਉਹ ਰਿਲੇਸ਼ਨਸ਼ਿਪ ਹੈ, ਚਾਹੇ ਉਹ ਜਿਹਨੂੰ ਕਹਿੰਦੇ ਆਪਾਂ ਸਕੇ ਭੈਣ ਭਰਾ, ਫਾਦਰ ਵੀ ਇੱਕ ਹੈ ਤੇ ਮਦਰ ਵੀ ਇੱਕ ਹੈ, ਸੇਮ ਫਾਦਰ ਸੇਮ ਮਦਰ, ਉਹ ਫੁੱਲ ਬਲੱਡ 'ਚ ਆਉਂਦੇ ਆ। ਉਸ ਤੋਂ ਬਾਅਦ ਹੈਗਾ ਜੀ ਹਾਫ ਬਲੱਡ। ਹਾਂਜੀ ਬਲਕਰਨ, ਤੂੰ ਆਪਣੀ ਆ ਵੀਡੀਓ ਆਫ ਕਰਕੇ ਦੇਖ, ਤੇਰੀ ਆਵਾਜ਼ ਬੜੀ ਕਰਦੀ ਡਿਸਟਰਬ। ਹੈਲੋ, ਹਾਂਜੀ ਹੁਣ ਠੀਕ ਹੈ? ਹਾਂਜੀ ਸਰ ਠੀਕ ਹੈ ਜੀ, ਠੀਕ ਹੈ ਸਰ, ਕੰਟੀਨਿਊ। ਸਰ ਆਈ ਥਿੰਕ ਪਹਿਲਾਂ ਵੀ ਠੀਕ ਸੀ ਧੰਮ ਸਰ, ਤੁਹਾਡੇ ਕਨੈਕਸ਼ਨ ਦੀ ਦਿੱਕਤ ਨਾ ਹੋਵੇ, ਉਹ ਵੀ ਚੈੱਕ ਕਰਿਓ। ਵੈਸੇ ਠੀਕ ਸੀ ਪਹਿਲਾਂ ਵੀ ਸਰ, ਠੀਕ ਆ ਰਹੀ ਸੀ ਆਵਾਜ਼। ਚਲੋ ਤੁਸੀਂ ਫਿਰ ਤੁਸੀਂ ਔਨ ਕਰ ਲਓ, ਮੈਂ ਆਪਣੀ ਮਿਊਟ ਕਰ ਦਿੰਦਾ ਆਫ। ਹਾਂਜੀ ਹਾਂਜੀ। ਹਾਫ ਬਲੱਡ ਦੇ ਵਿੱਚ ਕੀ ਹੈਗਾ ਵੀ ਫਾਦਰ ਸੇਮ ਆ ਉਹਨਾਂ ਦਾ ਤੇ ਮਦਰਸ ਡਿਫਰੈਂਟ ਨੇ, ਮਤਲਬ ਵੀ ਮਤੇਰ ਭੈਣ ਭਰਾ ਜਿਹਨੂੰ ਕਹਿ ਦਿੰਦੇ ਆਪਾਂ, ਜਿਹਦੇ ਵਿੱਚ ਫਾਦਰ ਤਾਂ ਸੇਮ ਹੈ। ਸਪੋਜ਼ ਕਰੋ ਇੱਕ ਬੰਦੇ ਦੇ 2 ਵਿਆਹ ਨੇ, 3 ਵਿਆਹ ਨੇ, ਉਹ ਤੋਂ ਵੱਖ-ਵੱਖ ਵਾਈਫ ਤੋਂ ਜਿਹੜੇ ਬੱਚੇ ਹੈਗੇ ਨੇ ਉਹ ਆਪਸ ਦੇ ਵਿੱਚ ਹਾਫ ਬਲੱਡ ਹੋਣਗੇ, ਮਤਲਬ ਉਹਨਾਂ ਦਾ ਫਾਦਰ ਤਾਂ ਇੱਕੋ ਹੀ ਹੈ ਪਰ ਮਦਰਸ ਅਲੱਗ-ਅਲੱਗ ਨੇ ਉਹਨਾਂ ਦੀਆਂ। ਥਰਡ ਡੈਫੀਨੇਸ਼ਨ ਜਿਹੜੀ ਹੈਗੀ ਹੈ ਉਹ ਯੂਟਰੀਨ ਬਲੱਡ ਦੀ ਹੈਗੀ ਹੈ। ਯੂਟਰੀਨ ਬਲੱਡ ਦਾ ਮਤਲਬ ਯੂਟਰਸ ਸਾਰਿਆਂ ਨੂੰ ਪਤਾ ਹੀ ਹੈ, ਯੂਟਰੀਨ ਲੇਡੀਜ਼ ਦੇ ਹੀ ਹੁੰਦਾ, ਬੰਦਿਆਂ ਦੇ ਹੁੰਦਾ ਨਹੀਂ ਹੈਗਾ, ਜਿਹਦੇ ਵਿੱਚ ਬੱਚਾ ਪਲਦਾ। ਯੂਟਰੀਨ ਬਲੱਡ ਉਹਨੂੰ ਕਹਿੰਦੇ ਆ ਵੀ ਜਿੱਥੇ ਮਦਰ ਤਾਂ ਉਹਨਾਂ ਦੀ ਇੱਕ ਹੈ ਪਰ ਫਾਦਰ ਅਲੱਗ-ਅਲੱਗ ਨੇ। ਸਪੋਜ਼ ਕਰੋ ਵੀ ਇੱਕ ਲੇਡੀ ਦੇ ਹਸਬੈਂਡ ਵਾਈਫ ਸੀਗੇ, ਉਹਨਾਂ ਦੇ 2 ਬੱਚੇ ਹੋ ਗਏ, ਹਸਬੈਂਡ ਡੈਥ ਹੋ ਗਈ, ਲੇਡੀ ਨੇ ਕਿਤੇ ਹੋਰ ਵਿਆਹ ਕਰਾ ਲਿਆ, ਉਹ ਵਿਆਹ ਤੋਂ ਬਾਅਦ ਜਿਹੜਾ ਹੈਗਾ ਉਹਦੇ ਵੀ ਬੱਚਾ ਹੋ ਗਿਆ, ਤਾਂ ਉਹ ਜਿਹੜੇ ਬੱਚੇ ਹੈਗੇ ਆਪਸ ਦੇ ਵਿੱਚ ਭੈਣ ਭਰਾ ਹੈਗੇ ਨੇ ਪਰ ਉਹ ਯੂਟਰੀਨ ਬਲੱਡ ਦੇ ਭੈਣ ਭਰਾ। ਕਲੀਅਰ ਹੈ ਜੀ? ਅੱਗੇ ਤੋਂ ਵੀ ਇਹ ਕਿ ਕੁਛ ਕੁਐਸਚਨ ਇੱਥੇ ਕੁਐਰੀਆਂ ਨਿਕਲਣਗੀਆਂ, ਜੇ ਕਿਸੇ ਦਾ ਹੈ ਡਾਊਟ ਤਾਂ ਕਲੀਅਰ ਕਰ ਲਓ। ਇਹ ਬਲੱਡ ਰਿਲੇਸ਼ਨ ਜਿਹੜੇ ਆ ਨਾ, ਇਹ ਹਾਫ ਬਲੱਡ, ਫੁੱਲ ਬਲੱਡ ਤੇ ਯੂਟਰੀਨ ਵਾਲਾ, ਇਹ ਬਹੁਤ ਇੰਪੋਰਟੈਂਟ ਹੈ। ਚਲੋ ਅੱਗੇ ਫਿਰ ਬੁੱਕ। ਠੀਕ ਹੈ ਜੀ। ਉਸ ਤੋਂ ਬਾਅਦ ਹਾਇਰ ਦੀ ਡੈਫੀਨੇਸ਼ਨ ਹੈ ਜੀ। ਹਾਇਰ ਮੀਨਸ ਐਨੀ ਪਰਸਨ ਮੇਲ or ਫੀਮੇਲ who is entitled to succeed property of interstate under this act। ਹਾਇਰ ਦਾ ਆਪਾਂ ਸਾਨੂੰ ਪਤਾ ਹੀ ਹੈ, ਤੁਸੀਂ ਡੀਲ ਕਰਦੇ ਹੀ ਹੋ। ਹਾਇਰ ਕੌਣ ਹੈ ਵੀ ਜਿਹਨੂੰ ਕੋਈ ਪ੍ਰੋਪਰਟੀ ਜਾਣੀ ਹੈ, ਚਾਹੇ ਉਹ ਮੇਲ ਦੀ ਜਾਣੀ ਹੈ, ਫੀਮੇਲ ਦੀ ਜਾਣੀ ਹੈ, ਉਹਦਾ ਹਾਇਰ ਹੈਗਾ। ਉਸ ਤੋਂ ਬਾਅਦ ਜੀ ਇੰਟਰਸਟੇਟ ਹੈ, ਪਹਿਲਾਂ ਵੀ ਡਿਸਕਸ ਕੀਤਾ ਵੀ ਆਪਾਂ ਅੱਜ ਹੈਗਾ ਇੰਟਰਸਟੇਟ ਨੂੰ ਹੀ ਡੀਲ ਕਰਨਾ ਹੈਗਾ। Interstate means a person is deemed to die intestate in respect of property to which he or she has not made a testamentary disposition capable of taking effect। ਮਤਲਬ ਇਹ ਹੈ ਵੀ ਬੰਦਾ ਕੋਈ ਵਸੀਅਤ ਖਾਨਗੀ ਚਾਹੇ ਰਜਿਸਟਰਡ ਕਰੇ ਬਿਨਾਂ ਮਰ ਗਿਆ, ਤਾਂ ਉਹਦੀ ਜਿਹੜੀ ਇਨਹੈਰਿਟੈਂਸ ਹੈਗੀ ਆ ਉਹ ਇੰਟਰਸਟੇਟ ਹੋਊਗੀ, ਮਤਲਬ ਵੀ ਉਹ ਵਿਦਆਊਟ ਐਨੀ
ਡਾਕੂਮੈਂਟ ਹੈਗੀ ਹੈ ਤੇ ਉਹ ਸਿੱਧੀ ਵਿਰਾਸਤ ਅਕੋਰਡਿੰਗ ਟੂ ਦਿਸ ਐਕਟ ਆਫ ਇਨਹੈਰੀਟੈਂਸ ਜਾਣੀ ਹੈ। ਕਲੀਅਰ ਜੀ, ਚਲੀਏ ਅੱਗੇ। ਐਚ ਡੈਫੀਨੇਸ਼ਨ ਹੈਗੀ ਆ ਮਰਿਆ ਕੁੱਟਮ ਲਾ, ਇਹ ਮਾਰੂ ਮਖਾਟਮ ਜੇ ਹੈਗਾ ਜੀ, ਮਦਰਾਸ ਵਗੈਰਾ, ਨਮੂਦਰੀ ਵੀ ਮਦਰਾਸ ਵਗੈਰਾ 'ਚ ਹੁੰਦਾ, ਕੇਰਲਾ 'ਚ ਆਪਣੇ ਇਹ ਲਾਗੂ ਨਹੀਂ ਹੁੰਦਾ। ਉਸ ਤੋਂ ਬਾਅਦ ਆ ਗਈ ਜੀ ਡੈਫੀਨੇਸ਼ਨ ਜੇ ਰਿਲੇਟਡ। ਰਿਲੇਟਡ ਮੀਨਸ ਰਿਲੇਟਡ ਬਾय ਲੈਗਿਟੀਮੇਟ ਕਿਨਸ਼ਿਪ, ਮਤਲਬ ਇਸ ਐਕਟ ਥੱਲੇ ਲੈਜੀਟੀਮੇਟ ਕਿਨਸ਼ਿਪ ਹੀ ਦੇਖਣੀ ਹੈਗੀ ਆ, ਹੋਰ ਨਹੀਂ ਦੇਖਣੀ। ਪ੍ਰੋਵਾਈਡਡ ਦੈਟ ਇਲੈਜੀਟਿਮੇਟ ਚਿਲਡਰਨ ਸ਼ੈਲ ਬੀ ਡੀਮਡ ਟੂ ਰਿਲੇਟਡ ਟੂ देयर ਮਦਰ ਐਂਡ ਟੂ ਵਨ ਅਨਦਰ ਐਂਡ देयर ਇਲੈਜੀਟਿਮੇਟ ਡਿਸੈਂਡੈਂਟਸ ਵਿਲ ਬੀ ਡੀਮਡ ਟੂ ਬੀ ਰਿਲੇਟਡ ਟੂ ਵਨ ਅਨਦਰ। ਠੀਕ ਹੈ ਸਰ। ਇਹਦਾ ਕਲੀਅਰ ਜਿਹਾ ਮਤਲਬ ਹੈਗਾ ਵੀ ਜਿਹੜਾ ਇਲੈਜੀਟਿਮੇਟ ਹੈਗਾ ਆਪਦੇ ਮਦਰ ਫਾਦਰ ਨਾਲ ਤਾਂ ਉਹ ਰਿਲੇਟਡ ਹੈਗਾ, ਪਰ ਉਹ ਆਪਦੇ ਕਿਸੇ ਹੋਰ ਭੂਆ, ਚਾਚੇ, ਤਾਏ, ਦਾਦਾ, ਦਾਦੀ, ਨਾਨੀ, ਉਹਨਾਂ ਦੀ ਪ੍ਰੋਪਰਟੀ ਦੇ ਵਿੱਚ ਉਹਦਾ ਕੋਈ ਹੱਕ ਨਹੀਂ ਹੋਊਗਾ। ਉੱਥੇ ਸਿਰਫ ਮਦਰ ਫਾਦਰ ਦੇ ਨਾਲ ਹੀ ਕਨੈਕਸ਼ਨ ਹੁੰਦਾ ਇਲੈਜੀਟਿਮੇਟ ਦਾ, ਕਿਸੇ ਹੋਰ ਫੈਮਿਲੀ ਮੈਂਬਰ ਨਾਲ ਉਹਨਾਂ ਦਾ ਕੋਈ ਇਨਹੈਰੀਟੈਂਸ ਵਾਸਤੇ ਕੋਈ ਕਨੈਕਸ਼ਨ ਨਹੀਂ ਹੈਗਾ। ਚਲਿਏ ਜੀ ਅੱਗੇ। ਚਲੋ ਜੀ, ਚਲੋ ਸਰ। ਸਰ ਇਹਦੇ ਵਿੱਚ ਹੈਲੋ, ਹਾਂਜੀ ਹਾਂਜੀ ਸਰ ਜਿਹੜਾ ਕੋਈ ਮਿਤਾਕਸ਼ਰਾ ਲਾ ਬਾਰੇ ਵੀ ਸੁਣਦੇ ਆ, ਮਤਲਬ ਉਹ ਆਪਣੇ ਤਾਂ ਨਹੀਂ ਇਧਰ ਐਪਲੀਕੇਬਲ ਕੋਈ? ਦੇਖੋ ਮਿਤਾਕਸ਼ਰ ਲਾਅ ਐਪਲੀਕੇਬਲ ਹੈਗਾ, ਸਾਰੇ ਕੁਝ ਹੈਗਾ, ਆਪਣੇ ਵੀ ਹੈਗਾ, ਪਰ ਨਾ ਇਹਦੇ 'ਚ ਜੇ ਤੁਸੀਂ ਇਸ ਕੰਮ 'ਚ ਪੈ ਗਏ ਤਾਂ ਤੁਹਾਨੂੰ ਫਿਰ ਪਾਰਟੀਸ਼ਨ ਵੀ ਆਉਣੀ ਚਾਹੀਦੀ ਹੈ ਹਿੰਦੂ ਲਾਅ ਦੀ। ਫਿਰ ਤੁਹਾਨੂੰ ਕੰਪਾਰਸਨਰੀ ਲਾਅ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ, ਤੇ ਕੰਪਾਰਸਨਰੀ ਲਾਅ ਇਜ਼ ਅ ਵੈਰੀ ਕੰਪਲੀਕੇਟਡ ਥਿੰਗ। ਆਪਾਂ ਨੂੰ ਐਜ਼ ਅ CRO ਇਸ ਕੰਮ 'ਚ ਨਹੀਂ ਪੈਣਾ ਚਾਹੀਦਾ। ਫਿਰ ਇਹਦੇ 'ਚ ਹਰ ਇੱਕ ਵੱਡਾ ਸਾਰਾ ਪਹਿਲਾਂ ਤਾਂ ਉਹਦੀਆਂ ਕੰਪਾਰਸਨਰੀ ਐਸਟੈਬਲਿਸ਼ ਕਰਿਆ ਕਰਾਂਗੇ, ਫਿਰ ਆਪਾਂ ਪ੍ਰੋਪਰਟੀ ਦੇਖਣੀ ਪਿਆ ਕਰੂਗੀ ਵੀ ਕਿੱਧਰੋਂ ਆਈ ਹੈ, ਇਨਹੈਰਿਟਡ ਹੈ ਕਿ ਸੈਲਫ ਮੇਡ ਹੈ, ਸੈਲਫ ਐਕਵਾਇਰਡ ਹੈ। ਫਿਰ ਉਹਦੀ ਸੈਲਫ ਐਕਵਾਇਰਡ ਪ੍ਰੋਪਰਟੀ ਇਨਹੈਰਿਟੈਂਸ ਅਲੱਗ ਹੋਊਗੀ। ਕੰਪਾਰਸਨਰੀ ਦੇ ਵਿੱਚ ਪਹਿਲਾਂ ਪਾਰਟੀਸ਼ਨ ਕਰਾਂਗੇ ਬੰਦੇ ਦੀ, ਆਪਾਂ ਉਹਦੇ ਵਿੱਚ ਉਹਦਾ ਸ਼ੇਅਰ ਡਿਟਰਮਿਨ ਕਰਾਂਗੇ। ਸਪੋਜ਼ ਕਰੋ ਇੱਕ ਬੰਦਾ ਹੈਗਾ, ਆਪਾਂ ਕਹਿੰਦੇ ਆ ਵੀ ਇਹ ਉਹਦੀ ਕੰਪਾਰਸਨਰੀ ਪ੍ਰੋਪਰਟੀ ਹੈ, ਮਤਲਬ ਇਨਹੈਰਿਟਡ ਪ੍ਰੋਪਰਟੀ ਹੈ, ਇੱਕ ਜੁਆਇੰਟ ਹਿੰਦੂ ਫੈਮਿਲੀ ਦੀ ਪ੍ਰੋਪਰਟੀ ਹੈਗੀ ਹੈ। ਉਹਦੇ ਵਿੱਚ ਜਿੰਨੇ ਵੀ ਪ੍ਰੋਪਰਟੀ ਹੈਗੀ ਹੈ ਪਹਿਲਾਂ ਆਪਾਂ ਉਹਦਾ ਸ਼ੇਅਰ ਡਿਟਰਮਿਨ ਕਰਨਾ ਪਊਗਾ, ਉਹਦੇ ਵਾਸਤੇ ਪਾਰਟੀਸ਼ਨ ਕਰਨੀ ਪਊਗੀ ਤੁਹਾਨੂੰ। ਯਾਨੀ ਕਿ ਆਪਣੇ ਇੱਧਰ ਮਤਲਬ ਉਹਨੂੰ ਇੰਨਾ ਜ਼ਿਆਦਾ ਕੰਪਲੀਕੇਟਡ ਇਹਦੇ ਵਿੱਚ ਪੈਣ ਦੀ ਲੋੜ ਨਹੀਂ। ਅਸੀਂ ਹਿੰਦੂ ਸਕਸੈਸ਼ਨ ਐਕਟ ਦੀ ਆਪਣਾ ਸਮਰੀ ਪ੍ਰੋਸੀਜਰ ਹੈਗਾ। ਆਪਾਂ ਉਹਦੇ ਨਾਲ 10 ਕਿੱਲੇ ਹੈਗੇ, ਆਪਾਂ ਉਹਦੇ ਮਦਰ, ਵਾਈਫ, ਬੱਚਿਆਂ ਨੂੰ ਵੰਡ ਕੇ ਦੇ ਦੇਣੀ ਹੈ, ਸ਼ੇਅਰ ਚੜਾ ਦੇਣੇ ਆ। ਜੇ ਕਿਸੇ ਨੂੰ ਹੈਗਾ ਗਰਾਊਜ਼ ਵੀ ਮੇਰਾ ਵੱਧ ਘਟ ਗਿਆ ਤਾਂ ਹੀ ਕੈਨ ਗੋ ਟੂ ਸਿਵਲ ਕੋਰਟ, ਕਿਉਂਕਿ ਆਪਣਾ ਜਿਹੜਾ ਮਿਊਟੇਸ਼ਨ ਦਾ ਲਾਅ ਇਹੀ ਬੜਾ ਕਲੀਅਰ ਹੈ ਵੀ ਇਟਸ ਸਮਰੀ ਪ੍ਰੋਸੀਜਰ, ਇੰਟਰੀਗੇਟ ਲਾਅ 'ਚ ਨਹੀਂ ਪੈਣਾ ਚਾਹੀਦਾ। ਜੀ ਸਰ, ਜੀ ਜੀ, ਥੈਂਕ ਯੂ। ਉਹ ਆਪਾਂ ਥੋੜਾ ਕੰਪਾਰਸਨਰੀ ਤੁਹਾਨੂੰ ਮੈਂ ਦੱਸ ਵੀ ਦਿੰਦਾ, ਪਰ ਜੇ ਕੰਪਾਰਸਨਰੀ ਦੇ ਵਿੱਚ ਸਪੋਜ਼ ਕਰੋ ਵੀ 20 ਕਿੱਲੇ ਹੈਗੀ ਆ, ਪਹਿਲਾਂ ਉਹਦੀ ਪਾਰਟੀਸ਼ਨ ਕਰਨੀ ਪੈਣੀ ਹੈ ਆਪਾਂ ਨੂੰ। ਉਹਦੇ ਜਿਹੜੇ ਮਦਰ ਨੂੰ ਵੀ ਸ਼ੇਅਰ ਜਾਣਾ ਹੈ, ਹੁਣ ਉਹਦੀਆਂ ਲੜਕੀਆਂ ਨੂੰ ਵੀ ਸ਼ੇਅਰ ਜਾਣਾ, ਉਹਦੀ ਵਾਈਫ ਨੂੰ ਵੀ ਸ਼ੇਅਰ ਜਾਣਾ, ਉਹਦੇ ਮੁੰਡਿਆਂ ਨੂੰ ਵੀ ਸ਼ੇਅਰ ਜਾਣਾ। ਉਸ ਤੋਂ ਬਾਅਦ ਉਹਦਾ ਸ਼ੇਅਰ ਡਿਟਰਮਿਨ ਕਰਕੇ ਸਪੋਜ਼ ਕਰੋ 1/6 ਆ ਗਿਆ, ਫਿਰ ਉਹਦੀ ਇਨਹੈਰਿਟੈਂਸ ਹੋਣੀ ਹੈ 1/6 ਸ਼ੇਅਰ ਦੀ। ਕੰਪਲੀਕੇਟਡ ਮੈਟਰ ਹੈ, ਮਤਲਬ ਥੋੜਾ ਜਿਹਾ। ਥੈਂਕ ਯੂ ਸਰ। ਇੱਕ ਮੇਰਾ ਡਾਊਟ ਸੀਗਾ ਸਰ, ਇਹ ਜਿਹੜਾ ਤੁਸੀਂ ਲੈਜੀਟੀਮੇਟ ਕਿਨਸ਼ਿਪ ਵਾਲਾ ਹੈਗਾ, ਤੁਸੀਂ ਜਿੱਦਾਂ ਕਿਹਾ ਕਿ ਦਾਦੇ ਨਾਲ ਰਿਲੇਸ਼ਨ ਨਹੀਂ ਹੋਊਗਾ ਇਲੈਜੀਟੀਮੇਟ ਚਾਈਲਡ ਦਾ, ਤੇ ਪਰ ਸਰ ਫਿਰ ਜਦੋਂ ਵੀ ਜੇ ਮੰਨ ਲਓ ਇਨਹੈਰੀਟੈਂਸ ਆਣੀ ਹੈ ਦਾਦੇ ਦੀ, ਫਾਦਰ ਦੀ ਡੈਥ ਹੋਈ ਵੀ ਆਲਰੇਡੀ, ਤਾਂ ਫਿਰ ਵੀ ਉਹ ਫਾਦਰ ਦੇ ਥਰੂ ਹੀ ਆਊਗੀ। ਫਿਰ ਤਾਂ ਮਤਲਬ ਹਰ ਇੱਕ ਜਦੋਂ ਵੀ ਆਪਾਂ ਨੂੰ ਇਨਹੈਰੀਟੈਂਸ ਆਂਦੀ ਤਾਂ ਉਹ ਸ਼ੇਅਰ ਦੇ ਮਤਲਬ ਫਾਦਰ ਦੇ ਸ਼ੇਅਰ ਜਾਂ ਮਦਰ ਦੇ ਸ਼ੇਅਰ 'ਚ ਹੀ ਆਂਦੀ ਹੈ, ਤਾਂ ਫਿਰ ਉਹ ਕਿਵੇਂ ਦੂਜੇ ਕਿਵੇਂ ਉਹ ਹੋ ਜਾਣਗੇ? ਥੋੜੀ ਐਗਜ਼ਾਮਪਲ ਦੇ ਕੇ ਤੁਸੀਂ। ਹੈਗਾ ਸੈਕਸ਼ਨ 16 ਹਿੰਦੂ ਮੈਰਿਜ ਐਕਟ ਹੈਗਾ ਜੀ, ਉਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੈਗਾ। ਨਹੀਂ ਸਰ, ਕੋਈ ਐਗਜ਼ਾਮਪਲ ਦੱਸ ਦਿਓ, ਮੈਂ ਥੋੜਾ ਇਹ ਕਲੀਅਰ ਜੇ ਨਹੀਂ ਹੋਇਆ ਸੀਗਾ ਵੀ ਕਿਹੜੇ ਕੇਸ ਮੰਨ ਲਓ ਕਿ ਲੈਜੀਟੀਮੇਟ ਤੇ ਇਲੈਜੀਟੀਮੇਟ ਚਾਈਲਡ ਹੈਗਾ, ਉਹਨਾਂ ਨੂੰ ਕਿਹੜੀ ਜਗ੍ਹਾ ਤੋਂ ਘੱਟ ਆਊਗਾ ਇਲੈਜੀਟੀਮੇਟ? ਉਹਨੂੰ ਦੇਖੋ, ਜੇ ਦਾਦੇ ਦੀ ਇਨਹੈਰੀਟੈਂਸ ਓਪਨ ਹੁੰਦੀ ਹੈ
ਜੇ ਦਾਦੇ ਦੀ ਇਨਹੈਰੀਟੈਂਸ ਓਪਨ ਹੁੰਦੀ ਹੈ ਤਾਂ ਉਹਨੂੰ ਕੁਝ ਨਹੀਂ ਮਿਲਣਾ, ਉਹਨੂੰ ਫਾਦਰ ਦੀ ਪਰਸਨਲ ਪ੍ਰਾਪਰਟੀ ਤੋਂ ਹੀ ਮਿਲਣਾ। ਓਕੇ ਸਰ। ਹਾਂ, ਉਹਦੇ ਫਾਦਰ ਦੀ ਪਰਸਨਲ ਪ੍ਰਾਪਰਟੀ ਚੋਂ ਜਾਂ ਮਦਰ ਦੀ ਪਰਸਨਲ ਪ੍ਰਾਪਰਟੀ ਤੋਂ ਮਿਲਣਾ ਹੈ। ਉਹਨੂੰ ਜਿਹੜੀ ਦਾਦੇ ਦੀ ਇਨਹੈਰੀਟੈਂਸ ਓਪਨ ਹੁੰਦੀ ਹੈ, ਸਪੋਜ਼ ਕਰੋ ਉਹਦਾ ਫਾਦਰ ਦੀ ਡੈਥ ਹੋਈ ਵੀ ਹੈ, ਪਰ ਉਹ ਇਲੈਜੀਟਿਮੇਟ ਚਾਈਲਡ ਹੈ ਕਿਉਂਕਿ ਉਹਦੇ ਫਾਦਰ ਦੇ 2 ਵਿਆਹ ਕਰਾ ਲਏ ਸੀਗੇ, ਜਾਂ ਪਹਿਲਾਂ ਆਪਣੇ ਇੰਟਰਕਾਸਟ ਮੈਰਿਜ ਵੀ ਜਿਹੜਾ ਸੀਗਾ ਉਹ ਇੰਟਰ ਰਿਲੀਜਨ ਮੈਰਿਜ ਜਿਹੜੀ ਆਪਣੇ ਮੰਨੀ ਨਹੀਂ ਜਾਂਦੀ ਸੀਗੀ। ਜੇ ਕੋਈ ਇੰਟਰ ਰਿਲੀਜਨ ਮੈਰਿਜ ਕਰਾ ਲੈਂਦਾ ਸੀਗਾ ਤਾਂ ਉਹ ਆਪਦੇ ਫਾਦਰ ਦੀ ਪ੍ਰਾਪਰਟੀ ਤੋਂ ਡਿਬਾਰ ਹੋ ਜਾਂਦਾ ਸੀਗਾ। ਪਰ ਇਹ ਹੁਣ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਖਤਮ ਕਰ ਦਿੱਤੀ ਹੈਗੀ ਹੈ ਵੀ ਜੇ ਤੁਸੀਂ ਇੰਟਰ ਰਿਲੀਜਨ ਵਿਆਹ ਕਰਾ ਲਿਆ ਤਾਂ ਯੂ ਵੋਂਟ ਬੀ ਡਿਬਾਰਡ ਫਰੋਮ ਯਰ ਫਾਦਰਸ ਪ੍ਰਾਪਰਟੀ, ਪਰ ਉਹਦੇ ਜਿਹੜੇ ਬੱਚੇ ਹੈਗੇ ਨੇ ਦੇ ਆਰ ਡਿਬਾਰਡ। ਬਲਕਰਨ ਸਪੋਜ਼ ਮਤਲਬ ਜਿਹੜਾ ਇਲੈਸਟੀਮੇਟ ਚਾਈਲਡ ਹੈ ਉਹਦਾ ਮਤਲਬ ਉਹਦੇ ਫਾਦਰ ਦਾ ਹੋਰ ਕੋਈ ਲੈਜੀਟੀਮੇਟ ਚਾਈਲਡ ਹੈ ਨਹੀਂ, ਹੈ ਨਾ। ਉਹਦੇ ਮਤਲਬ ਇਲੈਜੀਟੀਮੇਟ ਚਾਈਲਡ ਦੇ ਗ੍ਰੈਂਡਫਾਦਰ ਦੀ ਡੈਥ ਹੁੰਦੀ ਹੈ ਤੇ ਉਸ ਵੇਲੇ ਇਹ ਤਾਂ ਉਹਦੇ ਇਸ਼ੂ 'ਚ ਨਹੀਂ ਮੰਨਿਆ ਜਾਏਗਾ ਉਹਦੇ ਫਾਦਰ ਦੇ, ਮਤਲਬ ਕਿ ਉਹਦੇ ਮਤਲਬ ਗ੍ਰੈਂਡ ਚਿਲਡਰਨ 'ਚ ਆਏਗਾ ਹੀ ਨਹੀਂ, ਇਹ ਤਾਂ ਨਹੀਂ ਆਏਗਾ, ਨਹੀਂ ਆਏਗਾ। ਸਪੋਜ਼ ਕਰੋ ਬੰਦੇ ਨੇ ਭਾਵਾਂ ਦੀ ਉਹਦੀ ਹੁਣ ਤਾਂ ਚਲੋ ਹਿੰਦੂ ਸੈਨੇਟਰ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਤਾਂ ਮੰਨਿਆ ਨਹੀਂ ਜਾਂਦਾ, ਹੈ ਨਹੀਂ ਗਾ, ਕੋਈ ਪ੍ਰੋਵੀਜ਼ਨ ਹੈਗੀ ਨਾ ਹੀ ਲਿਵ ਇਨ ਰਿਲੇਸ਼ਨ ਦੀ ਕੋਈ ਆਪਣੇ ਲੈਜਿਸਲੇਸ਼ਨ ਹੈਗੀ ਆ। ਜਸਟ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਹੈ ਨਾ ਹੈਗੀ ਆ ਵੀ ਲਿਵ ਇਨ ਰਿਲੇਸ਼ਨ ਮੰਨਿਆ ਜਾਣਾ ਚਾਹੀਦਾ, ਵਾਈਫ ਦੇ ਰਾਈਟਸ ਵਾਸਤੇ ਕਰਤਾ, ਹਜੇ ਬੱਚਿਆਂ ਦੇ ਰਾਈਟਸ ਉਹ 'ਚ ਸੈਟਲ ਨਹੀਂ ਕੀਤੇ ਵੀ ਕੀ ਹੋਣਗੇ ਨਾ, ਤਾਂ ਉਹ ਇਲੈਜੀਟਿਮੇਟ ਚਾਈਲਡ ਹੀ ਰਹੂਗਾ। ਸਪੋਜ਼ ਕਰੋ ਵੀ ਉਹਨੇ ਉਹ ਰਹਿਣ ਲੱਗ ਪਏ, ਵਿਆਹ ਉਹਨਾਂ ਨੇ ਕਰਾਇਆ ਦੀ ਤਾਂ ਵਿਦਆਊਟ ਮੈਰਿਜ ਬੱਚਾ ਹੋ ਗਿਆ ਤਾਂ ਉਹ ਇਲੈਜੀਟਿਮੇਟ ਚਾਈਲਡ ਹੀ ਮੰਨਿਆ ਜਾਊਗਾ। ਪਰ ਕਈ ਕਸਟਮਸ ਦੇ ਵਿੱਚ ਇਹ ਹੈਗਾ ਵੀ ਜੇ ਹਸਬੈਂਡ ਵਾਈਫ ਲੌਂਗ ਕੋਹੈਬਿਟੇਸ਼ਨ ਹੋ ਗਿਆ ਤਾਂ ਉਹ ਜਿਹੜਾ ਹੈਗਾ ਵਿਆਹ ਮੰਨਿਆ ਜਾਂਦਾ। ਜਿਵੇਂ ਪੰਜਾਬ ਦੇ ਵਿੱਚ ਇਹ ਹੈਗਾ ਰਿਵਾਜ ਹੈਗਾ, ਜੇ ਭਾਵਾਂ ਦੇ ਥੋੜੇ ਆਨੰਦ ਕਾਰਜ ਜਾਂ ਕੋਈ ਫੇਰੇ ਨਹੀਂ ਵੀ ਹੋਏ, ਕੋਹੈਬਿਟੇਸ਼ਨ ਤੁਹਾਡੀ 10-20 ਸਾਲ ਦੀ ਹੈਗੀ ਆ, ਬੱਚੇ ਹੈਗੇ ਤਾਂ ਉਹ ਇਲੈਜੀਟਿਮੇਟ ਹੀ ਮੰਨੇ ਜਾਂਦੇ ਨੇ। ਹਾਂਜੀ, ਚੱਲੀਏ ਅੱਗੇ ਜੀ। ਜੀ ਸਰ, ਠੀਕ ਹੈ ਸਰ। ਹਾਂਜੀ ਹਾਂਜੀ, ਸੈਕਸ਼ਨ ਹੈਗਾ ਓਵਰਰਾਈਡਿੰਗ ਇਫੈਕਟ ਆਫ ਦਿਸ ਐਕਟ, ਵੀ ਜੋ ਕਸਟਮ ਹੈਗਾ ਉਹ ਜਿਹੜੇ ਹੈਗੇ ਨੇ ਸੀਜ਼ ਟੂ ਇਫੈਕਟ ਹੋ ਜਾਣਗੇ ਇਸ ਐਕਟ ਤੋਂ ਬਾਅਦ। ਸੈਕਸ਼ਨ 5 ਹੈਗਾ ਐਕਟ ਡਜ਼ ਨਾਟ ਅਪਲਾਈ ਟੂ, ਜੇ ਕੋਈ ਸਪੈਸ਼ਲ ਮੈਰਿਜ ਐਕਟ ਦੇ ਪ੍ਰੋਵੀਜ਼ਨਸ ਥੱਲੇ ਕੋਈ ਵਿਆਹ ਹੁੰਦਾ ਹੈਗਾ, ਮਤਲਬ ਇੰਟਰ ਰਿਲੀਜਨ ਵਿਆਹ ਹੁੰਦਾ ਹੈਗਾ, ਜਾਂ ਕੋਈ ਫੋਰਨ ਸਿਟੀਜ਼ਨ ਜਿਹੜਾ ਹੈਗਾ ਉਹ ਇੰਡੀਆ ਵਿੱਚ ਵਿਆਹ ਹੁੰਦਾ ਹੈਗਾ, ਤਾਂ ਉਹ ਉਸ 'ਤੇ ਇਹ ਐਕਟ ਅਪਲਾਈ ਨਹੀਂ ਹੁੰਦਾ ਹੈਗਾ। ਉਹਦੇ ਵਿੱਚ ਇੱਕ ਸੈਕਸ਼ਨ 21 ਸਪੈਸ਼ਲ ਮੈਰਿਜ ਉਹ ਹੈਗਾ ਇੰਡੀਅਨ ਸਿਟੀਜ਼ਨ ਐਕਟ ਦਾ ਵੀ ਹੈਗਾ, ਜੇ ਕੋਈ ਫੋਰਨ ਸਿਟੀਜ਼ਨ ਇੰਡੀਅਨ ਸਿਟੀਜ਼ਨ ਨਾਲ ਵਿਆਹ ਕਰਾ ਲੈਂਦਾ ਹੈਗਾ ਤਾਂ ਉਹ ਅਨਲੈਸ ਕੋਈ ਉਹਨਾਂ 'ਚ ਰਿਟਨ ਐਗਰੀਮੈਂਟ ਹੈਗਾ ਤਾਂ ਫੋਰਨ ਸਿਟੀਜ਼ਨ ਇੰਡੀਅਨ ਸਪਾਊਸ ਦੀ ਜਿਹੜੀ ਹੈਗੀ ਹੈ ਪ੍ਰੋਪਰਟੀ ਇਨਹੈਰਿਟ ਨਹੀਂ ਕਰ ਸਕਦਾ। ਅਸੀਂ ਵਾਈਸ ਵਰਸਾ ਵੀ ਇੰਡੀਅਨ ਜਿਹੜਾ ਹੈਗਾ ਸਿਟੀਜ਼ਨ ਉਹ ਉਹਦੇ ਫੋਰਨ ਸਪਾਊਸ ਦੀ ਪ੍ਰੋਪਰਟੀ ਇਨਹੈਰਿਟ ਨਹੀਂ ਕਰਦਾ ਅਨਲੈਸ ਬਿਫੋਰ ਮੈਰਿਜ ਦੇयर ਵਾਜ਼ ਐਗਰੀਮੈਂਟ ਬਿਟਵੀਨ them ਵੀ ਆਪਾਂ ਇਨਹੈਰਿਟ ਕਰਾਂਗੇ ਕਿ ਨਹੀਂ ਕਰਾਂਗੇ। ਉਸ ਤੋਂ ਬਾਅਦ ਇੱਕ estate which stands to single heir of terms of covenant ਰੂਲਰਸ ਬਾਰੇ ਹੈ, ਉਹ ਆਪਣੇ ਤੇ ਹੁਣ ਲਾਗੂ ਨਹੀਂ ਹੈ। ਇੱਕ ਆ ਸਾਊਥ ਦੇ ਲਾਅ ਜੇ ਹੈਗੇ ਨੇ ਪੈਲੇਸ ਫੰਡ ਇਹ ਵੀ ਆਪਣੇ ਤੇ ਕੋਈ ਮਤਲਬ ਆਪਾਂ ਨੂੰ ਬੜਾ ਇੱਥੇ ਸੈਕਸ਼ਨ 5 ਤੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਆਪਣੇ ਹੈ ਹੀ ਨਹੀਂ ਹੈਗੇ। ਸੈਕਸ਼ਨ 6 ਆ ਜਾਂਦਾ ਡੈਵੋਲੂਸ਼ਨ ਆਫ ਇੰਟਰਸਟ ਇਨ ਕੰਪਾਸਨਰੀ ਪ੍ਰਾਪਰਟੀ, ਜਿਹੜਾ ਕਿ ਪਹਿਲਾਂ ਆਪਾਂ ਡਿਸਕਸ ਕੀਤਾ ਹੈਗਾ ਤੇ ਪ੍ਰਵੀਨ ਜੀ ਨੇ ਵੀ ਪੁਆਇੰਟ ਰੇਸ ਕੀਤਾ ਸੀਗਾ ਵੀ ਕੰਪਾਸਨਰੀ ਮਿਤਾਕਸ਼ਰਾ ਲਾਅ ਨਾ ਉਹ ਇਹਦੇ ਵਿੱਚ ਡੈਲਟ ਕੀਤਾ ਗਿਆ ਹੈਗਾ ਵੀ ਕੰਪਾਸਨਰੀ ਪ੍ਰਾਪਰਟੀ ਕਿਵੇਂ ਜਿਹੜੀ ਹੈਗੀ ਹੈ ਉਹ ਡੀਲ ਕਰਨੀ ਹੈ। ਤੇ ਪਰ ਉਹਦੇ ਵਿੱਚ ਇਹ ਕਾਫੀ ਕੰਪਲੀਕੇਟਡ ਹੈਗਾ। ਉਹੀ ਹੈ ਵੀ ਪਹਿਲਾਂ ਆਪਾਂ ਨੂੰ ਕਰਨਾ ਪੈਣਾ ਇਹਦੇ 'ਚ ਪਾਰਟੀਸ਼ਨ ਕਰਨੀ ਪੈਣੀ ਹੈ, ਫਿਰ ਉਹਦਾ ਸ਼ੇਅਰ ਡਿਟਰਮਿਨ ਹੋਣਾ ਹੈਗਾ। ਇਹਦੇ ਵਿੱਚ ਹੁਣ ਕੰਪਾਸਨਰੀ ਪ੍ਰਾਪਰਟੀ ਜਾਂ ਹਿੰਦੂ
ਅਨਡਿਵਾਈਡਡ ਫੈਮਿਲੀ ਪ੍ਰੋਪਰਟੀ ਕਹਿ ਲਓ ਜਾਂ ਕੰਪਲਸਰੀ ਪ੍ਰੋਪਰਟੀ ਕਹਿ ਲਓ, ਇਹਦੇ ਵਿੱਚ ਜਿਹੜਾ ਹੈਗਾ ਉਹਨੂੰ ਸਨ ਦਾ ਵੀ ਉਨਾ ਹੀ ਸ਼ੇਅਰ ਹੈਗਾ, ਡਾਟਰ ਦਾ ਵੀ ਉਨਾ ਹੀ ਸ਼ੇਅਰ ਹੈਗਾ, ਮਦਰ ਦਾ ਵੀ ਸ਼ੇਅਰ ਹੁੰਦਾ ਇਹਦੇ ਵਿੱਚ, ਇਹ 'ਚ ਵਾਈਫ ਦਾ ਵੀ ਸ਼ੇਅਰ ਹੁੰਦਾ ਹੈਗਾ। ਉਹ ਫਿਰ ਉਹ ਪਾਰਟੀਸ਼ਨ ਕਰਕੇ ਜਿਹੜਾ ਹੈਗਾ ਉਹ ਕਰਨਾ ਪੈਂਦਾ, ਨੋਸ਼ਨਲ ਪਾਰਟੀਸ਼ਨ ਕਰਨੀ ਪੈਂਦੀ ਹੈ, ਪਰ ਵੀ ਸ਼ੁਡਨਟ ਗੋ ਇਨਟੂ ਦਿਸ, ਕਿਉਂਕਿ ਆਪਣਾ ਜਿਹੜਾ ਸਮਰੀ ਪ੍ਰੋਸੀਜਰ ਹੈਗਾ, ਜੇ ਵੈਸੇ ਜੇ ਆਪਾਂ ਕਰਨਾ ਚਾਹੀਏ ਤਾਂ ਇਸ 'ਤੇ ਇੱਕ ਪੂਰਾ ਦਿਨ ਇਸ 'ਤੇ ਲੱਗ ਜੂਗਾ ਆਪਣਾ, ਕਿਸੇ ਦਿਨ ਫਿਰ ਕਰ ਲਾਂਗੇ ਜੇ ਕਲੈਰੀਫਿਕੇਸ਼ਨ ਚਾਹੀਦਾ ਵੀ ਹੈ ਇਸ 'ਤੇ। ਇਹਦੇ ਵਿੱਚ ਇੱਕ ਸੈਕਸ਼ਨ 6 ਦੇ ਵਿੱਚ ਇੱਕ ਸਬ-ਪਾਰਟ 4 ਸਬ ਸੈਕਸ਼ਨ 4 ਹੈਗਾ। ਇਹਦੇ ਵਿੱਚ ਇਨਹੈਰੀਟੈਂਸ ਦਾ ਤਾਂ ਕੋਈ ਬੜਾ ਮਸਲਾ ਹੈ ਨਹੀਂ ਇਹਦਾ ਆਪਣਾ, ਪਰ ਵੈਸੇ ਆਪਣੇ ਕੋਲੇ ਕਈ ਵਾਰੀ ਇਹ ਨਾ ਆ ਜਾਂਦਾ ਹੈਗਾ, ਕੁਝ ਵੀ ਕੋਈ ਕੇਸ ਦੇ ਵਿੱਚ ਕੇਸ ਚੱਲਦਾ, ਰਿਕਵਰੀ ਦਾ ਸੂਟ ਚੱਲਦਾ, ਕੋਈ ਹੋਰ ਚੱਲਦਾ, ਉਹਦੇ ਵਿੱਚ ਵੀ ਕਿਹਦੀ ਪ੍ਰੋਪਰਟੀ ਅਟੈਚ ਕਰਨੀ ਹੈ, ਕਿਹਦੀ ਨਹੀਂ ਕਰਨੀ, ਜਾਂ ਕੀ ਤੋਂ ਲੈਣੀ ਹੈ। ਪਹਿਲਾਂ ਤਾਂ ਇਹ ਲਾਅ ਸੀਗਾ ਵੀ ਜਿਹੜੇ ਸਨਜ਼ ਹੈ ਜਾਂ ਗ੍ਰੈਂਡ ਸਨਜ਼ ਹੈਗੇ ਨੇ, ਉਹਨਾਂ ਦੀ ਪਾਇਸ ਐਪਲੀਕੇਸ਼ਨ ਸੀਗੀ ਵੀ ਉਹਨਾਂ ਦਾ ਧਰਮ ਸੀਗਾ ਵੀ ਅਸੀਂ ਆਪਦੇ ਬਜ਼ੁਰਗਾਂ ਦੀ ਜਿਹੜੀ ਹੈਗੀ ਹੈ, ਕੋਈ ਉਹਨਾਂ ਲੋਨ ਲਿਆ ਜਾਂ ਕੋਈ ਦੇਣਦਾਰੀ ਹੈਗੀ ਆ, ਅਸੀਂ ਉਹ ਦੇਣੀ ਹੈ। ਇੱਕ ਲਾਅ ਐਕਟ ਵੀ ਬਣਾਇਆ ਹੋਇਆ ਸੀ, ਪਾਇਸ ਐਪਲੀਕੇਸ਼ਨ ਐਕਟ, ਉਹ ਇਸ ਨਾਲ ਰਿਪੀਲ ਕਰਤਾ। ਇਹਦਾ ਇੱਕੋ ਸਿੱਧਾ ਜਿਹਾ ਮਤਲਬ ਨਿਕਲਦਾ ਸੈਕਸ਼ਨ ਸਬ ਸੈਕਸ਼ਨ 4 ਦਾ ਵੀ ਜੇ ਜਿੰਨੀ ਕੁ ਬੰਦਾ ਕੋਈ ਪ੍ਰੋਪਰਟੀ ਇਨਹੈਰਿਟ ਕਰੂਗਾ, ਉਸ ਪਰਸੈਂਟੇਜ ਤੇ ਉਹ ਲਾਇਬਲ ਹੈਗਾ ਉਹਦਾ ਕਰਜ਼ਾ ਲਾਉਣ ਦਾ ਜਾਂ ਉਹਦੀ ਦੇਣਦਾਰੀ ਦੇਣ ਦਾ। ਸਪੋਜ਼ ਕਰੋ ਇੱਕ ਬਜ਼ੁਰਗ, ਇੱਕ ਬੰਦਾ, ਉਹਦੇ 4 ਮੁੰਡੇ ਨੇ, ਉਹ 2 ਮੁੰਡਿਆਂ ਦੇ ਨਾਂ ਤੇ ਵਸੀਅਤ ਕਰ ਗਿਆ, ਤਾਂ ਜਿਹੜੇ ਉਹਦੇ ਨਾਂ ਤੇ ਵਸੀਅਤ ਹੋਈ ਆ ਉਹੀ ਦੇਣਦਾਰੀਆਂ ਦੇ ਕਾਬਲ ਨੇ, ਉਹ ਜਿਹਨੇ ਜੋ ਉਹਨਾਂ ਨੂੰ ਪ੍ਰੋਪਰਟੀ ਮਿਲੀ ਆ ਉਸੇ ਚੋਂ ਹੀ ਕਰਨਾ ਉਹਨਾਂ ਨੇ। ਜੇ ਉਹਨਾਂ ਦੀ ਆਪਦੀ ਪਰਸਨਲ ਪ੍ਰੋਪਰਟੀ ਹੈਗੀ ਹੈ ਤੇ ਬਜ਼ੁਰਗਾਂ ਦੀ ਪ੍ਰੋਪਰਟੀ ਵੀ 1 ਕਿੱਲਾ ਆ ਗਈ, 2 ਕਿੱਲੇ ਆਪਦੇ ਹੈਗੇ ਆ, ਤਾਂ ਸਿਰਫ 1 ਕਿੱਲੇ ਤੋਂ ਹੀ ਜੇ ਕਿਸੇ ਨੇ ਲੈਣਾ ਤਾਂ ਉਹ ਲੈ ਸਕਦਾ, ਜਿਹੜੇ ਉਹਦੇ ਸਨ ਦੀ ਜਿਹੜੀ ਦੂਜੀ ਪ੍ਰੋਪਰਟੀ ਹੈਗੀ ਆ ਉਸ ਤੋਂ ਨਹੀਂ ਲੈ ਸਕਦਾ। ਇਹਦਾ ਸਿੱਧਾ ਜਿਹਾ ਮਤਲਬ ਇਹ ਨਿਕਲਦਾ। ਹੈਲੋ, ਹਾਂਜੀ ਚਲੀਏ ਅੱਗੇ। ਹੈਲੋ ਹਾਂਜੀ ਹਾਂਜੀ, ਰਿਲੀਜਨ ਮੈਰਿਜ ਹੈ ਜੀ, ਜਿਹੜੀ ਮੈਰਿਜ, ਹੈਲੋ, ਜਿਹੜੀ ਇੰਟਰ ਰਿਲੀਜਨ ਮੈਰਿਜ ਹੈ ਜੀ, ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਜਿਹੜੀ ਇੰਟਰ ਰਿਲੀਜਨ ਮੈਰਿਜ ਹੈ ਜੀ, ਨਹੀਂ ਆ ਰਹੀ, ਆਵਾਜ਼ ਨਹੀਂ ਆਈ ਤੁਹਾਡੀ। ਹਾਂਜੀ, ਇੰਟਰ ਰਿਲੀਜਨ ਮੈਰਿਜ ਬਾਰੇ ਕੁਝ ਪੁੱਛ ਰਹੀ ਹੈ ਜੀ। ਤੁਸੀਂ ਇਦਾਂ ਕਰ ਸਕਦੇ ਵੀ ਆਪਣਾ ਚੈਟ ਬਾਕਸ ਦੇ ਵਿੱਚ ਲਿਖ ਕੇ ਪਾ ਦਿਓ ਜਿਹੜਾ ਵੀ ਕੁਐਰੀ ਹੈਗੀ ਹੈ। ਲੰਬਾ ਸੀ ਮਤਲਬ, ਚਲੋ ਫਿਰ ਕਰ ਲੈਂਦੇ ਕੁਝ। ਆਵਾਜ਼ ਨਹੀਂ ਆਈ ਜੀ, ਫਿਰ ਜਾਂ ਐਵੇਂ ਕਰੋ, ਰਿਕਾਰਡਿੰਗ ਕਰਕੇ ਨਾ ਉਹ WhatsApp ਵਾਲਾ ਜਿਹੜਾ ਗਰੁੱਪ ਹੈ ਉਹਦੇ ਵਿੱਚ ਉਹ ਰਿਕਾਰਡਿੰਗ ਦੀ ਆਪਸ਼ਨ ਹੁੰਦੀ ਹੈ ਆਪਣੇ ਕੋਲ WhatsApp ਦੇ ਵਿੱਚ ਹੀ, ਉਹ ਤੁਸੀਂ ਕਰਕੇ ਕੁਐਰੀ ਪਾ ਦਿਓ, ਉਹ ਆਪਾਂ ਇੱਥੇ ਚਲਾ ਲਾਂਗੇ। ਹੈਲੋ, ਹਾਂਜੀ ਸਰ, ਕੰਟੀਨਿਊ ਕਰ ਲਓ ਬਲਕਰਨ ਸਰ। ਚੱਲੀਏ ਜੀ। ਜੀ ਸਰ। ਹੈਲੋ, ਹਾਂਜੀ ਠੀਕ ਹੈ, ਅੱਗੇ ਚੱਲੋ। ਹਾਂਜੀ ਠੀਕ ਹੈ ਸਰ, ਚਲੋ ਜੀ। ਹਾਂਜੀ ਬਲਕਰਨ ਸਰ। ਆਵਾਜ਼ ਤੁਹਾਡੀ ਵੀ ਨਹੀਂ ਆ ਰਹੀ, ਮੈਂ ਕੱਟ ਕੇ ਦੁਬਾਰਾ ਕਰਾਂ? ਨਹੀਂ ਸਰ, ਆ ਰਹੀ ਹੈ, ਤੁਹਾਡੀ ਆਵਾਜ਼ ਬਹੁਤ ਕਲੀਅਰ ਹੈ, ਤੁਸੀਂ ਕੰਟੀਨਿਊ ਕਰੋ ਸਰ। ਹਾਂਜੀ, ਸੈਕਸ਼ਨ 7 ਹੈ ਜੀ, ਡਾਇਵੋਲੂਸ਼ਨ ਆਫ ਇੰਟਰਸਟ ਇਨ ਦਾ ਪ੍ਰੋਪਰਟੀ ਆਫ ਤਾਰਵਾੜ ਤਵਾਜ਼ੀ ਕੁਟੁੰਬਾ ਕਰੋ ਇਲੀਓ। ਇਹ ਜਿਹੜੇ ਕੁਛ ਸਾਊਥ ਦੇ ਲਾਅ ਸੀਗੇ ਜਿਹੜੇ ਕਿ ਉਹਨਾਂ ਦੇ ਸਟੇਟਸ ਦੇ ਮੁਤਾਬਕ ਸੀਗੇ, ਉਦੋਂ ਸਾਰੇ ਇਕੱਠੇ ਕਰਕੇ ਜਿਹੜੇ ਹੈਗੇ ਇਹਦੇ ਵਿੱਚ ਕੋਡੀਫਾਈ ਕਰਤਾ। ਪਰ ਆਪਣਾ ਇਹਦਾ ਪੰਜਾਬ ਦਾ ਕੋਈ ਬਾਹਲਾ ਇਹਦੇ ਨਾਲ ਸੰਬੰਧ ਨਹੀਂ ਹੈਗਾ ਵੀ ਕਿਵੇਂ ਹੋਣਾ ਇਹ। ਕੁਛ ਕੇਰਲਾ ਦੇ ਸੀ, ਕੁਛ ਤਾਮਿਲਨਾਡੂ ਦੇ ਸੀਗੇ, ਇਹ ਉਹਨਾਂ ਦੇ ਪਰਸਨਲ ਜੇ ਲਾਅ ਸੀਗੇ, ਕਸਟਮ ਸੀਗੇ ਉਹਨਾਂ ਨੂੰ, ਪਰ ਉਹਨਾਂ ਨੇ ਕੋਡੀਫਾਈ ਕਰਕੇ ਇਸ ਸੈਕਸ਼ਨ ਦੇ ਵਿੱਚ ਪਾਤਾ ਹੈਗਾ। ਜਿਹੜਾ ਇੰਪੋਰਟੈਂਟ ਹੈਗਾ ਅੱਗੇ ਆ ਕੇ ਆਪਣੇ ਸੈਕਸ਼ਨ 8 ਹੈਗਾ, ਜਨਰਲ ਰੂਲਸ ਆਫ ਸਕਸੈਸ਼ਨ ਇਨ ਕੇਸ ਆਫ ਮੇਲਸ।
The property of a male Hindu dying intestate shall devolve according to provisions of this chapter. Firstly, upon the heirs being later specified in class 1 of the schedule. Schedule ਦਿੱਤਾ ਗਿਆ ਜੀ ਐਕਟ ਦੇ ਪਿੱਛੇ, ਉਹਦੇ ਵਿੱਚ class 1 heirs. Secondly, if there is no class 1 heir, then upon heirs being relatively specified class 2 of the schedule. ਉਦੋਂ ਬਾਅਦ class 2 heirs ਨੂੰ ਮਿਲਣਾ ਜੀ। ਜੇ ਉਹ ਵੀ ਹੈ ਨਹੀਂ ਗੇ ਤਾਂ ਐਗਨੇਟਸ ਨੂੰ, ਜੇ ਉਹ ਵੀ ਹੈ ਨਹੀਂ ਤਾਂ ਕੋਗਨੇਟਸ ਨੂੰ। ਐਗਨੇਟਸ ਮੀਨਸ ਜਿਹੜੇ ਰਿਲੇਟਡ ਥਰੂ ਮੇਲਸ, ਕੋਗਨੇਟ ਜਿਹੜੇ ਰਿਲੇਟਡ ਥਰੂ ਫੀਮੇਲਸ। ਆਪਾਂ ਹੁਣ ਸ਼ਡਿਊਲ ਦੇਖ ਲਈਏ ਜੀ। ਸ਼ਡਿਊਲ ਦੇ ਵਿੱਚ ਕਲਾਸ 1 ਜਿਹੜੇ ਹੇਅਰ ਹੈਗੇ ਨੇ ਉਹ ਹੈਗਾ ਸਨ, ਡਾਟਰ, ਵਿਡੋ, ਮਦਰ। ਸਨ ਆਫ ਅ ਪ੍ਰੀ ਡਿਸੀਜ਼ਡ ਸਨ ਮਤਲਬ ਵੀ ਜੇ ਉਹਦਾ ਮੁੰਡਾ ਮਰ ਚੁੱਕਿਆ ਤਾਂ ਪੋਤਾ ਵੀ ਉਹਦਾ ਕਲਾਸ 1 ਹੇਅਰ ਹੈਗਾ, ਉਹਦੀ ਪੋਤੀ ਵੀ ਕਲਾਸ 1 ਹੇਅਰ ਹੈਗੀ ਹੈ। ਸਨ ਆਫ ਪ੍ਰੀ ਡਿਸੀਜ਼ਡ ਡਾਟਰ ਜਿਹੜੀ ਉਹਦਾ ਹੈਗਾ ਦੋਤਾ ਵੀ ਉਹਦਾ ਕਲਾਸ 1 ਹੇਅਰ ਹੈਗਾ, ਤੇ ਉਹਦੀ ਦੋਤੀ ਵੀ ਕਲਾਸ 1 ਹੇਅਰ ਹੈਗੀ। ਵਿਡੋ ਆਫ ਪ੍ਰੀ ਡਿਸੀਜ਼ਡ ਸਨ ਜਿਹੜੀ ਉਹਦੀ ਹੈਗੀ ਹੈ ਨੂੰਹ ਹੈਗੀ ਹੈ, ਵਿਡੋ ਹੈਗੀ ਹੈ, ਉਹ ਵੀ ਜੇ ਉਹਦਾ ਸਨ ਹੈ ਨਹੀਂ ਤਾਂ ਉਹ ਕਲਾਸ 1 ਹੇਅਰ 'ਚ ਆਉਂਦੀ ਹੈ। ਸਨ ਆਫ ਪ੍ਰੀ ਡਿਸੀਜ਼ਡ ਜਿਹੜਾ ਉਹਦਾ ਲੜਕਾ ਦੀ ਡੈਥ ਹੋ ਗਈ, ਉਹਦੇ ਪੋਤੇ ਦੀ ਡੈਥ ਹੋ ਗਈ ਤਾਂ ਉਹਦਾ ਪੜਪੋਤਾ ਵੀ ਇਨਹੈਰਿਟ ਕਰੂਗਾ ਜੀ। ਡਾਟਰ ਆਫ ਪ੍ਰੀ ਡਿਸੀਜ਼ਡ ਸਨ ਆਫ ਪ੍ਰੀ ਡਿਸੀਜ਼ਡ ਸਨ ਉਹਦੇ ਪੋਤੇ ਦੀ ਜਿਹੜੀ ਹੈਗੀ ਹੈ ਉਹ ਲੜਕੀ ਵੀ ਉਹਦੀ ਕਲਾਸ 1 ਹੇਅਰ ਹੈਗੀ ਹੈ। ਵਿਡੋ ਆਫ ਪ੍ਰੀ ਡਿਸੀਜ਼ਡ ਸਨ, ਸਨ ਆਫ ਪ੍ਰੀ ਡਿਸੀਜ਼ਡ ਸਨ ਮਤਲਬ ਉਹਦੇ ਪੋਤੇ ਦੀ ਨੂੰਹ ਵੀ ਉਹਦੀ ਕਲਾਸ 1 ਹੇਅਰ ਹੈਗੀ ਆ। ਇਸ ਕਰਕੇ ਕੈਟਾਗਰੀਜ਼ ਦਿੱਤੀਆਂ ਹੋਈਆਂ ਨੇ ਇਹਦੇ ਵਿੱਚ, 16 ਕੈਟਾਗਰੀਜ਼ ਨੇ ਜੀ। ਹੁਣ ਇਹ ਆਪਸ ਦੇ ਵਿੱਚ ਕਿਵੇਂ ਇਨਹੈਰਿਟ ਕਰਨਗੇ, ਇਹ ਰੂਲਸ ਇਹਨਾਂ ਨੇ ਦਿੱਤੇ ਹੋਏ ਨੇ ਜੀ ਸੈਕਸ਼ਨ 9, 10, 11 ਦੇ ਵਿੱਚ। ਕਲਾਸ 2 ਹੇਅਰਸ ਵੀ ਦਿੱਤੇ ਹੋਏ ਨੇ। ਜੇ ਕਲਾਸ 1 ਹੇਅਰਸ ਐਗਜ਼ੌਸਟ ਹੋ ਜਾਣਗੇ ਫਿਰ ਕਲਾਸ 2 ਹੇਅਰਸ ਕਰਨੀ ਜਾਣਾ ਆਪਾਂ ਬਾਅਦ ਡਿਸਕਸ ਕਰਦੇ ਹਾਂ ਜੀ। ਪਹਿਲਾਂ ਕਲਾਸ 1 ਹੇਅਰਸ ਦੇ ਜਿਹੜੇ ਹੈਗੇ ਨੇ ਉਹ ਕਿਵੇਂ ਲੈਣਗੇ। Among hairs specified in the schedule, those in class 1 shall take simultaneously and to exclusion of all other hairs. Those in first entry in class 2 shall be preferred to those in second entry, and those in second entry shall be preferred to those in third entry. ਇਹ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਰੂਲ 9 ਕਹਿੰਦੇ ਸਭ ਤੋਂ ਪਹਿਲਾਂ ਕਲਾਸ 1 ਹੇਅਰਸ ਲੈਣਗੇ। ਸੈਕੰਡਲੀ ਜੇ ਕਲਾਸ 1 ਹੇਅਰ ਹੈ ਨਹੀਂ ਤਾਂ ਕਲਾਸ 2 ਹੇਅਰ ਲੈਣਗੇ। ਤੇ ਕਲਾਸ 2 ਦੀਆਂ ਵੀ ਕਈ ਐਂਟਰੀਜ਼ ਨੇ। ਕਲਾਸ 2 ਦੀਆਂ ਹੈਗੀਆਂ ਸਰ ਆਲਮੋਸਟ 9 ਐਂਟਰੀਜ਼ ਨੇ। ਇਹ ਕਹਿੰਦਾ ਐਕਟ ਕਹਿੰਦਾ ਹੈ ਜੀ those in first entry in class 2 shall be preferred to those in second entry, and those in second entry shall be preferred to those in third entry. class 2 ਹੇਅਰ ਦੇ ਵਿੱਚ ਸਭ ਤੋਂ ਪਹਿਲਾਂ ਫਾਦਰ ਆਉਂਦਾ, ਤਾਂ ਜੇ ਫਾਦਰ ਹੈਗਾ ਤਾਂ ਉਸ ਤੋਂ ਬਾਅਦ ਵਾਲੀਆਂ ਕੈਟਾਗਰੀਜ਼ ਆਪਾਂ 8 ਨਹੀਂ ਦੇਖਣੀਆਂ। ਜੇ ਫਾਦਰ ਹੈ ਨਹੀਂ ਤਾਂ ਸੈਕੰਡ ਕੈਟਾਗਰੀ ਦੇਖਣੀ ਆ ਆਪਾਂ। ਜੇ ਸੈਕੰਡ ਵੀ ਹੈ ਨਹੀਂ ਤਾਂ ਫਿਰ ਥਰਡ ਤੇ ਜਾਣਾ ਆਪਾਂ। ਜੇ ਥਰਡ ਹੈ ਨਹੀਂ ਫਿਰ ਫੋਰਥ ਤੇ ਜਾਣਾ। ਜੇ ਫੋਰਥ ਵੀ ਹੈ ਨਹੀਂ ਤਾਂ ਫਿਫਥ ਤੇ ਜਾਣਾ। ਐਂ ਕਰਕੇ ਜਾਣਾ ਇਹਨਾਂ ਨੂੰ ਕਲਾਸ 2 ਨੂੰ। ਠੀਕ ਹੈ ਜੀ, ਚਲਿਏ ਅੱਗੇ। ਇੱਕ ਮਿੰਟ ਜੀ। ਹੈਲੋ, ਜਿਹੜੀ ਵਾਈਫ ਦੀ ਇਨਹੈਰੀਟੈਂਸ ਹੈ ਜੀ, ਹਸਬੈਂਡ ਨੂੰ ਕਿਸ ਤਰ੍ਹਾਂ ਮਤਲਬ ਜਾਣੀ ਹੈ ਜਾਂ ਕਿਵੇਂ? ਮੈਂ ਨਾ ਇੱਕ ਮਿੰਟ, ਕੋਈ ਪ੍ਰੋਬਲਮ ਆ ਯਾਰ, ਆਵਾਜ਼ ਨਹੀਂ ਆ ਰਹੀ। ਮੈਂ ਨਾ ਐਗਜ਼ਿਟ ਕਰਕੇ ਦੁਬਾਰਾ ਆਉਣਾ। ਰਾਈਟ ਸਰ ਤੁਹਾਡੀ ਆਵਾਜ਼ ਆ ਰਹੀ ਹੈ ਪਰ ਤੁਸੀਂ ਹਾਂਜੀ ਦੁਬਾਰਾ ਜੁਆਇਨ ਕਰ ਲਓ। ਆਈ ਥਿੰਕ ਮੈਂ ਉਹ ਕੁਐਰੀ ਥੋੜਾ ਜਿਹਾ ਕੰਟੀਨਿਊ ਕਰ ਲੈਣਾ ਉਦੋਂ ਤੱਕ। ਜੀ ਸਰ।
ਇਹ ਜਿਹੜੀ ਆਪਾਂ ਕਰ ਰਹੇ ਹਾਂ ਕਲਾਸ 1 ਕਲਾਸ 2 ਇਹ ਸਿਰਫ ਰਿਲੇਟਡ ਟੂ ਮੇਲ ਹੈਗੀ ਹੈ, ਮੇਲ ਇਨਹੈਰੀਟੈਂਸ ਹੈ। ਫੀਮੇਲ ਇਨਹੈਰੀਟੈਂਸ ਅਲੱਗ ਤੋਂ ਸੈਕਸ਼ਨ 15 ਤੋਂ ਸਟਾਰਟ ਹੋਏਗੀ। ਓਕੇ ਓਕੇ ਓਕੇ। ਇਹ ਸਿਰਫ ਮੇਲ ਦੀ ਇਨਹੈਰੀਟੈਂਸ ਹੈ ਜੀ, ਇਸ ਕਰਕੇ ਵਾਈਫ ਵਾਲਾ ਨਹੀਂ ਹੈ ਇਸ ਦੇ ਵਿੱਚ ਕੁਝ। ਤਾਂ ਉਹ ਮੈਂ ਦੁਬਾਰਾ, ਹਾਂਜੀ ਉਹ ਦੁਬਾਰਾ ਮੈਂ ਇੱਕ ਵਾਰੀ ਥੋੜਾ ਜਿਹਾ ਜਿਹੜੇ ਵੈਸੇ ਆਈ ਥਿੰਕ ਸਾਰਿਆਂ ਨੂੰ ਕਲੀਅਰ ਹੀ ਹੋਊਗਾ, ਪਰ ਫਿਰ ਵੀ ਜਿਨ੍ਹਾਂ ਨੂੰ ਨਹੀਂ ਕਲੀਅਰ ਹੈਗਾ ਤਾਂ ਮੈਂ ਦੁਬਾਰਾ ਦੱਸ ਦਿੰਦਾ ਕਿ ਜਿਹੜੇ ਕਲਾਸ 1 ਦੇ ਹੈਗੇ, ਅਗਰ ਇਹ ਅਵੇਲੇਬਲ ਹੈਗੇ, ਇਹਨਾਂ 'ਚ ਕੋਈ ਵੀ ਇੱਕ ਬੰਦਾ ਅਵੇਲੇਬਲ ਵੀ ਹੋਵੇ ਤਾਂ ਕਲਾਸ 2 ਦਾ ਕੋਈ ਰੋਲ ਨਹੀਂ ਰਹਿ ਜਾਂਦਾ ਮੇਲ ਇਨਹੈਰੀਟੈਂਸ ਦੇ ਵਿੱਚ। ਜੀ ਜੀ। ਤੇ ਜੇ ਕਲਾਸ 1 ਦੇ ਵਿੱਚ ਜਿੰਨੇ ਵੀ ਬੰਦੇ ਅਵੇਲੇਬਲ ਹੈਗੇ ਹੈ ਇਹਨਾਂ ਦੇ ਵਿੱਚੋਂ, ਤਾਂ ਉਹਨਿਆਂ ਦੇ ਵਿੱਚ ਇਕੁਅਲੀ ਸ਼ੇਅਰ ਡਿਵਾਈਡ ਹੋ ਜਾਊਗਾ। ਜੇ ਲਾਈਕ ਸਨ ਵੀ ਹੈਗਾ, ਡਾਟਰ ਵੀ ਹੈਗੀ ਹੈ ਤੇ ਵਿਡੋ ਵੀ ਹੈਗੀ ਹੈ, ਇਹ 3 ਜਾਣੇ ਹੈਗੇ ਕਲਾਸ 1 ਦੇ, ਤਾਂ ਤਿੰਨਾਂ ਨੂੰ 1/3 ਸ਼ੇਅਰ ਜਾਊਗਾ। ਜੇ ਮਦਰ ਵੀ ਨਾਲ ਹੈਗੀ ਹੈ ਤਾਂ ਸਾਰਿਆਂ ਨੂੰ 1/4 ਸ਼ੇਅਰ ਜਾਊਗਾ। ਉਹ ਅੱਗੇ ਸੈਕਸ਼ਨ 10 ਚ ਆਪਾਂ ਡਿਸਕਸ ਕਰਨਾ। ਹਾਂਜੀ ਜੀ ਸਰ। ਠੀਕ ਹੈ ਰਾਈਟ। ਹਾਂਜੀ ਹੁਣ ਹੁਣ ਦੱਸੋ ਤੁਹਾਡੀ ਵਾਈ ਹੁਣ ਸਾਫ਼ ਹੈ ਸਰ ਆਈ ਥਿੰਕ ਨਾ ਵਾਈਫ ਬਾਰੇ ਪੁੱਛ ਰਹੇ ਸੀਗੇ ਸਰ ਨੇ ਕਲੀਅਰ ਕਰਤੀ, ਵਿਨੇ ਸਰ ਨੇ ਕਲੀਅਰ ਕਰਤੀ ਜੀ। ਉਹਨਾਂ ਨੇ ਕਿਹਾ ਕਹਿੰਦੇ ਮੇਲ ਤੇ ਹੈ ਇਕੱਲਾ, ਫੀਮੇਲ ਦਾ ਨੈਕਸਟ ਆਏਗਾ। ਹਾਂ ਹਾਂਜੀ ਸੈਕਸ਼ਨ 10 ਹੈਗਾ ਜੀ, ਡਿਸਟ੍ਰੀਬਿਊਸ਼ਨ ਆਫ ਪ੍ਰਾਪਰਟੀ ਅਮੰਗ ਹਾਇਰਸ ਇਨ ਕਲਾਸ 1 ਆਫ ਦਾ ਸ਼ਡਿਊਲ। Property of an interstate shall be divided among the heirs in class 1 of the schedule in accordance to the following rules। ਹੁਣ ਜਿਹੜੇ ਹੈ ਕਲਾਸ 1 ਦੇ ਵਿੱਚ ਕਿਵੇਂ ਪ੍ਰਾਪਰਟੀ ਵੰਡੀ ਜਾਣੀ ਹੈ, ਇਹ ਰੂਲਸ ਹੈਗੇ ਨੇ ਇਹਦੇ ਚ ਰੂਲ 1 ਹੈ ਜੀ, ਇੰਟਰਸਟੇਟਸ ਵਿਡੋ ਔਰ ਇਫ देयर आर more widows than one, all the widows together shall take 1 share। ਇਹ ਜਦੋਂ ਐਕਟ 1956 ਚ ਬਣਿਆ ਸੀਗਾ, ਸਾਈਮਲਟੇਨੀਅਸਲੀ ਇੱਕ ਆਪਣੇ 1956 ਦੇ ਵਿੱਚ ਹੀ 55 ਦੇ ਵਿੱਚ ਇੱਕ ਐਕਟ ਹੋਰ ਬਣਿਆ ਸੀ, ਹਿੰਦੂ ਮੈਰਿਜ। ਉਹ ਹਿੰਦੂ ਮੈਰਿਜ ਐਕਟ ਦੇ ਵਿੱਚ ਸਮਾਜ ਦੇ ਵਿੱਚ ਇੱਕ ਡਿਸਪਲਿਨ ਲਿਆਉਣ ਵਾਸਤੇ ਤਾਂ ਕੁਝ ਕੰਡੀਸ਼ਨਸ ਲੇ ਡਾਊਨ ਕੀਤੀਆਂ ਸੀਗੀਆਂ ਸੈਕਸ਼ਨ 5 ਦੇ ਥੱਲੇ, ਜਿਹਦੇ ਵਿੱਚ ਸੀਗਾ ਵੀ ਕੰਡੀਸ਼ਨਸ ਆਫ ਵੈਲਿਡ ਮੈਰਿਜ, ਜਿਹਦੇ ਵਿੱਚ ਇੱਕ ਕੰਡੀਸ਼ਨ ਸੀਗੀ ਵੀ ਜਿਹੜੇ ਹੈਗੇ ਨੇ husband wife should not have a living spouse when at the time of marriage। ਇਹਦਾ ਸਿੱਧਾ ਜਿਹਾ ਮਤਲਬ ਸੀ ਵੀ ਹੁਣ ਤੁਸੀਂ ਸਿਰਫ ਇੱਕ ਵਿਆਹ ਹੀ ਕਰਾ ਸਕਦੇ ਹੋ unless you get divorce or your spouse is dead। ਠੀਕ ਹੈ ਜੀ। ਇਹ ਰੂਲ ਉਦੋਂ ਬਣਿਆ ਸੀ ਕਿਉਂਕਿ ਪਹਿਲਾਂ ਬੰਦਿਆਂ ਦੇ ਆਮ 4 ਵਿਆਹ ਵੀ ਹੁੰਦੇ ਸੀ, 2 3 ਵੀ ਵਿਆਹ ਹੁੰਦੇ ਸੀ। ਜਿਹੜੇ ਜ਼ਿਆਦਾ ਅਫੋਰਡ ਕਰ ਸਕਦੇ ਸੀਗੇ ਉਹ 4 ਵਿਆਹ ਵੀ ਕਰਾ ਲੈਂਦੇ, 5 ਵੀ ਕਰਾ ਲੈਂਦੇ ਸੀ, ਕੋਈ ਲਿਮਿਟ ਨਹੀਂ ਸੀ, ਕੋਈ ਬਾਰ ਨਹੀਂ ਸੀ। ਤੇ ਨਾ ਹੀ ਸਮਾਜ ਦੇ ਵਿੱਚ ਇਹਨੂੰ ਬੜਾ ਮਾੜਾ ਮੰਨਿਆ ਜਾਂਦਾ ਸੀ ਵੀ ਇਹਦੇ 2 ਵਿਆਹ ਜੀ 3 ਵਿਆਹ ਜੀ। ਹਾਂ ਉਹ ਜਿਹੜੀਆਂ ਲੇਡੀਜ਼ ਸੀਗੀਆਂ, ਕਿਉਂਕਿ ਹਿੰਦੂ ਸੈਕਸ਼ਨ ਦੇ ਵਿੱਚ ਜਿਹੜਾ ਹੈਗਾ ਇੱਕ ਬਾਰ ਲਾਤਾ ਸੀਗਾ ਵੀ ਇੱਕ ਹਸਬੈਂਡ ਜਾਂ ਇੱਕ ਵਾਈਫ ਤੋਂ ਵੱਧ ਬੱਚੇ ਨਹੀਂ ਵਿਆਹ ਨਹੀਂ ਹੋ ਸਕਦਾ ਜਾਂ ਵਾਈਫ ਨਹੀਂ ਰੱਖ ਸਕਦਾ। ਪਰ ਸਿਆਣਪ ਸੀ ਆਪਣੀ ਇਹ ਪਾਰਲੀਮੈਂਟ ਦੀ ਵੀ ਜਿਹੜੀਆਂ ਜਦੋਂ ਪਹਿਲਾਂ ਤਾਂ ਵਿਆਹ ਹੋਏ ਵੇ ਆ ਲੇਡੀਜ਼ ਦੇ, ਇੱਕ ਬੰਦੇ ਦੇ 2 ਵਿਆਹ ਵੀ ਰੱਖੇ ਹੋਏ, 2 3 ਹੈਗੀਆਂ, ਉਹਨਾਂ ਦੇ ਰਾਈਟਸ ਨੂੰ ਸੇਵ ਕਰਨ ਵਾਸਤੇ ਰੂਲ 1 ਬਣਿਆ ਸੀਗਾ। The interstates widow or if there are more widows than one, all the widows together shall take 1 share। ਸਪੋਜ਼ ਕਰੋ ਜੀ ਇੱਕ ਬੰਦੇ ਦੇ 2 ਘਰ ਵਾਲੀਆਂ ਜੀ, ਇੱਕ ਉਹਦੀ ਮਦਰ ਹੈ, 2 ਬੱਚੇ ਨੇ, ਤਾਂ ਇੱਥੇ ਉਹਨਾਂ ਦੇ 4 ਸ਼ੇਅਰ ਬਣਨਗੇ। ਇੱਕ ਮਦਰ ਨੂੰ ਜਾਊਗਾ, 2 ਇੱਕ ਵਾਈਫ ਨੂੰ ਜਾਊਗਾ। ਸਪੋਜ਼ ਕਰੋ ਵੀ 1/4 ਸ਼ੇਅਰ ਬਣ ਗਿਆ ਸਾਰਿਆਂ ਦਾ, ਤਾਂ ਵਾਈਫ ਨੂੰ 1/8 ਸ਼ੇਅਰ ਜਾਣਾ ਹੈ। ਪਰ ਹੁਣ ਜਿਹੜਾ ਹੈਗਾ ਇਹ, ਕਿਉਂਕਿ ਆਪਾਂ ਹੁਣ ਹੈਗੇ 2000 ਆਲਮੋਸਟ 60 ਸਾਲ ਹੋ ਗਏ, ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਕੇਸ ਬਚਿਆ ਹੋਊਗਾ ਜਿੱਥੇ ਵੀ 2 ਵਿਆਹ ਜਾਂ 2 ਜਾਂ 3 ਵਾਈਫਸ ਬਚੀਆਂ ਹੋਣਗੀਆਂ ਕਿਸੇ ਬੰਦੇ ਦੀਆਂ। ਸੋ ਇਹਦਾ ਹਿਸਟੋਰੀਕਲ ਇੰਪੋਰਟੈਂਸ ਰਹਿ ਗਿਆ। ਅੱਜ ਜੇ ਕੋਈ ਕਲੇਮ ਕਰਦਾ ਵੀ ਮੈਂ ਜੀ ਉਹਦੀ ਸੈਕੰਡ ਵਾਈਫ ਹੈਗੀ ਆ, ਫਸਟ ਵਾਈਫ ਦੇ ਜਿਉਂਦੇ, ਤਾਂ ਉਹ ਜਿਹੜੀ ਮੈਰਿਜ ਹੈਗੀ ਆ ਇਲੀਗਲ ਨਲ ਐਂਡ ਵੋਇਡ ਹੈਗੀ ਆ, ਤੇ ਉਹ ਐਜ਼ ਅ ਸੈਕੰਡ ਵਾਈਫ ਇਨਹੈਰਿਟ ਨਹੀਂ ਕਰ ਸਕਦੀ ਅਨਲੈਸ ਵੀ ਪਰਿਵਾਰ ਸਾਰਾ ਕਹਿੰਦਾ ਜੀ ਠੀਕ ਹੈ ਜੀ, ਹੈ ਤਾਂ ਸਾਡੀ ਮਾਂ ਇਹ ਵੀ, ਚਲੋ ਜਾਂ ਉਹਦੀ ਸਾਡੇ ਵਾਈਫ ਦੀ ਘਰ ਵਾਲੀ ਹੈ, ਇਹਨੂੰ ਵੀ ਹਿੱਸਾ ਦੇ ਦਿਓ। ਤਾਂ ਉਸ ਗਰਾਊਂਡ ਤੇ ਤੁਸੀਂ ਮਾੜਾ ਮੋਟਾ ਮਤਲਬ ਆਪਦਾ ਕੋਈ ਰਿਸਟ੍ਰਿਕਸ਼ਨ ਯੂਜ਼ ਕਰ ਸਕਦੇ ਹੋ ਅਨਲੈਸ। ਪਰ ਲੀਗਲੀ ਹੁਣ ਜੇ ਭਾਉਂਦੇ ਬੰਦੇ ਨੇ 2 ਵਿਆਹ ਕਰਾ ਲਏ, 3 ਵਿਆਹ ਕਰਾ ਲਏ, ਫਸਟ ਵਾਈਫ ਜਿਹੜੀ ਪਹਿਲਾਂ ਵਿਆਹੀ ਹੋਈ ਹੈ ਸਿਰਫ ਉਹੀ ਇਨਹੈਰਿਟ ਕਰੂਗੀ, ਸੈਕੰਡ ਥਰਡ ਹੁਣ ਨਹੀਂ ਕਰੂਗੀ। ਜਾਂ ਉਹਦਾ ਡਿਵੋਰਸ ਹੋ ਗਿਆ ਹੋਵੇ
ਜਾਂ ਉਹ ਪਹਿਲੀ ਵਾਈਫ ਮਰ ਗਈ ਹੋਵੇ, ਫਿਰ ਸੈਕੰਡ ਟਾਈਮ ਵਿਆਹ ਕਰਾਉਂਦਾ, ਫਿਰ ਉਹਦੀ ਉਹ ਵੈਲਿਡ ਲੀਗਲ ਵੈਲਿਡ ਵਾਈਫ ਹੈ, ਫਿਰ ਉਹ ਇਨਹੈਰਿਟ ਕਰੂਗੀ। ਪਰ ਦੋ ਜਨਾਨੀਆਂ ਇਕੱਠੀਆਂ ਨਹੀਂ ਹੁਣ ਕਰ ਸਕਦੀਆਂ। ਹੈਲੋ। ਹਾਂਜੀ ਹਾਂਜੀ ਹਾਂਜੀ, ਮੈਂ ਇੰਦਰਦੇਵ ਸਿੰਘ, ਰਿਟਾਇਰ ਤਹਿਸੀਲਦਾਰ। ਹਾਂਜੀ ਸਰ। ਹਾਂਜੀ 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 ਇੱਕ ਛੋਟੀ ਜਿਹੀ ਕੁਐਰੀ ਹੈ ਇੱਥੇ। ਹਾਂਜੀ ਹਾਂਜੀ ਇੱਕ ਬੰਦੇ ਨੇ 2 ਵਿਆਹ ਕਰਾਏ ਸੀ। ਹਾਂਜੀ ਪਹਿਲੀ ਮੈਰਿਜ ਜਿਹੜੀ ਹੈ ਉਹਦੇ ਚੋਂ ਇੱਕ ਮੁੰਡਾ, ਹਾਂਜੀ ਦੂਜੀ ਮੈਰਿਜ ਚੋਂ ਇੱਕ ਕੁੜੀ। ਹਾਂਜੀ ਦੂਜੀ ਵਾਈਫ ਦੀ ਡੈਥ ਹੋ ਗਈ। ਉਹਦੀ ਪ੍ਰਾਪਰਟੀ ਜਿਹੜੀ ਹੈ ਉਹਦੀ ਕੁੜੀ ਨੂੰ ਜਾਣੀ, ਪਲੱਸ ਉਹਦੇ ਹਾਂਜੀ। ਹਸਬੈਂਡ ਨੂੰ, ਪਲੱਸ ਉਹਦੇ ਫਾਦਰ ਨੂੰ ਜਾਣੀ। ਮਤਲਬ ਉਹਦੀ ਦੂਜੀ ਮੈਰਿਜ ਹੋਈ। ਵਾਈਫ ਦੇ ਨਾਲ ਪ੍ਰਾਪਰਟੀ ਸੀਗੀ। ਹਾਂ, ਵਾਈਫ ਦੇ ਨਾਲ ਪ੍ਰਾਪਰਟੀ ਸੀ, ਉਹਦੀ ਡੈਥ ਹੋ ਗਈ। ਹਾਂਜੀ 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 ਉਹਦੀ ਪ੍ਰਾਪਰਟੀ ਉਹਦੀ ਕੁੜੀ ਨੂੰ ਗਈ ਤੇ ਨਾਲ ਉਹਦੇ ਹਸਬੈਂਡ ਨੂੰ ਚਲੀ ਗਈ। ਦੇਖੋ, ਪਹਿਲੀ ਵਾਈਫ ਦੇ ਜਿਉਂਦੇ ਉਹਨੇ ਦੂਜਾ ਵਿਆਹ ਕਰਾ ਲਿਆ। ਹਾਂਜੀ ਹਾਂਜੀ, ਬਿਲਕੁਲ। ਉਹ ਮੈਰਿਜ ਵੈਲਿਡ ਨਹੀਂ ਹੈਗੀ, ਪਰ ਉਹ ਦੇਖ ਚਲੋ ਮੈਰਿਜ ਨਹੀਂ ਵੈਲਿਡ ਨਹੀਂ ਹੈਗੀ। ਉਹਦੀ ਉਹਦੀ ਬੱਚੀ ਜਿਹੜੀ ਹੈਗੀ ਹੈ ਉਹ ਲੈਜੀਟੀਮੇਟ ਹੈ, ਉਹਦੀ ਕੁੜੀ ਨੂੰ ਜਾਊ, ਇਕੱਲੀ ਨੂੰ ਕੁੜੀ ਨੂੰ ਜਾਊਗੀ, ਉਹਦੇ ਹਸਬੈਂਡ ਨੂੰ ਵੀ ਜਾਊਗੀ। ਨਹੀਂ ਜਾਊਗੀ, ਕਿਉਂਕਿ ਉਹ ਮੈਰਿਜ ਵੈਲਿਡ ਨਹੀਂ ਹੈਗੀ। ਬਟ ਇਜ਼ ਇਟ ਰਿਟਨ ਇਨ ਦਾ ਐਕਟ ਕਿ ਮੈਰਿਜ ਵੈਲਿਡ ਹੋਣੀ ਚਾਹੀਦੀ ਆ? ਦੇਖੋ, ਲੈਜੀਟੀਮੇਟ ਦਾ ਮਤਲਬ ਹੀ ਇਹੀ ਹੈ। ਤੁਸੀਂ ਡੈਫੀਨੇਸ਼ਨ ਪੜ੍ਹੋ। ਹਸਬੈਂਡ ਵਾਸਤੇ ਤੇ ਨਹੀਂ ਲਿਖਿਆ ਕਿਤੇ। ਜਦੋਂ ਮੈਰਿਜ ਲੈਜੀਟੀਮੇਟ ਚਿਲਡਰਨ ਤਾਂ ਲਿਖੇ ਆ। ਹਿੰਦੂ ਮੈਰਿਜ ਐਕਟ ਮੁਤਾਬਕ ਉਹ ਮੈਰਿਜ ਵੈਲਿਡ ਨਹੀਂ ਹੈਗੀ, ਤਾਂ ਹਾਊ ਕੈਨ ਬੀ ਹਿਜ਼ ਹਸਬੈਂਡ? We are not going into the Hindu Marriage Act. We are going into the Hindu Adoption Act. ਨਹੀਂ, ਸਕਸੈਸ਼ਨ ਐਕਟ ਦੀ ਗੱਲ ਕਰਦੇ ਨਾ ਆਪਾਂ। ਸਕਸੈਸ਼ਨ ਐਕਟ, ਹਾਂ, ਯੈਸ, ਹਾਂ। ਇਹਦੇ ਦੇਖੋ, ਇਹਨੂੰ ਸਾਰਿਆਂ ਨੂੰ ਆਪਾਂ ਇੰਟਰਪਲੇ ਕਰਨਾ ਪੈਣਾ। ਹਿੰਦੂ ਮੈਰਿਜ ਐਕਟ ਨੂੰ ਵੀ ਇੰਟਰਪਲੇ ਕਰਨਾ ਪੈਣਾ, ਕਿਉਂਕਿ ਰਿਲੇਸ਼ਨਸ਼ਿਪ ਦੀ ਲੈਜੀਟੀਮੇਸੀ ਤਾਂ ਉੱਥੋਂ ਰਾਈਜ਼ ਹੁੰਦੀ ਹੈ। ਕਿਉਂਕਿ ਮੈਂ ਇਹੋ ਜਿਹਾ ਇੱਕ ਇੰਤਕਾਲ ਕਰਵਾਇਆ ਹੈ ਨਾ ਕਿਧਰੇ। ਚਲੋ ਹੋ ਗਿਆ ਤਾਂ ਵੈਲ ਐਂਡ ਗੁੱਡ, ਕੋਈ ਗੱਲ ਨਹੀਂ। ਹੁਣ ਗੱਲ ਪ੍ਰੋਬਲਮ ਇੱਕ ਹੋਰ ਫਸ ਗਈ ਨਾ ਉੱਥੇ। ਹੋ ਗਿਆ ਇੰਤਕਾਲ, ਉਹਦੇ ਹਸਬੈਂਡ ਦੇ ਨਾਮ ਵੀ ਹੋ ਗਈ ਅੱਧੀ ਪ੍ਰਾਪਰਟੀ, ਕੁੜੀ ਦੇ ਨਾਮ ਵੀ ਹੋ ਗਈ। ਹਾਂ। ਹੁਣ ਉਹ ਹਸਬੈਂਡ ਦੀ ਜਦੋਂ ਡੈਥ ਹੋਣੀ ਆ, ਹਾਂਜੀ, ਉਹਦੀ ਪ੍ਰਾਪਰਟੀ ਪਹਿਲੀ ਵਾਈਫ ਦੇ ਬੱਚੇ ਨੂੰ ਜਾਣੀ ਹੈ ਨਾਲ। ਉਹ ਪ੍ਰਾਪਰਟੀ ਜਿਹੜੀ ਸੈਕੰਡ ਵਾਈਫ ਚ ਉਹਨੂੰ ਮਿਲੀ ਆ, ਤੁਸੀਂ ਦੇ ਹੀ ਦਿੱਤੀ ਤਾਂ ਫਿਰ ਉਹ ਜਾਊਗੀ। ਨਹੀਂ, ਦੋਵਾਂ ਨੂੰ ਜਾਊਗੀ ਨਾ ਫਿਰ, ਲੈਜੀਟੀਮੇਟਾਂ ਨੂੰ। ਹਾਂਜੀ ਹਾਂ, ਦੋਹਾਂ ਨੂੰ ਜਾਊਗੀ। ਬਸ ਇਹੀ ਮੇਰੀ ਕੁਐਰੀ ਸੀ। ਇਲੈਜੀਟੀਮੇਸੀ ਜਿਹੜੀ ਹੈਗੀ ਹੈ ਨਾ, ਉਹ ਫੈਮਿਲੀ ਵਾਸਤੇ ਹੈ, ਫਾਦਰ ਮਦਰ ਵਾਸਤੇ ਇਲੈਜੀਟੀਮੇਸੀ ਹੈ ਨਹੀਂਗੀ। ਠੀਕ ਹੈ, ਹਾਂ। ਪਰ ਇਹ ਹੈ ਵੀ ਹੁਣ ਉਹ ਹਸਬੈਂਡ ਨੂੰ ਜਾ ਚੁੱਕੀ ਹੈ ਉਹਦੀ ਪ੍ਰਾਪਰਟੀ ਜਿਹੜੀ ਹੈ। ਦੇਤੀ ਤੇ ਕੋਈ ਰੌਲਾ ਨਹੀਂ ਪਿਆ, ਵੈਲ ਐਂਡ ਗੁੱਡ। ਪਰ ਠੀਕ ਹੈ, ਪੈਣ ਨਹੀਂ ਦਿੰਦੇ ਨਾ। ਹਾਂ, ਉਹਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਹੁਣ ਦੋਹਾਂ ਪਾਸੇ ਹੀ ਜਾਊਗੀ। ਚਲੋ, ਥੈਂਕ ਯੂ ਜੀ, ਥੈਂਕ ਯੂ। ਇਹ ਅਪਡੇਟ ਕਿਹੜੀ ਲਵਾਂਗੇ ਆਪਾਂ, ਜਿਹੜੀ ਸੈਕੰਡ ਮੈਰਿਜ ਦੀ ਕੋਈ ਆਰਡਰ ਕਿੰਨਾ ਸਾਲ? ਹਾਂਜੀ, ਹੈਲੋ, ਜਿਹੜੀ ਕੱਟ ਡੇਟ ਹੈ ਸੈਕੰਡ ਮੈਰਿਜ ਦੀ, ਹਾਂਜੀ, ਕਿਹੜੀ ਡੇਟ ਤੋਂ ਆਵਾਂਗੇ? ਜਿਹੜੀ ਮੈਰਿਜ ਦੀ ਕੱਟ ਆਫ ਡੇਟ ਹੈ ਸੈਕੰਡ ਮੈਰਿਜ ਦੀ, ਹਾਂ, ਉਸ ਪਰ ਇਨਹੈਰਿਟੈਂਸ ਨਹੀਂ ਜਾਂਦੀ। ਹਿੰਦੂ ਮੈਰਿਜ ਐਕਟ 1955 ਦੇ ਵਿੱਚ ਲਾਗੂ ਹੋਇਆ ਜੀ। 1956 ਤੋਂ 55 ਚ ਹਿੰਦੂ ਮੈਰਿਜ ਐਕਟ 1955 ਚ ਲਾਗੂ ਹੋਇਆ। ਉਦੋਂ ਤੋਂ ਹੀ ਕੱਟ ਆਫ ਡੇਟ ਹੋ ਗਈ। ਉਹੀ ਕੱਟ ਆਫ ਡੇਟ ਹੋ ਗਈ, ਉਹੀ ਕੱਟ ਆਫ ਡੇਟ ਹੋ ਗਈ। ਸਰ ਇੱਕ ਜਿਵੇਂ ਹੁਣ ਇਸ ਤੋਂ ਬਾਅਦ ਜਿਹੜੀ ਹੋਈਆਂ ਡਬਲ। ਇੱਕ ਮਿੰਟ। ਹੈਲੋ, ਹਾਂਜੀ, ਇੱਕ ਮਿੰਟ ਹੋਲਡ ਕਰੋ। ਇਹ ਹਾਂਜੀ 1960 ਦੇ ਵਿੱਚ ਜਿਹੜਾ ਹੈਗਾ ਇਹ ਲਾਗੂ ਕੀਤਾ। ਉਹ ਵੈਲਿਡ 17 ਜੂਨ 1956 ਨੂੰ ਜਿਹੜਾ ਹੈਗਾ ਹਿੰਦੂ ਸਕਸੈਸ਼ਨ ਐਕਟ ਲਾਗੂ ਹੋਇਆ ਜੀ। ਤੇ ਹੋਲਡ ਕਰੋ 18 ਮਈ 1955 ਨੂੰ ਜਿਹੜਾ ਹਿੰਦੂ ਮੈਰਿਜ ਐਕਟ ਲਾਗੂ ਕੀਤਾ ਜੀ। 18 ਮਈ 1955 18 ਮਈ 1955 ਨੂੰ ਜਿਹੜਾ ਹੈਗਾ ਇਹ ਲਾਗੂ ਹੋਇਆ। ਮਤਲਬ ਉਸ ਤਰੀਕ ਤੋਂ ਬਾਅਦ ਜੇ ਬੰਦੇ ਨੇ ਸੈਕੰਡ ਮੈਰਿਜ ਕਰਾਈ ਹੈ ਤਾਂ ਉਹ ਮੈਰਿਜ ਇਨਵੈਲਿਡ ਬਣੀ ਜਾਂਦੀ ਹੈ। ਸਰ ਇੱਕ ਨਾ ਇਸ ਵਿੱਚ ਕਰ ਰਹੇ ਹਾਂ
ਜਿਹੜਾ ਇਸ਼ੂ ਆਉਂਦਾ ਹੈਗਾ, ਤਾਂ ਜਿਵੇਂ ਸਰ ਆਪਣੇ ਨਾਰਮਲੀ ਚੱਲਦਾ ਹੈ ਕਿ ਜਿਵੇਂ ਦੋ ਬ੍ਰਦਰਸ ਹੈ, ਉਹਨਾਂ ਵਿੱਚੋਂ ਇੱਕ ਦੀ ਡੈਥ ਹੋ ਜਾਂਦੀ ਹੈ, ਤਾਂ ਉਹਦੀ ਵਾਈਫ ਨੂੰ ਮੋਸਟਲੀ ਉਹਦੇ ਜਿਹੜੇ ਯੰਗਰ ਬ੍ਰਦਰ ਜਾਂ ਜਿਹੜਾ ਵੀ ਬ੍ਰਦਰ ਹੈਗਾ ਉਹਦੇ ਨਾਲ ਉਹ ਪੱਗ ਦੇਣਾ ਜਿਹਨੂੰ ਆਪਾਂ ਕਹਿੰਦੇ ਉਵੇਂ ਉਹ ਦੇ ਦਿੰਦੀ ਹੈ। ਤਾਂ ਉਸ ਕੇਸ ਦੇ ਵਿੱਚ ਉਹ ਜਿਹੜਾ ਬ੍ਰਦਰ ਹੈਗਾ ਉਹਦੇ ਕੋਲ 2 ਵਾਈਫਸ ਹੋ ਜਾਂਦੀਆਂ, ਜਦਕਿ ਪਹਿਲਾਂ ਵੀ ਵਾਈਫ ਹੁੰਦੀ ਹੈ, ਤਾਂ ਦੂਜੇ ਉਹ ਬ੍ਰਦਰ ਦੀ ਵਾਈਫ ਨਹੀਂ, ਦੂਜੇ ਨੂੰ ਕਿਵੇਂ ਦੇ ਦਾਂਗੇ ਆਪਾਂ? ਸਰ ਜਿਹੜੀ ਹੁਣ ਸੈਕਿੰਡ, ਦੇਖੋ ਜੇ ਕੁਆਰੇ ਭਰਾ ਨੂੰ ਦਿੰਦੇ ਆ ਫਿਰ ਤਾਂ ਉਹ ਮੈਰਿਜ ਵੈਲਿਡ ਹੈਗੀ ਆ। ਜੇ ਆਪਾਂ ਉਹਨੂੰ ਦਿੰਦੇ ਆ ਵਿਆਹੇ ਹੋਏ ਦਿੰਦੇ ਫਿਰ ਤਾਂ ਇਨਵੈਲਿਡੀ ਹੋ ਗਈ ਜੀ, ਭਾਵੇਂ ਤੁਹਾਡੇ ਕਸਟਮ ਹੈਗਾ, ਕਸਟਮ ਵੀ ਓਵਰਰੂਲ ਹੋ ਚੁੱਕੇ ਨੇ। ਓਕੇ, ਹਾਂ 2 ਵਾਈਫਾਂ ਤੇ ਹੋਣੀਆਂ ਹੀ ਨਹੀਂ ਨਾ, ਗੱਲ ਤੇ ਮੁੱਕ ਗਈ ਉੱਥੇ। ਹਾਂਜੀ ਹਾਂ, ਰਾਈਟ। ਇਹਦਾ ਰੂਲ 2 ਹੈ ਸੀ, the surviving sons and daughters and mother of the intestate will shall take each one share. Surviving sons and daughters and mother of the intestate shall take each one share. ਮਤਲਬ ਵੀ ਇੱਕ ਸ਼ੇਅਰ ਵਾਈਫ ਨੂੰ ਚਲਾ ਗਿਆ ਜੀ, ਚਾਹੇ ਉਦੋਂ 2 ਸੀਗੀਆਂ 3 ਸੀਗੀਆਂ ਜਾਂ ਹੁਣ ਤਾਂ ਇੱਕੋ ਹੀ ਮੰਨੀ ਜਾਊਗੀ, ਇੱਕ ਨੂੰ ਚਲਾ ਗਿਆ ਜੀ। ਸਰਵਾਈਵਿੰਗ ਸਨਸ ਕਿੰਨੇ ਨੇ, ਉਹਨਾਂ ਦਾ 1 ਸ਼ੇਅਰ, ਡਾਟਰਸ ਕਿੰਨੀਆਂ ਨੇ, ਉਹਨਾਂ ਦਾ 1 ਸ਼ੇਅਰ, ਤੇ ਮਦਰ ਦਾ 1 ਸ਼ੇਅਰ। ਸਪੋਜ਼ ਕਰੋ ਇੱਕ ਘਰ ਵਾਲੀ ਹੈ, ਇੱਕ ਮਦਰ ਹੈ, 3 ਜਵਾਕ ਮੁੰਡੇ ਨੇ, 2 ਕੁੜੀਆਂ ਨੇ, ਕਿੰਨੇ ਜਣੇ ਹੋ ਗਏ ਜੀ? ਇਹ 7 ਜਣੇ ਹੋ ਗਏ। ਤਾਂ ਮਦਰ ਨੂੰ ਵੀ 1/7 ਸ਼ੇਅਰ, ਵਾਈਫ ਨੂੰ ਵੀ 1/7 ਸ਼ੇਅਰ, ਮੁੰਡਿਆਂ ਨੂੰ ਵੀ 1/7 ਸ਼ੇਅਰ, ਤੇ 2 ਕੁੜੀਆਂ ਉਹਨਾਂ ਨੂੰ ਵੀ 1/7 ਸ਼ੇਅਰ ਜਾਣਾ ਹੈ ਜੀ। ਠੀਕ ਹੈ ਜੀ, ਚੱਲੀਏ ਅੱਗੇ। ਚਲੋ ਜੀ। ਇੱਕ ਜੀ ਇਹਦੇ ਵਿੱਚ ਸਰ ਜਿਸ ਤਰ੍ਹਾਂ ਹੈ ਅਗੇਨ ਤੁਹਾਡੀ ਆਵਾਜ਼ ਕਾਫੀ ਕੱਟੀ ਜਾ ਰਹੀ ਹੈ, ਆਵਾਜ਼ ਕੱਟੀ ਜਾ ਰਹੀ ਹੈ, ਜਾਂ ਤਾਂ ਵੀਡੀਓ ਆਫ ਕਰਕੇ ਇੱਕ ਵਾਰ ਕੁਐਸਚਨ ਪੁੱਛ ਕੇ ਦੇਖਿਓ, ਵੀਡੀਓ ਆਫ ਕਰ ਦਿਓ ਆਪਦੀ। ਹਾਂ ਵੀਡੀਓ ਆਫ ਕਰਦਾ ਜੀ। ਹੈਲੋ, ਹਾਂਜੀ ਹਾਂਜੀ, ਹੁਣ ਠੀਕ ਹੈ? ਉਹਦੇ ਵਿੱਚ ਕੀ ਹੋਈ ਹੈ ਉਹਨਾਂ ਦੇ? ਨਹੀਂ ਜੀ, ਸਾਫ਼ ਨਹੀਂ ਆ ਰਹੀ ਪ੍ਰਵੀਨ ਤੁਹਾਡੀ ਆਵਾਜ਼। ਸਾਫ਼ ਨਹੀਂ ਆ ਰਹੀ ਜੀ ਤੁਹਾਡੀ ਆਵਾਜ਼, ਫਿਰ ਤੋਂ ਤੁਸੀਂ ਜਾਂ ਤਾਂ ਗਰੁੱਪ ਦੇ ਵਿੱਚ ਪਾ ਦਿਓ ਜਾਂ ਚੈਟ ਬਾਕਸ ਦੇ ਵਿੱਚ ਪਾ ਦਿਓ। ਮੈਂ ਜੀ ਬਾਹਰ ਜਾਣਾ ਯਾਰ ਇਹ ਮੈਨੂੰ ਲੱਗਦਾ ਵਿਨੇ ਜੀ, ਹਾਂਜੀ ਹਾਂਜੀ, ਇਹ ਨਾ ਪਾਵਰ ਉਹਦੇ ਚ ਹੈ ਨਹੀਂ ਗੇ, ਮੈਨੂੰ ਲੱਗਦਾ ਰੇਂਜ ਚ ਹੈ ਨਹੀਂ ਗੇ, ਰੇਂਜ ਚ ਨਹੀਂ ਬੈਠੇ। ਪ੍ਰਵੀਨ ਜੀ ਜਾਂ ਤਾਂ ਨਾ ਨੈਟ ਘਰੇ ਦੂਜਾ ਲਵਾਓ ਤੁਹਾਡੇ। ਠੀਕ ਹੈ ਜੀ, ਆਈ ਵਾਰੀ ਪ੍ਰੋਬਲਮ ਆਉਂਦੀ ਤੁਹਾਡੇ। ਠੀਕ ਹੈ ਜੀ, ਠੀਕ ਹੈ ਜੀ, ਠੀਕ। ਤੁਸੀਂ ਨਾ ਕੁਐਸਚਨ ਲਿਖ ਕੇ ਵਿਨੇ ਜੀ ਨੂੰ ਭੇਜ ਦਿਓ, ਪੁੱਛ ਲੈਣਗੇ। ਹਾਂਜੀ ਹਾਂਜੀ, ਤੁਸੀਂ ਗਰੁੱਪ, ਠੀਕ ਹੈ ਸਰ, ਹਾਂਜੀ ਕੰਟੀਨਿਊ ਕਰ ਲਓ ਸਰ, ਮੈਂ ਪੁੱਛ ਲੂੰਗਾ ਜਦੋਂ ਮੈਨੂੰ ਭੇਜਣਾ। The hairs in the branch of each predeceased son and each predeceased daughter of the intestate shall take between them 1 share. ਸਪੋਜ਼ ਕਰੋ ਆਪਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਵੀ ਇੱਕ ਬੰਦੇ ਦੇ 1 ਮਦਰ ਹੈ, 1 ਵਾਈਫ ਹੈ, 3 ਮੁੰਡੇ ਹੈ, 2 ਕੁੜੀਆਂ, 1/7 ਸ਼ੇਅਰ ਹੋ ਗਿਆ। ਉਹਨਾਂ ਵਿੱਚੋਂ ਇੱਕ ਮੁੰਡਾ ਉਹ ਤੋਂ ਪਹਿਲਾਂ ਮਰ ਗਿਆ, ਤਾਂ ਜਿਹੜੇ ਉਹਦੇ ਜਿਉਂਦੇ ਬੱਚੇ ਨੇ ਤੇ ਉਹਦੀ ਵਾਈਫ ਹੈ, ਤੇ ਉਹਨਾਂ ਨੂੰ 1/7 ਸ਼ੇਅਰ ਜਾਣਾ ਹੈ। ਤਾਂ ਉਹ 1/7 ਸ਼ੇਅਰ ਕਿਵੇਂ ਡਿਵਾਈਡ ਕਰਨਾ? ਸਪੋਜ਼ ਕਰੋ ਵੀ ਉਹਦੇ 1 ਘਰ ਵਾਲੀ ਹੈ ਤੇ 1 ਉਹਦੀ ਮਦਰ ਵੀ ਆ ਗਈ ਜੀ, ਠੀਕ ਹੈ, ਉਹ ਜਿਉਂਦੀ ਆ ਹਜੇ, ਤੇ 2 ਉਹਦੇ ਮੁੰਡੇ ਆ ਗਏ, ਤਾਂ ਜਿਹੜਾ ਉਹਦਾ 1/7 ਸ਼ੇਅਰ ਹੈਗਾ ਉਹ 4 ਥਾਂ ਡਿਵਾਈਡ ਹੋਣਾ। ਸਰ ਦੁਬਾਰਾ ਦੱਸਿਓ ਜੀ, ਦੁਬਾਰਾ ਦੱਸਿਓ। ਨਹੀਂ, ਮਦਰ ਨੂੰ ਫਿਰ ਦੁਬਾਰਾ ਜਾਣਾ 1 ਹੋਰ ਸ਼ੇਅਰ? ਹਾਂਜੀ ਹਾਂ, ਨਹੀਂ ਪਿਕ ਤਾਂ ਉਹਨੂੰ 1/7 ਮਿਲਣਾ ਹੀ ਮਿਲਣਾ ਉਹਦੀ ਪ੍ਰਾਪਰਟੀ ਚੋਂ। ਇਹਦੇ ਵਿੱਚ ਕਾਫੀ ਕੰਟਰੋਵਰਸੀ ਸੀਗੀ, ਪਰ ਸੁਪਰੀਮ ਕੋਰਟ ਨੇ ਪਿੱਛੇ ਜੇ 20 ਸਾਲ ਪਹਿਲਾਂ ਸੈਟਲ ਕੀਤੀ ਹੈ ਵੀ ਉਹਦੇ ਸ਼ੇਅਰ ਦੇ ਵਿੱਚ ਜਿਹੜਾ ਉਹਨੂੰ 1/7 ਸ਼ੇਅਰ ਹੈਗਾ ਉਹਦੇ 'ਚ ਉਹਦੇ ਮਦਰ ਫਿਰ ਜਾਣਾ ਹੈਗਾ 1/4 of 1/7 ਫਿਰ ਜਾਣਾ। ਹਾਂ, 1/28 1/28 ਹਿੱਸਾ ਹੋ ਗਿਆ। ਹਾਂ ਹਾਂ, ਆਹੋ, ਯੈਸ, ਠੀਕ ਹੈ ਸਰ, ਠੀਕ ਹੈ ਸਰ। ਅੱਛਾ, ਮਤਲਬ ਕਲੀਅਰ ਕਰ ਦਿਓ, ਕਾਈਂਡਲੀ ਇੱਕ ਵਾਰ ਰਿਪੀਟ ਕਰ ਦਿਓ ਸਰ। Hairs in the branch of each predeceased son or each predeceased daughter shall reside between 1 share. Hairs in the branch of each predeceased son and each predeceased daughter of the intestate shall take between them 1 share. ਹੁਣ hairs of predeceased son ਕੌਣ ਨੇ? ਮਦਰ ਵੀ ਹੈਗੀ ਉਹਦੇ ਵਿੱਚ, ਹੈਗੀ ਹੈ,
ਇਸ ਤੋਂ ਪਹਿਲਾਂ 20 ਸਾਲ ਪਹਿਲਾਂ ਸੁਪਰੀਮ ਕੋਰਟ ਕੋਲੇ ਕੁਐਸਚਨ ਰੇਜ਼ ਹੋਇਆ ਸੀਗਾ, ਉਹਨਾਂ ਨੇ ਫੁੱਲ ਬੈਂਚ ਨੇ ਫੈਸਲਾ ਦਿੱਤਾ ਸੀਗਾ। ਉਦੋਂ ਪਹਿਲਾਂ ਉੱਥੇ ਜਦੋਂ ਆਹ ਰੂਲ 3 ਦੇ ਵਿੱਚ ਕੀ ਸੀਗਾ, ਉਹਨਾਂ ਨੂੰ ਮਦਰਸ ਨੂੰ ਇਗਨੋਰ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹਦੇ ਇਹ ਆਪਾਂ ਹੁਣ ਤੱਕ ਇਗਨੋਰ ਹੀ ਕਰਦੇ ਆਏ ਵੈਸੇ। ਹਾਂ, ਹੇਅਰਸ ਲਿਖਿਆ ਨਾ ਉਹਦੇ ਚ, ਜਾਂ ਤੱਕ ਹੇਅਰਸ ਦਾ ਲਿਖਿਆ ਹੁੰਦਾ, ਕੱਲਾ ਲਿਖਿਆ ਹੁੰਦਾ ਵੀ ਉਹਦੇ ਸਨਸ ਐਂਡ ਡਾਟਰਸ ਨੂੰ ਇੰਨਾ ਸ਼ੇਅਰ ਜਾਣਾ ਜਾਂ ਉਹਦੀ ਵਾਈਫ ਨੂੰ ਹੇਅਰਸ ਲਿਖਿਆ, ਹੇਅਰਸ ਦੇ ਵਿੱਚ ਮਦਰ ਵੀ ਆਉਂਦੀ ਹੈ। ਜੀ ਸਰ। ਹਾਂਜੀ ਕਲੀਅਰ ਹੈ ਜੀ, ਚਲੀਏ ਅੱਗੇ। ਹਾਂਜੀ ਹਾਂਜੀ ਸਰ, ਕਲੀਅਰ। Distribution of shares referred to in Rule 3. Among the heirs in branch of predeceased son shall be so made that his widow or widows together and surviving sons and daughters get equal proportions, and branch of predeceased son gets same proportion. ठीक है जी। Among the heirs in branch of predeceased son shall be so made that his widow or widow together and surviving sons and daughters get equal portions, and branch of predeceased sons get same portion. ਵੀ ਉਹਦੇ ਗਾਹਾਂ ਜਿਹੜਾ ਪੋਤਾ ਸਪੋਜ਼ ਕਰੋ ਵੀ predeceased son ਦਾ ਵੀ son ਅੱਗੇ ਮਰਿਆ ਹੋਇਆ, ਉਹਦੇ ਗਾਹਾਂ ਬੱਚੇ ਹੈਗੇ ਨੇ, ਤਾਂ ਉਹਨੂੰ ਮਤਲਬ 1/28 ਚੋਂ ਵੀ ਸ਼ੇਅਰ ਜਾਣਾ, ਉਹਨੂੰ 1/28 ਚੋਂ ਸ਼ੇਅਰ ਜਾਣਾ। ਸਰ ਕਿਹੜੇ ਵਾਲਾ ਪੜ੍ਹ ਰਹੇ ਹੋ? ਨਹੀਂ, ਦੁਆਰੇ ਸਰ। ਰੂਲ 4 ਦਾ ਪਾਰਟ 1। ਤੁਸੀਂ ਇਹ ਜਿਹੜਾ ਉੱਪਰ ਸ਼ੋਅ ਕੀਤਾ ਨਾ, ਉਹ ਗਲਤ ਕਰਤਾ ਜੀ ਵਿਨੇ ਜੀ। ਹਾਂ, ਰੂਲ 4 ਸਰ 12 ਦਾ ਰੂਲ ਨਹੀਂ 10 ਦਾ ਰੂਲ 4 ਪਾਰਟ 1 ਨਹੀਂ, ਉਹ ਫਿਰ ਆ ਨਹੀਂ ਰਿਹਾ ਉੱਪਰ ਸਕਰੀਨ ਤੇ। ਠੀਕ ਹੈ ਸਰ, ਠੀਕ ਹੈ, ਹੁਣ ਮੈਂ ਕਰਤਾ, ਹੁਣ ਆ ਗਿਆ। Among the higher branch of predeceased son shall be so made that his widow or widow together, surviving sons and daughters get equal portions, and branch of his predeceased son get the same portion. ਮਤਲਬ 1/4 1/7 ਦੇ ਵਿੱਚ ਜਿਹੜਾ ਉਹਦਾ ਹੈਗਾ, ਉਹ ਵੀ ਇੱਕ ਮੁੰਡਾ ਮਰਿਆ ਹੋਇਆ, ਤਾਂ ਉਹਦਾ ਜਿਹੜਾ ਪੋਤਾ ਹੈ, ਉਹਦਾ ਗਾਹਾਂ ਵਾਰਸ ਹੈਗੇ ਨੇ, ਉਹ 1/28 ਦੇ ਹੀ ਲਾਇਬਲ ਹੋਣਗੇ, ਉਹਨਾਂ ਦੇ ਨਾਲ 1/7 ਦੇ ਵਿੱਚ ਦੀ ਆਉਣਗੇ। ਸਰ ਇਹਦੇ ਵਿੱਚ ਫਿਰ ਉਹਨਾਂ ਨੇ ਮਦਰ ਨਹੀਂ ਲਿਖਿਆ ਹੋਇਆ, ਜਿਵੇਂ ਹੁਣ ਇੱਥੇ ਅੱਗੇ ਪ੍ਰੀ ਡਿਜ਼ੀਜ਼ ਹੁੰਦਾ ਹੈ, ਪਰ ਉਥੇ ਸੁਪਰੀਮ ਕੋਰਟ ਨੇ ਇੰਟਰਪ੍ਰੀਟੇਸ਼ਨ ਦਿੱਤੀ ਸੀ ਰੂਲ 3 ਤੇ ਰੂਲ 4 ਦੀ, ਉਹਦੇ ਵਿੱਚ ਮਦਰ ਨੂੰ ਦਿੱਤਾ ਸੀ ਉਹਨਾਂ ਰਾਈਟ। Among the heirs in branch of predeceased daughter shall be so made that surviving sons and daughters get equal portions. ਇਹਦੇ ਵਿੱਚ ਜਿਹੜਾ ਸੈਕਸ਼ਨ 4 ਹੈਗਾ, 4 ਦਾ 2 ਹੈਗਾ, heirs in branch of predeceased daughter shall be so made that surviving sons and daughters get equal portions. ਇਹਦੇ ਵਿੱਚ ਹਸਬੈਂਡ ਨੂੰ ਐਕਸਕਲੂਡ ਕੀਤਾ ਹੋਇਆ, ਮਤਲਬ ਜਿਹੜੇ ਇੱਕ ਬੰਦੇ ਨੂੰ ਆਦੇ ਸਹੁਰੇ ਦੀ ਪ੍ਰਾਪਰਟੀ ਤੇ ਉਹਦੀ ਵਾਈਫ ਮਰੀ ਹੋਈ ਹੈ, ਸਹੁਰੇ ਦੀ ਪ੍ਰਾਪਰਟੀ ਇਨਹੈਰਿਟ ਹੋ ਰਹੀ ਹੈ, ਤਾਂ ਉਹਨੂੰ ਨਹੀਂ ਮਿਲੂਗੀ, ਉਹਦੇ ਸਿਰਫ ਬੱਚਿਆਂ ਨੂੰ ਹੀ ਮਿਲੂਗੀ, ਕਿਉਂਕਿ ਉਹ ਸੈਕਸ਼ਨ 15 ਦੇ ਤਹਿਤ ਜਾ ਕੇ ਮਿਲਦੀ ਹੈ ਉਹਨੂੰ, ਉਹ ਇਹਦੇ ਵਿੱਚ ਨਹੀਂ ਮਿਲੂਗੀ। ਸਰ ਮਤਲਬ ਡਾਟਰ ਇਨ ਲਾਅ ਨੂੰ ਤਾਂ ਮਿਲ ਜੂਗੀ ਆਪਦੇ ਸਹੁਰੇ ਦੀ ਪ੍ਰਾਪਰਟੀ, ਪਰ ਜਿਹੜਾ ਮੇਲ ਹੈ ਉਹਨੂੰ ਨਹੀਂ ਮਿਲੂਗੀ ਆਪਦੇ ਸਹੁਰੇ ਦੀ, ਸਨ ਇਨ ਲਾਅ ਨੂੰ ਨਹੀਂ ਮਿਲੂਗੀ। ਹਾਂ, ਜਵਾਈ ਨੂੰ ਨਹੀਂ ਮਿਲਣੀ, ਨੂੰਹ ਨੂੰ ਮਿਲ ਜੇਗੀ, ਜਵਾਈ ਨੂੰ ਨਹੀਂ ਮਿਲੇਗੀ। ਠੀਕ ਹੈ, ਹਾਂਜੀ। ਚਲਿਏ ਜੀ ਅੱਗੇ। ਜੀ ਸਰ। Distribution of property among heirs in class 2 of the schedule. The property of an intestate shall be divided between heirs specified in any one entry in class 2 of the schedule so that they share equally. ਮਤਲਬ ਕਲਾਸ 2 ਦੇ ਵਿੱਚ 9 ਕੈਟਾਗਰੀਜ਼ ਨੇ। ਸ਼ਡਿਊਲ ਦੇਖੋ, ਸ਼ਡਿਊਲ ਲਾਓ ਜੀ, ਸ਼ਡਿਊਲ ਕਲਾਸ 2 ਦੇ ਵਿੱਚ 9 ਐਂਟਰੀਜ਼ ਨੇ। ਸਭ ਤੋਂ ਪਹਿਲਾਂ ਫਾਦਰ ਨੂੰ ਮਿਲਣੀ ਹੈ, ਜੇ ਕਲਾਸ 1 ਹੇਅਰ ਕੋਈ ਹੈ ਨਹੀਂਗਾ ਤਾਂ ਫਾਦਰ ਨੂੰ ਮਿਲਣੀ ਹੈ, ਉਹ ਇਕੱਲਾ ਹੀ ਮਾਲਕ ਹੋਊਗਾ ਉਸ ਪ੍ਰਾਪਰਟੀ ਦਾ। ਜੇ ਫਾਦਰ ਹੈ ਜੀ ਤਾਂ ਕਲਾਸ 2 ਦੇ ਵਿੱਚ ਸੈਕੰਡ ਐਂਟਰੀ ਆ ਗਈ ਜੀ, ਇਹਦੇ 'ਚ ਹੈਗਾ ਸਨਸ, ਡਾਟਰਸ, ਸਨਸ, ਡਾਟਰਸ, ਡਾਟਰ, ਬ੍ਰਦਰ ਐਂਡ ਸਿਸਟਰ, ਤਾਂ ਇਹ ਚਾਰਾਂ ਨੂੰ ਇਕੁਅਲ ਸ਼ੇਅਰ ਜਾਣਾ ਹੈ।
ਜੇ ਕਲਾਸ 2 ਦੇ ਵਿੱਚ ਸਨਸ ਡਾਟਰ ਸਨ ਹੈ ਨਹੀਂ ਤੇ ਸਨਸ ਡਾਟਰ ਹੈ ਨਹੀਂ, ਫਿਰ ਇਹ ਲਿਵਿੰਗ ਬ੍ਰਦਰ ਐਂਡ ਸਿਸਟਰ ਉਹਨਾਂ ਨੇ ਇਨਹੈਰਿਟ ਕਰਨੀ ਹੈ। ਜੇ ਇਹ ਚਾਰੇ ਐਂਟਰੀਆਂ ਵਾਲੇ ਹੈਗੇ ਬੰਦੇ ਤਾਂ ਚਾਰਾਂ ਨੂੰ ਜਾਣਾ ਹੈ। ਸਰ ਇਹਦੀ ਕੋਈ ਐਗਜ਼ਾਮਪਲ ਦਿਓ ਸਰ ਕੋਈ ਐਗਜ਼ਾਮਪਲ ਸਰ। ਸਨਸ ਡਾਟਰ ਸਨ ਸਰ ਇਹਨੂੰ ਕਾਈਂਡਲੀ ਨਾ ਉਹ ਦੂਜਾ ਮੈਨੂੰ ਲੱਗਦਾ ਸਨਸ ਡਾਟਰ ਸਨ, ਜਿਵੇਂ ਆਪਾਂ ਉਹ ਪੋਤਾ ਪੋਤੀ ਜਿਵੇਂ ਉਵੇਂ ਕਹਿੰਦੇ ਆ, ਉਵੇਂ ਕਰਕੇ ਮੈਨੂੰ ਲੱਗਦਾ ਜ਼ਿਆਦਾ ਜਲਦੀ ਸਮਝ ਆ ਜਾਊਗਾ। ਪੋਤੀ ਦਾ ਮੁੰਡਾ ਤੇ ਪੋਤੀ ਦਾ ਮੁੰਡਾ ਤੇ ਪੋਤੀ ਦੀ ਕੁੜੀ, ਪੜਪੋਤਾ ਤੇ ਪੜਪੋਤੀ ਆ ਗਏ। ਜੀ ਸਰ। ਸਨਸ ਡਾਟਰ ਸਨ, ਇਹਦਾ ਦੋਤਾ ਹੀ ਹੋ ਗਿਆ ਨਾ, ਦੋਤਾ ਹੋ ਗਿਆ ਸਰ। ਅੱਗੇ ਹੋ ਗਿਆ। ਹਾਂ, ਮੁੰਡੇ ਦਾ ਦੋਤਾ ਹੋ ਗਿਆ ਅੱਗੇ ਇਹ। ਹਾਂ, ਮੁੰਡੇ ਦਾ ਦੋਤਾ ਹੋ ਗਿਆ। ਉਹ ਮੁੰਡੇ ਦੀ ਦੋਤੀ ਹੋ ਗਈ। ਹਾਂਜੀ। ਹਾਂ, ਤੇ ਬ੍ਰਦਰ ਐਂਡ ਸਿਸਟਰ ਇਹ ਚਾਰਾਂ ਨੂੰ ਜਾਣੀ ਹੈ। ਪਰ ਇਹ ਰੇਅਰ ਹੀ ਚਾਂਸ ਹੁੰਦਾ ਵੀ ਸਨਸ ਡਾਟਰ ਸਨ ਹੋਵੇ ਤੇ ਸਨਸ ਡਾਟਰ ਹੋਵੇ, ਕਿਉਂਕਿ ਜੇ ਅਕਸਰ ਆ ਦੇਖਿਆ ਜਾਂਦਾ ਵੀ ਮੁੰਡਾ ਕੁੜੀ ਹੈ ਨਹੀਂ ਤਾਂ ਹੀ ਇਹ ਗਾਹਾਂ ਕਲਾਸ 2 ਨੂੰ ਜਾਂਦੀ ਹੈ। ਪਰ ਜੇ ਹੈਗੇ ਆ ਤਾਂ ਇਹਨਾਂ ਨੂੰ ਵੀ ਬਰਾਬਰ ਦੀ ਚੌਥਾ ਜਿੰਨੇ ਵੀ ਹੈਗੇ ਨੇ ਤਾਂ ਬਰਾਬਰ ਜਾਣੀ ਹੈ ਸਾਰਿਆਂ ਨੂੰ। ਹੁਣ ਇਹਦੇ ਚ ਕੁਐਸਚਨ ਰੇਜ਼ ਹੁੰਦਾ ਵੀ ਸਪੋਜ਼ ਕਰੋ ਸਨਸ ਡਾਟਰਸ ਸਨ 2 ਹੈ, ਸਨਸ ਡਾਟਰ 3 ਨੇ ਤੇ 2 ਬ੍ਰਦਰ ਤੇ 2 ਸਿਸਟਰ ਜੇ ਆਉਂਦੇ ਨੇ, ਤੇ ਇਹਨਾਂ ਨੂੰ 1/4 ਜਾਣੀ ਹੈ ਕਿ ਇਹਨਾਂ ਨੂੰ ਕਿਵੇਂ ਜਾਣੀ ਹੈ? ਇਹਦੇ ਵਿੱਚ ਹੈਗਾ ਵੀ ਹਾਂਜੀ, ਇਹਦਾ ਸਰ ਪਹਿਲਾਂ ਆਪਾਂ ਕਲੀਅਰ ਕਰ ਜੂ ਕਿਵੇਂ ਇਹਨਾਂ ਨੂੰ ਇੱਕ ਹਿੱਸਾ ਹੀ ਜਾਣਾ। ਸਾਰਿਆਂ ਨੂੰ ਬਰਾਬਰ ਜਾਣੀ ਹੈ। ਹਾਂ ਹਾਂਜੀ ਬਰਾਬਰ। ਸਪੋਜ਼ ਕਰੋ 2 ਹੈਗੇ ਨੇ ਦੋਤੀ ਦੇ ਮੁੰਡੇ ਤੇ 2 ਹੀ ਕੁੜੀਆਂ, ਇੱਕ ਭਰਾ ਤੇ ਇੱਕ ਭੈਣ ਹੈ, ਤਾਂ 6 ਹਿੱਸੇ ਹੋ ਗਏ। ਤਾਂ 1/6 ਜਾਣੀ ਇਹਨਾਂ ਨੂੰ। ਠੀਕ ਹੈ ਸਰ। ਕਿਉਂਕਿ ਜਿਹੜਾ ਰੂਲ ਹੈਗਾ 11 ਇਹੀ ਕਹਿੰਦਾ the property of interest shall be divided between his specified in any one entry so that they share equally। ਠੀਕ ਹੈ ਜੀ। ਜੇ ਇੱਕ ਹੀ ਹੈ ਫਿਰ ਤਾਂ ਕਲੀਅਰ ਹੀ 1/4 ਜਾਣਾ ਹੈ ਈਚ। ਸਪੋਜ਼ ਕਰੋ 3 ਭੈਣਾਂ ਬਚ ਗਈਆਂ, 2 ਭਰਾ ਬਚ ਗਏ, 5 ਹੋ ਗਏ ਤੇ 2 ਆ ਬਚ ਗਏ, ਹਨਾ? ਤਾਂ 5 ਤੇ 9 ਹੋ ਗਏ ਜੀ। ਇਹ ਤਾਂ ਸਭ ਨੂੰ 1/9 ਸ਼ੇਅਰ ਜਾਣਾ। ਠੀਕ ਹੈ ਜੀ। ਕਲੀਅਰ ਜੀ? ਹਾਂਜੀ ਸਰ। ਆਰਡਰ ਆਫ ਸਕਸੈਸ਼ਨ 12 ਹੈਗਾ ਜੀ। ਆਰਡਰ ਆਫ ਸਕਸੈਸ਼ਨ ਅਮੌਂਗ ਐਗਨੇਟਸ ਐਂਡ ਕੋਗਨੇਟਸ। ਸਭ ਤੋਂ ਪਹਿਲਾਂ ਐਗਨੇਟਸ ਨੂੰ ਜਾਣੀ ਹੈ, ਜੇ ਐਗਨੇਟਸ ਨਹੀਂ ਹੈਗੇ ਤਾਂ ਕੋਗਨੇਟਸ ਨੂੰ ਜਾਣੀ ਹੈ। The order of succession among agnates and cognates, as the case may be, shall be determined in accordance with the rules of preference laid down there hereunder. Of the two has one which has fewer degree or is preferred। ਮਤਲਬ ਵੀ ਐਗਨੇਟ ਦੇ ਵਿੱਚ ਵੀ ਤੁਸੀਂ ਲਾ ਲਓ ਵੀ ਬੰਦੇ ਦੇ ਹੋਰ ਸਾਰੇ ਹੈਰ ਖਤਮ ਹੋ ਗਏ ਤਾਂ ਉਹਨੂੰ ਰਿਲੇਟਡ ਨੇ ਵੀ ਇੱਕ ਬਚ ਗਿਆ ਉਹਦਾ ਚਾਚੇ ਦਾ ਪੋਤਾ ਬਚ ਗਿਆ ਤੇ ਇੱਕ ਬਚ ਗਿਆ ਚਾਚੇ ਦਾ ਇੱਕ ਹੋਰ ਫੈਮਿਲੀ ਚੋਂ ਚਾਚੇ ਦਾ ਪੜੋਤਾ ਹੈ, ਉਹ ਮੇਲ ਥਰੂ ਹੈ। ਤਾਂ ਜਿਹੜਾ ਚਾਚੇ ਦਾ ਪੋਤਾ ਹੈਗਾ ਭਾਵੇਂ ਦੀ ਉਹ ਕਲਾਸ 1 ਕਲਾਸ 2 ਹੇਅਰ 'ਚ ਨਹੀਂ ਆਉਂਦਾ ਤਾਂ ਉਹ ਐਗਨੇਟ ਕਰਕੇ ਇਨਹੈਰਿਟ ਕਰੂਗਾ। ਜਿਹੜਾ ਦੂਜੇ ਚਾਚੇ ਦਾ ਪੜਪੋਤਾ ਹੈਗਾ ਕਿਉਂਕਿ ਉਹ ਡਿਗਰੀ ਉਹਦੀ ਪਿੱਛੇ ਹੈਗੀ ਹੈ, ਇਸ ਕਰਕੇ ਉਹ ਇਨਹੈਰਿਟ ਨਹੀਂ ਕਰੂਗਾ। ਜਿਹੜਾ ਹਾਇਰ ਡਿਗਰੀ ਵਾਲਾ ਹੈਗਾ ਉਹ ਇਨਹੈਰਿਟ ਕਰੂਗਾ। ਕਲੈਰਿਟੀ ਆਈ ਕਿ ਨਹੀਂ ਆਈ ਜੀ? ਇਹ ਮਾੜੀ ਜੀ ਡਿਗਰੀ ਦੀ ਇੱਕ ਐਗਜ਼ਾਮਪਲ ਦੇ ਦਿਓ, ਕੀ ਹੈ ਡਿਗਰੀ? ਡਿਗਰੀ ਮਿਣੀ ਜਾਂਦੀ ਹੈ ਜੀ ਕਾਮਨ ਐਂਸੈਸਟਰ ਤੋਂ। ਸਪੋਜ਼ ਕਰੋ ਇੱਕ ਬੰਦੇ ਦੀ ਡੈਥ ਹੋ ਗਈ, ਉਹਦਾ ਫਾਦਰ ਤੇ ਦੂਜੇ ਦਾ ਫਾਦਰ ਤੇ ਉਹਨਾਂ ਦਾ ਗ੍ਰੈਂਡਫਾਦਰ ਸੇਮ ਹੈ,
ਠੀਕ ਹੈ ਜੀ। ਯੈਸ ਤਾਂ ਵੀ ਦਾਦੇ ਤੋਂ ਜਿੱਥੇ ਕਾਮਨ ਅਨਸੈਸਟਰ ਸ਼ੁਰੂ ਹੁੰਦਾ ਜੀ, ਉੱਥੋਂ ਡਿਗਰੀ ਚੱਕਣੀ ਹੈ। ਸਪੋਜ਼ ਕਰੋ ਵੀ ਤੁਹਾਡੇ ਚਾਚੇ ਤੇ ਮੁੰਡੇ ਦਾ ਤੇ ਤੁਹਾਡਾ ਕਾਮਨ ਅਨਸੈਸਟਰ ਕੌਣ ਹੈ? ਤੁਹਾਡਾ ਦਾਦਾ ਹੈ ਨਾ। ਯੈਸ ਉੱਥੋਂ ਡਿਗਰੀ ਚੱਕਣੀ ਹੈ। ਉਹ 1 ਨੰਬਰ ਹੋਊਗਾ ਡਿਗਰੀ ਦੇ ਵਿੱਚ, 2 ਨੰਬਰ ਤੇ ਤੁਹਾਡੇ ਫਾਦਰ ਦੇ ਚਾਚੇ ਆ ਗਏ, 3 ਨੰਬਰ ਤੇ ਤੁਸੀਂ ਆ ਗਏ, 3 ਨੰਬਰ ਤੁਹਾਡੇ ਚਾਚੇ ਦਾ ਮੁੰਡਾ ਆ ਗਿਆ। ਤੁਹਾਡੇ ਚਾਚੇ ਦਾ ਮੁੰਡੇ ਦਾ ਮੁੰਡਾ ਉਹ 4 ਨੰਬਰ ਤੇ ਆ ਗਿਆ, ਤੁਹਾਡੇ ਚਾਚੇ ਦੇ ਮੁੰਡੇ ਦਾ ਮੁੰਡਾ ਉਹ 5 ਨੰਬਰ ਤੇ ਆ ਗਿਆ। 5ਵੇਂ ਤੇ ਆ ਗਿਆ, ਮਤਲਬ ਜਿਹਦੀ ਪਹਿਲਾ ਡਿਗਰੀ ਆ ਉਹਦਾ ਪਹਿਲਾ ਰਾਈਟ ਆ। ਹਾਂ, ਜਿਹੜਾ ਡਿਗਰੀ ਸਪੋਜ਼ ਕਰੋ ਵੀ ਇੱਕ ਬੰਦੇ ਦਾ ਕਲਾਸ 1 ਹੇਅਰ ਹੈ ਨਹੀਂ, ਕਲਾਸ 2 ਹੇਅਰ ਹੈ ਨਹੀਂ, ਤਾਂ ਉਹਦੇ ਜਿਹੜੇ ਹੈਗੇ ਆ ਪਹਿਲਾਂ ਦੇਖਣੇ ਆ ਵੀ ਐਗਨੇਟਸ ਕਿੰਨੇ ਨੇ। ਠੀਕ ਹੈ, ਮਤਲਬ ਇੱਕ ਬੰਦੇ ਦੇ ਫਾਦਰ ਦੇ 3 ਭਰਾ ਹੋਰ ਹੋ ਸਕਦੇ ਨੇ। ਉਹਨਾਂ ਦੇ ਅੱਗੋਂ ਬੱਚੇ, ਉਹਨਾਂ ਤੋਂ ਵੀ ਮਰ ਗਏ, ਕੁਝ ਬਚਦੇ ਆ। ਜਿਹੜੇ ਬਚਦੇ ਆ, ਇੱਕ 3rd ਡਿਗਰੀ 'ਚ ਬਚਦਾ, ਇੱਕ 4th ਡਿਗਰੀ 'ਚ ਬਚਦਾ। ਤਾਂ 3rd ਡਿਗਰੀ ਵਾਲੇ ਪ੍ਰੈਫਰੈਂਸ ਦੇਣੀ ਹੈ, ਨਾ ਕਿ 4th ਡਿਗਰੀ ਵਾਲੇ ਨੂੰ। ਜੇ 4th ਡਿਗਰੀ ਵਾਲਾ ਬਚਦਾ ਤੇ ਇੱਕ 5ਵੀਂ ਡਿਗਰੀ ਵਾਲਾ ਬਚਦਾ, ਤਾਂ ਉਹ 4ਥੀ ਡਿਗਰੀ ਵਾਲੇ ਨੂੰ ਦੇਣੀ ਹੈ ਪ੍ਰੈਫਰੈਂਸ, ਨਾ ਕਿ 5ਵੀਂ ਵਾਲੇ ਨੂੰ। ਤੇ ਇਕੱਲੇ ਨੂੰ ਮਿਲਣੀ ਹੈ ਨਾ, ਫਿਰ ਇੱਕ ਨੂੰ ਮਿਲਣੀ ਹੈ। ਜੇ ਉਹ 4th ਡਿਗਰੀ ਦੇ ਵਿੱਚ 4 ਜਾਣੇ ਬੈਠੇ ਆ, ਉਹਨਾਂ ਨੂੰ ਬਰਾਬਰ ਮਿਲ ਜਾਣੀ ਹੈ। ਇਹਦੇ ਤੋਂ ਕਾਮਨ ਅਨਸੈਸਟਰ ਜੋੜ ਕੇ ਦੇਖਣਾ ਹੁੰਦਾ ਜੀ। ਕਾਮਨ ਅਨਸੈਸਟਰ ਜਿਹੜਾ ਹੈਗਾ ਉਹ ਕਿੱਥੇ ਆ ਕੇ ਟੱਕਰਦਾ ਹੈ, ਉੱਥੋਂ 1 ਡਿਗਰੀ ਸ਼ੁਰੂ ਹੁੰਦੀ ਹੈ, ਉਹਨੂੰ ਇਨਕਲੂਡ ਕਰਨਾ ਹੁੰਦਾ 1 ਨੰਬਰ 'ਚ। ਯੈਸ ਠੀਕ ਹੈ ਜੀ, ਕਲੀਅਰ ਹੈ ਜੀ? ਕਲੀਅਰ ਜੀ। ਇਸੇ ਤਰ੍ਹਾਂ ਹੀ ਐਗਨੇਟਸ ਦੇ ਵਿੱਚ ਹੈ, ਉਹਦੇ 'ਚ ਵੀ ਡਿਗਰੀਆਂ ਦੇਖਣੀਆਂ ਹੁੰਦੀਆਂ। ਜਿਹੜਾ ਐਗਨੇਟ ਕਲੋਜ਼ੈਸਟ ਡਿਗਰੀ ਦਾ ਹੈਗਾ ਉਸ ਨੂੰ ਪ੍ਰੈਫਰੈਂਸ ਦੇਣੀ ਹੁੰਦੀ ਆ। ਉਹਦੇ 'ਚ ਵੀ ਕਾਮਨ ਅਨਸੈਸਟਰ ਦੇਖਣਾ ਹੁੰਦਾ। ਜਿਵੇਂ ਸਪੋਜ਼ ਕਰੋ ਵੀ ਤੁਹਾਡੇ ਫਾਦਰ, ਤੁਹਾਡੀ ਭੈਣਾਂ, ਤੁਸੀਂ ਹੋ, ਤੇ ਉਦੋਂ ਗਾਹਾਂ ਚਲੀਆਂ ਜਾਂਦੀਆਂ ਨਾ, ਡਿਗਰੀਆਂ ਚਲੀਆਂ ਜਾਂਦੀਆਂ। ਤਾਂ ਉੱਥੇ ਕਾਮਨ ਅਨਸੈਸਟਰ ਤੁਹਾਡਾ ਆ ਗਿਆ ਐਗਨੇਟਸ ਦੇ ਵਿੱਚ। ਇੱਕ ਲੇਡੀ ਆ ਗਈ ਵਿੱਚ, ਤੁਹਾਡੀ ਸਿਸਟਰ ਆ ਗਈ ਵਿੱਚ, ਜਾਂ ਤੁਹਾਡੀ ਭੂਆ ਵਿੱਚ ਆ ਗਈ, ਤਾਂ ਉੱਥੋਂ ਉਹਦੇ ਕਾਮਨ ਅਨਸੈਸਟਰ ਟ੍ਰੇਸ ਕਰਕੇ ਜੇ ਤੁਹਾਡਾ ਫਾਦਰ ਬਣੂਗਾ, ਜਾਂ ਤੁਹਾਡੀਆਂ ਭੈਣਾਂ ਦੀ ਪ੍ਰਾਪਰਟੀ ਦਾ, ਤੁਹਾਡੀ ਪ੍ਰਾਪਰਟੀ ਦਾ ਰੌਲਾ, ਤਾਂ ਉੱਥੇ ਕਾਮਨ ਅਨਸੈਸਟਰ ਤੁਹਾਡਾ ਫਾਦਰ ਬਣੂਗਾ ਕਿ ਉੱਥੋਂ ਡਿਗਰੀ ਸਟਾਰਟ ਹੋਣੀ ਹੈ। ਜੇ ਕੋਈ ਭੂਆ ਵਾਲੇ ਪਾਸੇ ਜਾਂ ਕੋਈ ਮਾਸੀ ਵਾਲੇ ਪਾਸੇ ਪ੍ਰੋਬਲਮ ਹੈਗੀ ਹੈ, ਜੇ ਭੂਆ ਵਾਲੇ ਪਾਸੇ ਹੈਗੀ ਤਾਂ ਤੁਹਾਡਾ ਦਾਦਾ ਕਾਮਨ ਜਿਹੜਾ ਹੈਗਾ ਉਹ ਬਣਦਾ ਹੈਗਾ। ਜੇ ਕੋਈ ਮਾਸੀ ਵਾਲੇ ਪਾਸੇ ਕੋਈ ਪ੍ਰਾਪਰਟੀ ਇਨਹੈਰੀਟੈਂਸ ਦਾ ਰੌਲਾ ਹੈਗਾ, ਤਾਂ ਤੁਹਾਡਾ ਉੱਥੇ ਆ ਕੇ ਨਾਨਾ ਜਾਂ ਤੁਹਾਡਾ ਪੜਨਾਨਾ ਕਾਮਨ ਬਣਦਾ ਆ ਕੇ, ਹੈ ਨਾ। ਜਿੱਥੇ ਵੀ ਆ ਕੇ ਇੱਕ ਬਣਦੀ ਹੈ, ਸਾਰਾ ਫੈਮਿਲੀ ਟਰੀ ਬਣਾ ਕੇ, ਜਿੱਥੋਂ ਕਾਮਨ ਅਨਸੈਸਟਰ ਤੋਂ ਸ਼ੁਰੂ ਹੁੰਦਾ ਫੈਮਿਲੀ ਟਰੀ, ਉਹਨੂੰ 1 ਡਿਗਰੀ ਮੰਨਣਾ ਹੁੰਦਾ। ਚਾਹੇ ਉਹ ਫਾਦਰ ਵਾਲੇ ਪਾਸਿਓਂ ਹੈ, ਚਾਹੇ ਉਹ ਨਾਨੇ ਵਾਲੇ ਪਾਸੋਂ ਹੈ, ਜਿੱਥੋਂ ਵੀ ਇੱਕ ਸਟਾਰਟ ਹੋ ਗਿਆ, ਉੱਥੋਂ ਜਿੱਥੇ ਆ ਕੇ ਉਹ ਨੈਰੋ ਡਾਊਨ ਹੋ ਗਿਆ ਇੱਕ ਤੇ, ਉੱਥੋਂ ਸਟਾਰਟ ਕਰਨਾ ਹੁੰਦਾ ਜੀ। ਕਲੈਰਿਟੀ ਹੈ ਜੀ ਇਹ 'ਚ? ਜੀ ਸਰ, ਠੀਕ ਹੈ ਸਰ। ਸਰ ਇਹਦੇ ਵਿੱਚ ਆਈ ਥਿੰਕ ਨਾ 2 ਚੀਜ਼ਾਂ, ਇੱਕ ਡਿਗਰੀ ਆਫ ਏਸੈਂਟ ਹੈ, ਇੱਕ ਡਿਗਰੀ ਆਫ ਡੀਸੈਂਟ ਹੈ। ਜਿਵੇਂ ਰੂਲ 1 ਦੇ ਵਿੱਚ ਡੀਸੈਂਟ ਹੋ ਗਈ ਦਾਦੇ ਤੋਂ ਆ ਥੱਲੇ ਨੂੰ ਜਾਣੀ ਹੈ। ਹਾਂਜੀ ਏਸੈਂਟ ਹੈਗੀ ਹੈ ਦਾਦੇ ਤੋਂ ਤਾਹਾਂ ਨੂੰ ਜਾਣਾ। ਸਰ ਇਹਦਾ ਮਤਲਬ ਇਹੀ ਬਣਿਆ ਨਾ, ਤੁਸੀਂ ਜਿਵੇਂ ਦੱਸ ਰਹੇ ਹੋ ਵੀ ਕਾਮਨ ਐਨਸੈਸਟਰ ਲੱਭਣਾ ਹੈ, ਹਾਂ, ਸਭ ਤੋਂ ਪਹਿਲਾਂ ਤਾਂ ਡਿਗਰੀ ਆਫ ਏਸੈਂਟ ਜਿਹਦੀ ਸਭ ਤੋਂ ਘੱਟ ਹੋਵੇ, ਉਹਲਾ ਕਾਮਨ ਐਨਸੈਸਟਰ ਦੇ ਜਿਹੜੇ ਐਗਨੇਟ ਨਾ, ਉਹਨਾਂ ਨੂੰ ਆਪਾਂ ਸਿਲੈਕਟ ਕਰ ਲੈਣਾ ਹੈ। ਡੀਸੈਂਟ ਤਾਂ ਦਾਦੇ ਤੋਂ ਥੱਲੇ ਨੂੰ ਆਉਂਦੀ ਹੈ। ਕਈ ਵਾਰੀ ਕੀ ਹੁੰਦਾ, ਜਿਵੇਂ ਇਹਦੇ 'ਚ ਹੈਗਾ ਫਾਦਰਸ ਬ੍ਰਦਰ, ਫਾਦਰ ਸਿਸਟਰ, ਹੈਨਾ, ਹਾਂਜੀ ਮਦਰਸ ਫਾਦਰ, ਮਦਰਸ ਮਦਰ, ਇਹ ਵੀ ਹੈ ਨਹੀਂ ਗੇ, ਤਾਂ ਉਹ ਫਿਰ ਉਦੋਂ ਗਾਹਾਂ ਤਾਹਾਂ ਵੰਡੀ ਜਾਣੀ ਹੈ, ਤਾਂ ਉਹ ਫਿਰ ਤਾਹਾਂ ਨੂੰ ਜਾਣੀ ਹੁੰਦੀ ਹੈ। ਪਰ ਉਹ ਪਿੱਛੇ ਨੂੰ ਜਾਣੀ ਹੈ, ਪਰ ਉਹ ਪਿੱਛੇ ਇੰਨੇ ਅਨਸੈਸਟਰ ਆਪਣੇ ਬਚਦੇ ਨਹੀਂ ਹੁੰਦੇ। ਇਸ ਕਰਕੇ ਇਸ ਤੇ ਬੜਾ ਕੋਈ ਸਟ੍ਰੈਸ ਪਾਉਣ ਦੀ ਲੋੜ ਨਹੀਂ ਹੈਗੀ। ਬਸ ਇਹ ਥੱਲੇ ਤੋਂ ਹੀ ਆਉਣੀ ਹੈ, ਤਾਹਾਂ ਨੂੰ ਤਾਂ ਘੱਟ ਹੀ ਜਾਣੀ ਹੈ। ਤੁਹਾਡਾ ਦਾਦਾ ਹੈ ਨਹੀਂ ਤਾਂ ਦਾਦੇ ਦਾ ਪੜਦਾਦਾ ਤਾਂ ਕਿੱਥੋਂ ਜਾਂਦਾ ਹੋਊਗਾ, ਜਾਂ ਤੁਹਾਡਾ ਨਾਨਾ ਹੈ ਨਹੀਂ ਤਾਂ ਨਾਨੇ ਦਾ ਫਾਦਰ ਕਿੱਥੋਂ ਜਾਂਦਾ ਹੋਊਗਾ, ਚਾਂਸ ਘੱਟ ਹੀ ਹੈ। ਬਾਕੀ ਇਹ ਸੈਕਸ਼ਨ ਥੋੜਾ ਜਿਹਾ ਟੀਡੀਐਸ ਹੈ, ਇਹਨੂੰ ਆਪਾਂ ਕਿਸੇ ਦਿਨ ਫੇਰ ਵੀ ਲਾ ਸਕਦੇ ਹਾਂ ਟਾਈਮ। ਜੀ ਸਰ, ਸਿਵਲ ਕੋਡ ਦੇ ਲੈਵਲ ਦਾ ਇਹ ਸੈਕਸ਼ਨ ਸਰ। ਹਾਂ, ਨਹੀਂ ਆਪਾਂ ਵੀ ਕਰ ਸਕਦੇ ਹਾਂ। ਜੇ ਕੋਈ ਨਾ ਲੱਭੇ ਵੀ ਕੋਈ ਸਰਕਾਰ ਨੂੰ ਨਹੀਂ ਦੇਣੀ ਪ੍ਰਾਪਰਟੀ, ਤਾਂ ਆਪਾਂ ਇਸ ਪਾਸੇ ਤੁਰ ਸਕਦੇ ਹਾਂ। ਰਾਈਟ। ਸੈਕਸ਼ਨ 13 ਉਹੀ ਤੁਹਾਡੀ ਜਿਹੜੀ ਗੱਲ ਕਲੈਰਿਟੀ ਆਉਂਦੀ ਹੈ ਜੀ। ਫॉर द पर्पस ऑफ डिटर्मिनिंग द ऑर्डर ऑफ सक्सेशन अमॉन्ग एग्नेट्स एंड कॉग्नेट्स, रिलेशनशिप शैल बी रेकन्ड फ्रॉम द इंटरस्टेट
to the higher in terms of degree of ascent or descent, both as case may be. Degrees of ascent and degrees of descent shall be computed inclusive of the interstate. ਉਹ ਆਪਾਂ ਉਹਨੂੰ ਵੀ ਗਿਣਨਾ ਹੈ, ਠੀਕ ਹੈ ਜੀ। ਐਵਰੀ ਜਨਰੇਸ਼ਨ ਕੰਸਟੀਟਿਊਟ ਡਿਗਰੀ ਈਦਰ ਅਸੈਂਡਿੰਗ ਔਰ ਡਿਸੈਂਡਿੰਗ, ਮਤਲਬ ਇੱਕ ਜਨਰੇਸ਼ਨ ਨੂੰ ਇੱਕ ਨੰਬਰ ਦੇਣਾ, ਚਾਹੇ ਚੌਥੇ ਤੇ ਆਉਂਦਾ ਚਾਹੇ ਪੰਜਵੇਂ ਤੇ ਆਉਂਦਾ। ਕਲੀਅਰ ਜੀ? ਜੀ ਸਰ, ਠੀਕ ਹੈ। ਹਾਂਜੀ। property of Hindu to be female Hindu to be her absolute property. ਇਹਦੇ ਸੈਕਸ਼ਨ 14 ਦੇ ਸੈਕਸ਼ਨ 15 ਹੈਗੇ ਆ, ਇਹਦੇ ਥੋੜੀ ਜਿਹੀ ਕੰਟਰਡਿਕਸ਼ਨ ਹੈਗੀ ਹੈ, ਪਰ ਦੋਵੇਂ ਇੰਡੀਪੈਂਡੈਂਟ ਹੀ ਹੈ, ਇਸ ਕਰਕੇ ਇਹਨਾਂ ਨੂੰ ਨਾ ਕਨਫਿਊਜ਼ ਨਹੀਂ ਹੋਣਾ। ਸੈਕਸ਼ਨ 14 ਕਹਿੰਦਾ ਐਨੀ ਪ੍ਰੋਪਰਟੀ possessed by a Hindu female whether acquired before or after the commencement of this act shall be held by her as full owner thereof and not as a limited owner. ਇਹਦੇ 'ਚ ਕੀ ਸੀਗਾ, ਪਹਿਲਾਂ ਕਈ ਵਾਰੀ ਕੀ ਹੁੰਦਾ ਸੀਗਾ, ਲਾਅ ਇਹ ਸੀਗਾ ਵੀ ਇਨਹੈਰਿਟ ਸਿਰਫ ਮੇਲ ਕਰਦੇ ਸੀਗੇ, ਮਦਰ ਜਾਂ ਵਾਈਫ ਦਾ ਕੁਝ ਸ਼ੇਅਰ ਰੱਖਿਆ ਜਾਂਦਾ ਸੀਗਾ, ਜਿਹਦੀ ਕਿ ਉਹ ਲਿਮਟਿਡ ਓਨਰ ਹੁੰਦੀ ਸੀਗੀ ਫॉर ਹਰ ਲਾਈਵਲੀਹੁੱਡ, ਵੀ ਉਹਨੂੰ ਜਿਉਂਦਾ ਰੱਖਣ ਵਾਸਤੇ ਜਾਂ ਕੱਪੜੇ ਫੂਡ ਨੀਡਸ ਵਾਸਤੇ ਉਹਨੂੰ ਕੁਝ ਸ਼ੇਅਰ ਦੇ ਦਿੱਤਾ ਜਾਂਦਾ ਸੀਗਾ। ਪਰ ਉਹ ਹੁੰਦਾ ਸੀਗਾ ਵੀ ਉਹਦੇ ਲਾਈਫ ਟਾਈਮ ਵਾਸਤੇ ਹੈ, ਉਹਨੂੰ ਸੈਲ ਨਹੀਂ ਕਰ ਸਕਦੀ ਹੁੰਦੀ ਸੀਗੀ, ਉਹਨੂੰ ਉਹ ਵੇਚ ਨਹੀਂ ਸਕਦੀ ਸੀ, ਉਹਦੀ ਵਸੀਅਤ ਨਹੀਂ ਕਰ ਸਕਦੀ ਹੁੰਦੀ ਸੀਗੀ। ਤਾਂ ਸੈਕਸ਼ਨ 14 ਜਿਹੜਾ ਹੈਗਾ ਇੱਕ ਰੈਵੋਲੂਸ਼ਨਰੀ ਸੈਕਸ਼ਨ ਸੀਗਾ, ਜਿਹੜਾ ਉਸ ਵੇਲੇ ਦੀ ਗਵਰਨਮੈਂਟ ਨੇ ਇੰਟਰੋਡਿਊਸ ਕੀਤਾ ਸੀਗਾ, ਵੀ ਉਹਨੂੰ ਫੁੱਲ ਓਨਰਸ਼ਿਪ ਦੇ ਦਿੱਤੀ ਸੀਗੀ, ਵੀ 1956 ਤੋਂ ਪਹਿਲਾਂ ਚਾਹੇ ਉਹਨੂੰ ਲਿਮਟਿਡ ਰਾਈਟਸ ਦਿੱਤੇ ਗਏ ਸੀਗੇ, ਪਰ ਜਿਹੜੀ ਵੀ ਪ੍ਰਾਪਰਟੀ ਇਨਹੈਰਿਟ ਕਰੂਗੀ ਉਹਦੀ ਉਹ ਫੁੱਲ ਓਨਰ ਹੋਊਗੀ, ਉਹ ਕੁਝ ਮਰਜ਼ੀ ਕਰ ਸਕਦੀ ਹੈ ਉਹਦੀ, ਚਾਹੇ ਉਹਦੀ ਜਿਵੇਂ ਵਸੀਅਤਾਂ 'ਚ ਜਿਵੇਂ ਰਜਿਸਟਰਡ ਵਸੀਅਤਾਂ ਲਿਖਾਉਂਦੇ ਜੀ ਵੀ ਉਹ ਜਿਉਂਦੀ ਜਿੰਨੇ ਉਹਦੀ ਖਾ ਸਕਦੀ ਹੈ ਉਹਦੀ ਪੈਦਾਇਸ਼, ਉਹ ਆਪਾਂ ਅੱਗੇ ਆਉਂਦੇ। ਠੀਕ ਹੈ ਸਰ। ਇਹ ਸੈਕਸ਼ਨ 14(1) ਹੈਗਾ, ਜਿਹੜਾ ਸੈਕਸ਼ਨ 14(1) ਇਹੀ ਕਹਿੰਦਾ ਵੀ ਜੇ ਕਿਸੇ ਵੀ ਤਰੀਕੇ ਨਾਲ ਉਹਨੂੰ ਪ੍ਰਾਪਰਟੀ ਮਿਲਦੀ ਹੈ, ਚਾਹੇ ਵੇ ਆਫ ਇਨਹੈਰੀਟੈਂਸ ਮਿਲਦੀ ਹੈ, ਚਾਹੇ ਵੇ ਆਫ ਉਹਨੂੰ ਮਿਲਦੀ ਹੈਗੀ ਹੈ ਡਿਗਰੀ ਰਾਹੀਂ ਮਿਲਦੀ ਹੈ, ਚਾਹੇ ਮੇਨਟੇਨੈਂਸ ਵਾਸਤੇ ਮਿਲੀ ਆ, ਉਹਨੂੰ ਕੁਝ ਵੀ ਕਾਰਨ ਕਰਕੇ ਮਿਲੀ ਆ, ਜਿਹੜੀ ਉਹ ਫੁੱਲ ਓਨਰ ਬਣ ਗਈ ਹੈਗੀ ਆ। ਉਹਦਾ ਮਤਲਬ, ਇਹਦਾ ਫੁੱਲ ਓਨਰ ਦਾ ਮਤਲਬ ਹੈ ਵੀ ਇਸ ਵੇਲੇ ਉਹ ਜੇ ਪ੍ਰਾਪਰਟੀ ਦੀ ਓਨਰ ਬਣ ਗਈ ਤਾਂ ਕੁਝ ਵੀ ਕਰ ਸਕਦੀ ਹੈ, ਉਹਨੂੰ ਵੇਚ ਵੀ ਸਕਦੀ ਹੈ, ਉਹਨੂੰ ਗਹਿਣੇ ਵੀ ਕਰ ਸਕਦੀ ਹੈ, ਉਹਨੂੰ ਗਿਫਟ ਵੀ ਕਰ ਸਕਦੀ ਹੈ, ਉਹਦੀ ਵਸੀਅਤ ਵੀ ਕਰ ਸਕਦੀ ਹੈ, ਕੁਝ ਵੀ ਕਰ ਸਕਦੀ ਹੈ, ਅਨਲੈਸ ਸੈਕਸ਼ਨ 14(2) ਜਿਹੜਾ ਆਪਰੇਟ ਕਰਦਾ nothing contained in this subsection 1 shall apply to any property acquired by way of gift or under a will or any other instrument or under a decree of order civil code or under award where terms of gift, will or other instrument or decree, award or prescribed restricted estate in such property. ਇਸ ਐਕਟ ਲਾਗੂ ਹੋਣ ਤੋਂ ਬਾਅਦ 1956 ਲਾਗੂ ਹੋਣ ਤੋਂ ਬਾਅਦ ਜੇ ਕੋਈ ਉਹਨੂੰ ਪ੍ਰਾਪਰਟੀ ਮਿਲਦੀ ਹੈ ਜਿਹਦੇ ਵਿੱਚ ਉਹਦਾ ਰਾਈਟਸ ਕਰਟੇਲ ਕੀਤੇ ਗਏ ਆ, ਵੀ ਉਹਨੂੰ ਸਿਰਫ ਗੁਜ਼ਾਰਾ ਭੱਤਾ ਦਿੱਤਾ ਗਿਆ, ਜਾਂ ਵੀ ਜਿਉਂਦੇ ਜੀ ਤੱਕ ਰੱਖ ਸਕਦੀ ਹੈ, ਜਾਂ ਉਹ ਵਸੀਅਤ ਨਹੀਂ ਕਰ ਸਕਦੀ, ਹੋਰ ਨਹੀਂ ਕਰ ਸਕਦੀ, ਫਿਰ ਉਹ ਲਿਮਟਿਡ ਅਸਟੇਟ ਲਊਗੀ। ਜੇ ਕੋਈ ਜਿਹੜਾ ਇਹ ਤੋਂ ਪਹਿਲਾਂ 56 ਤੋਂ ਪਹਿਲਾਂ ਕੋਈ ਪ੍ਰਾਪਰਟੀ 'ਚ ਇਨਵੈਸਟ ਕਰਦੀ ਆ, ਉਹਦੀ ਐਬਸਲੂਟ ਓਨਰ ਹੈਗੀ ਹੈ। ਜੇ ਕੋਈ ਉਹਨੂੰ ਪ੍ਰਾਪਰਟੀ ਮਿਲਦੀ ਹੈ ਖਰੀਦ ਬਾਏ ਵੇ ਆਫ ਇਨਹੈਰੀਟੈਂਸ, ਚਾਹੇ ਬਾਏ ਕਰਦੀ ਹੈ ਜਾਂ ਅਗਰ ਘਰ ਵਾਲੇ ਲੈ ਜਾਂਦਾ ਉਹਨੂੰ, ਉਹ ਐਬਸਲੂਟ ਓਨਰ ਹੈ, ਅਨਲੈਸ ਇਟਸ ਗਿਵਨ ਬਾਏ ਸਮ ਕੰਡੀਸ਼ਨਸ ਲਾ ਕੇ ਦਿੱਤੀ ਗਈ ਹੈ। ਕਲੀਅਰ ਹੈ ਜੀ ਚੰਨੀ ਜੀ ਤੁਹਾਡਾ ਪੁਆਇੰਟ? ਦੁਬਾਰੇ ਦੱਸੋ, ਮੈਨੂੰ ਕਲੀਅਰ ਨਹੀਂ ਹੋਇਆ। ਹਾਂਜੀ, ਹੁਣ ਪੁੱਛੋ ਕੀ ਪੁੱਛਣਾ ਚਾਹੁੰਦੇ ਸੀ। ਸਰ ਮੈਂ ਕਹਿੰਦਾ ਮੰਨ ਲਓ ਜਿਵੇਂ ਆਪਣਾ ਆਮ ਕਰਕੇ ਵਸੀਅਤਾਂ 'ਚ ਲਿਖਿਆ ਹੁੰਦਾ ਵੀ ਇਹ ਲੇਡੀ ਮਤਲਬ ਇਹਨੂੰ ਇੰਨਾ ਇਹਦਾ ਹਿੱਸਾ ਬਣਦਾ, ਪਰ ਇਹ ਉਹਨਾਂ ਚਿਰ ਆਪਦੀ ਉਹ ਕਰ ਸਕਦੀ ਹੈ, ਜਿਉਂਦੇ ਜੀ ਖਾ ਸਕਦੀ ਉਹਦੀ ਪੈਦਾਇਸ਼, ਤੇ ਇਹਨੂੰ ਵੇਚ ਵੱਟ ਨਹੀਂ ਸਕਦੀ ਜਾਂ ਕੋਈ। ਉੱਥੇ ਸੈਕਸ਼ਨ 14 ਤੋਂ ਆਪਰੇਟ ਕਰਦਾ, ਉਹਨੂੰ ਲਿਮਟਿਡ ਹੀ ਅਸਟੇਟ ਦੇਣਾ, ਆਪਾਂ ਫੁੱਲ ਅਸਟੇਟ ਨਹੀਂ ਦੇਣਾ ਹੁੰਦਾ। ਇਹਦਾ ਮਤਲਬ ਉਹਦਾ ਮਤਲਬ ਜਿਵੇਂ ਉਹ 'ਚ ਲਿਖਿਆ ਉਵੇਂ ਵੇਚ ਨਹੀਂ ਵਗੈਰਾ ਨਹੀਂ ਸਕਦੀ। ਸਹੀ ਹੈ, ਉਹਦੀ ਰੈਡ ਐਂਟਰੀ ਆਉਂਦੀ ਹੁੰਦੀ ਹੈ ਇੰਤਕਾਲ ਦੇ ਵਿੱਚ। ਹਾਂਜੀ, ਠੀਕ ਹੈ ਜੀ ਸਰ, ਕਲੀਅਰ ਹੋ ਗਿਆ ਜੀ, ਥੈਂਕ ਯੂ। ਪਰ 1956 ਤੋਂ ਪਹਿਲਾਂ ਜਿਹੜਾ ਹੈਗਾ ਕੋਈ ਨੂੰ ਲਿਮਟਿਡ ਅਸਟੇਟ ਵੀ ਦਿੱਤਾ ਹੋਵੇ, ਉਹਦਾ ਫੁੱਲ ਅਸਟੇਟ ਬਣ ਜਾਂਦਾ। ਠੀਕ ਹੈ ਸਰ, ਫੁੱਲ ਅਸਟੇਟ ਬਣ ਜਾਂਦਾ। ਓਕੇ ਸਰ, ਥੈਂਕ ਯੂ ਸਰ, ਥੈਂਕ ਯੂ ਜੀ। ਅੱਗੇ ਹੈਗਾ ਸੈਕਸ਼ਨ 15 ਜੀ।
the property of a female Hindu dying intestate shall devolve according to rules set out in section 16. Firstly, upon sons and daughters, including children of any predeceased son or daughter and husband. ਸਰ ਇੱਥੇ ਜਿਹੜਾ ਐਂਡ ਹਸਬੈਂਡ ਸੀਗਾ ਇਹ ਹੁਣ ਆਈ ਥਿੰਕ 2015 ਦੇ ਵਿੱਚ ਉਹਨਾਂ ਨੇ ਐਗਜ਼ੈਂਪਟ ਕਰਨ ਲਈ ਕਿਹਾ, ਇਹ ਉਹ ਜਿਹੜਾ ਪਾਸ ਨਹੀਂ ਹੋਇਆ ਹਜੇ ਉਹ ਹਜੇ ਕੋਈ ਉਹਦੇ ਤੇ ਲਾਅ ਬਣਿਆ ਨਹੀਂ, ਕੋਈ ਚੇਂਜਸ ਆਈ ਨਹੀਂ ਹੈਗੀ ਹਜੇ, ਕੋਈ ਉਹ ਹਜੇ ਸੁਜੈਸ਼ਨ ਹੀ ਹੈ ਮਤਲਬ ਲਾਅ ਕਮਿਸ਼ਨ ਦਾ। ਓਕੇ, ਉਹ ਬਿੱਲ ਤਾਂ ਪੇਸ਼ ਹੋਇਆ ਹੋਇਆ ਸੀ ਸਰ ਆਈ ਥਿੰਕ ਨਾ ਰਾਜੇ, ਉਹ ਇੱਕ ਸਦਨ ਚੋਂ ਤਾਂ ਪਾਸ ਹੋ ਗਿਆ ਸੀਗਾ। ਹਜੇ ਉਹ ਲਾਅ ਬਣਿਆ ਨਹੀਂ ਹੈਗਾ, ਜਿਵੇਂ ਵੀ ਹੋਊਗਾ ਦੇਖਾਂਗੇ, ਪਰ ਫਿਲਹਾਲ ਤਾਂ ਹੀ ਚੱਲੀ ਜਾਂਦਾ। ਇਹ ਵਾਲਾ ਜਿਹੜਾ ਐਂਡ ਦੀ ਹਸਬੈਂਡ ਹੈ ਨਾ ਉਹ ਰਿਮੂਵ ਕਰਵਾ ਰਹੇ ਹੈਗੇ। ਅੱਛਾ, ਐਂਡ ਚੱਕ ਰਹੇ ਕਿ ਹਸਬੈਂਡ ਚੱਕ ਰਹੇ ਆ? ਸਰ ਪੂਰਾ ਹੀ ਚੱਕ ਰਹੇ ਐਂਡ ਦੀ ਹਸਬੈਂਡ। ਅੱਛਾ, ਗਲਤ ਗੱਲ ਹੈ ਜੀ ਤਾਂ। ਹਾਂਜੀ ਚਲੋ, ਪਰ ਇਹਦਾ ਮਤਲਬ ਹੈ ਵੀ ਹਸਬੈਂਡ ਨੂੰ ਵੀ ਇੱਕ ਹੁਣ ਸ਼ੇਅਰ ਜਾਣਾ ਹੈਗਾ ਇਹਦੇ 'ਚ, ਠੀਕ ਹੈ ਜੀ। ਜੇ ਸਨਸ ਡਾਟਰ ਸੈਕੰਡ ਪਾਰਟ ਹੈਗਾ, ਸੈਕੰਡਲੀ ਅਪਨ ਹੇਅਰਸ ਆਫ ਹਸਬੈਂਡ, ਇਹਦਾ ਮਤਲਬ ਹੈ ਵੀ ਸਨਸ ਡਾਟਰਸ ਹੈ ਨਹੀਂ, ਹਸਬੈਂਡ ਵੀ ਹੈ ਨਹੀਂ, ਕੋਈ ਪ੍ਰੀ ਡਿਸੀਜ਼ ਸਨ ਐਂਡ ਡਾਟਰ ਵੀ ਹੈ ਨਹੀਂ, ਬਸ ਇੱਥੇ ਲਿਮਟਡ ਹੈ ਇਹ। ਇਦੋਂ ਗਾਹਾਂ ਇਹ ਪੜਪੋਤਿਆਂ ਤੱਕ ਨਹੀਂ ਗਈ ਇਹ ਪ੍ਰਾਪਰਟੀ, ਇਹ ਫਿਰ ਪੋਤੇ ਪੋਤੀਆਂ ਤੱਕ ਤੇ ਦੋਤੇ ਦੋਤੀਆਂ ਤੱਕ ਹੀ ਰਹਿ ਗਈ। ਜੇ ਉਹ ਨਹੀਂ ਹੈਗੇ ਫਿਰ ਉਹ ਹੇਅਰਸ ਆਫ ਹਸਬੈਂਡ ਨੂੰ ਜਾਣੀ ਹੈ, ਫਿਰ ਉਹ ਜਿਵੇਂ ਉਹਦੇ ਹਸਬੈਂਡ ਦੀ ਵਿਰਾਸਤ ਹੋਣੀ ਆ ਉਵੇਂ ਹੋਣੀ ਹੈ, ਠੀਕ ਹੈ ਜੀ। ਠੀਕ ਹੈ ਸਰ, ਕਲੀਅਰ। ਜਿਵੇਂ ਬੰਦੇ ਦੇ ਤਾਂ ਕਾਫੀ ਡਿਗਰੀ ਤੱਕ ਚਲੇ, ਪੜਪੋਤੇ ਤੱਕ ਵੀ ਚਲੇ ਜਾਂਦੇ ਆ ਆਪਾਂ ਕਲਾਸ 1 ਹੇਅਰ ਮੰਨ ਕੇ। ਇਹਦੇ ਵਿੱਚ ਸਿਰਫ ਸਨਸ ਡਾਟਰਸ, ਤੇ ਜੇ ਸਨ ਡਾਟਰ ਪ੍ਰੀ ਡਿਸੀਜ਼ ਨੇ ਫਿਰ ਸਨਸ ਤੇ ਸਨਸ ਡਾਟਰ, ਬਸ ਇੱਥੋਂ ਤੱਕ ਹੀ ਜਾਣਾ ਹੈ, ਤੇ ਐਂਡ ਹਸਬੈਂਡ ਇਹਦੋਂ ਅੱਗੇ ਨਹੀਂ ਜਾਣਾ। ਸਰ ਇੱਥੇ ਇੱਕ ਗੱਲ ਕਲੀਅਰ ਕਰ ਦਿਓ ਪਲੀਜ਼ ਸਰ, ਜਿਵੇਂ ਮੰਨ ਲਓ ਉਹ ਲੇਡੀ ਦੀ ਡੈਥ ਹੁੰਦੀ ਹੈ, ਉਹਦਾ ਇੱਕ ਕੋਈ ਬੱਚਾ ਹੈਗਾ ਤੇ ਇੱਕ ਹਸਬੈਂਡ ਹੈਗਾ, ਫਿਰ ਤਾਂ ਦੋਨਾਂ ਨੂੰ ਬਰਾਬਰ ਬਰਾਬਰ ਚਲੀ ਜਾਊਗੀ। ਬਰਾਬਰ ਜਾਊਗੀ, ਹਾਂਜੀ ਹਾਂ। ਪਰ ਜੇ ਮੰਨ ਲਓ ਕੋਈ ਬੱਚਾ ਹੈ ਨਹੀਂਗਾ, ਮਤਲਬ ਨਿਊ ਮੈਰਿਜ ਹੋਈ ਸੀਗੀ, ਬੱਚਾ ਕੋਈ ਹੈ ਨਹੀਂਗਾ ਤੇ ਲੇਡੀ ਦੀ ਡੈਥ ਹੋ ਜਾਂਦੀ ਹੈ, ਫਿਰ ਕੀ ਇਕੱਲੇ ਹਸਬੈਂਡ ਨੂੰ ਜਾਊਗੀ ਜਾਂ ਨਹੀਂ ਜਾਊਗੀ? ਉਹਦੇ ਵਿੱਚ ਅੱਗੇ ਆਉਂਦਾ ਸੈਕੰਡ ਪਾਰਟ ਹੈਗਾ, ਇਨਵੋਲਵ ਹੈਗਾ, ਆਪਾਂ ਉਹ ਪੜਾਂਗੇ, ਉਦੋਂ ਕਲੀਅਰ ਹੋ ਜਾਊ ਸਾਰਾ ਕੁਝ। ਰਾਈਟ। ਬੀ ਸੈਕੰਡਲੀ ਅਪਨ ਹੇਅਰਸ ਆਫ ਹਸਬੈਂਡ, ਜੇ ਇਹ 15A ਵਾਲੇ ਹੈ ਨਹੀਂ ਕੋਈ ਵੀ ਵਾਰਸ, ਤਾਂ ਫਿਰ ਉਹਦੇ ਹਸਬੈਂਡ ਦੀ ਵਿਰਾਸਤ ਸਮਝੀ ਜਾਊਗੀ, ਉਦੋਂ ਜਾਣੀ ਹੈ ਸਾਰਿਆਂ ਨੂੰ, ਜਿਵੇਂ ਜਿਵੇਂ ਵੀ ਉਹ ਕਲਾਸ 1 ਜਾਂ ਹੈਗੇ ਨਹੀਂ ਹੈਗੇ ਤਾਂ ਕਲਾਸ 2 ਜਿਵੇਂ ਵੀ ਜਾਣੀ ਹੈਗੀ ਹੈ। ਜੇ ਉਹ ਵੀ ਹੈ ਨਹੀਂ, ਹਸਬੈਂਡ ਦੇ ਕਲਾਸ 1 ਕਲਾਸ 2 ਐਗਨੈਂਟ ਕੋਆਰਡੀਨੇਟ ਵੀ ਹੈ ਨਹੀਂ ਗੇ, ਤਾਂ ਫਿਰ ਮਦਰ ਤੇ ਫਾਦਰ ਨੂੰ ਜਾਣੀ ਹੈ ਉਹ ਲੇਡੀ ਦੇ। ਜੇ ਉਹ ਮਦਰ ਫਾਦਰ ਵੀ ਹੈ ਨਹੀਂ ਤਾਂ ਫਿਰ ਜਾਣੀ ਹੈ ਡੀ ਤੇ ਹੇਅਰਸ ਆਫ ਫਾਦਰ ਨੂੰ, ਵੀ ਉਹਦੇ ਪਿਓ ਦੇ ਵਾਰਸ ਕੌਣ ਨੇ, ਉਹਦੇ ਭਰਾ ਵੀ ਹੋ ਸਕਦੇ ਆ, ਹਨਾ, ਤੇ ਫਾਦਰ ਦੀ ਮਦਰ ਵੀ ਹੋ ਸਕਦੀ ਹੈ। ਜਾਊਗੀ ਹਾਂਜੀ, ਪੇਕਾਂ ਵਾਲੇ ਪਾਸੇ ਹੈਲੋ ਕਿਹੜੇ ਪਾਸੇ ਇਹ ਹੈਗਾ ਲਾਸਟਲੀ ਅਪਨ ਹੇਅਰਸ ਆਫ ਮਦਰ। ਜੇ ਫਾਦਰ ਦੇ ਹੇਅਰ ਵੀ ਹੈ ਨਹੀਂ ਫਿਰ ਮਾਂ ਵਾਲੇ ਨਾਨਕਿਆਂ ਵਾਲੇ ਪਾਸੇ ਜਾ ਕੇ ਦੇਖਣੇ ਆ ਵੀ ਕਿਹੜੇ ਬਚਦੇ ਆ। ਮਾਂ ਵਾਲੇ ਪਾਸੇ ਦੇ। ਠੀਕ ਠੀਕ। 15(2) ਇਹ ਇੰਪੋਰਟੈਂਟ ਆ, ਇੱਥੇ ਹੀ ਰੌਲਾ ਪੈਂਦਾ ਹੁੰਦਾ ਅਕਸਰ ਆ ਕੇ ਆਪਣਾ ਪਟਵਾਰੀਆਂ ਨਾਲ। ਇਹ ਕਹਿੰਦਾ 15(2) ਦਾ ਪਾਰਟ 1 ਕਹਿੰਦਾ ਐਨੀ ਪ੍ਰੋਪਰਟੀ ਇਨਹੈਰਿਟਡ ਬਾਈ ਅ ਫੀਮੇਲ ਹਿੰਦੂ from her father or mother shall devolve in absence of any son or daughter of the deceased, including children of any predeceased son and daughter, not upon heirs referred to in subsection 1 in order specified therein, but upon heirs of father. ਇੱਥੇ ਹਸਬੈਂਡ ਨਾਲ ਥੋੜਾ ਧੱਕਾ ਹੋ ਗਿਆ। ਇਹ ਕਹਿੰਦੇ ਹੈ ਵੀ ਐਨੀ ਪ੍ਰੋਪਰਟੀ ਇਨਹੈਰਿਟਡ ਬਾਈ ਅ ਫੀਮੇਲ ਹਿੰਦੂ from her father or mother in absence of any son and daughter, ਵੀ ਉਹਦਾ ਮੁੰਡਾ ਜਾਂ ਕੁੜੀ ਇਨਕਲੂਡਿੰਗ ਪੋਤਾ ਤੇ ਪੋਤੀ ਜੇ ਨਹੀਂ ਹੈਗੇ ਫਿਰ ਉਹਦੇ ਹਸਬੈਂਡ ਨੂੰ ਵੀ ਇਗਨੋਰ ਕਰਨਾ। ਫਿਰ ਇਹ ਜਿੱਥੋਂ ਪ੍ਰਾਪਰਟੀ ਆਈ ਹੈ ਇਨਹੈਰਿਟ ਕੀਤੀ ਹੈ ਉੱਥੇ ਵਾਪਸ ਜਾਣੀ ਹੈ। ਜੇ ਫਾਦਰ ਸਾਈਡ ਤੋਂ ਆਈ ਹੈ ਤਾਂ ਫਾਦਰ ਸਾਈਡ। ਸਰ ਜੇ ਫਾਦਰ ਸਾਈਡ ਤੋਂ ਆਈ ਹੈ ਪੇਕਿਆਂ ਦੀ ਜ਼ਮੀਨ ਹੈਗੀ ਹੈ ਪਰ ਇੱਕ ਬੱਚਾ ਹੈਗਾ ਫਿਰ ਉਹਦੇ ਹਸਬੈਂਡ ਨੂੰ ਜਾਊਗੀ। ਫਿਰ ਜਾਊਗੀ 100%।
ਅੱਛਾ ਫਿਰ ਉਹਨਾਂ ਹੀ ਅੱਛਾ ਸ਼ੇਅਰ ਬੱਚਾ ਹੈਗਾ ਫਿਰ ਜਾਊਗੀ। ਇੱਥੇ ਆਹੀ ਹੈ 15-1 ਤੇ 15-1 ਚ ਜਿਹੜੀ ਡਿਸਕ੍ਰਿਮੀਨੇਸ਼ਨ ਹਸਬੈਂਡ ਨਾਲ ਹੋ ਗਈ ਵਿਚਾਰੇ ਨਾਲ, ਤੇ ਨਹੀਂ ਤਾਂ ਕੋਈ ਐਡਾ ਇਸ਼ੂ ਨਹੀਂ ਸੀਗਾ। ਇੱਥੇ ਡਿਸਕ੍ਰਿਮੀਨੇਸ਼ਨ ਹੋ ਗਈ ਆ ਕੇ ਥੋੜੀ ਜਿਹੀ, ਪਰ ਉਹ ਕਹਿੰਦੇ ਸਦੀਆਂ ਫਿਰ ਜਾਊਗੀ। ਹਾਂਜੀ। ਬੀ ਪਾਰਟ ਜੇ ਹੈਗਾ 2 ਬੱਚਾ ਹੈ ਦਾ। ਫਿਰ ਜਾਊਗੀ 8 ਵਜੇ। ਹਾਂਜੀ ਹਾਂਜੀ 2 ਦਾ ਬੀ ਪਾਰਟ ਹੈਗਾ, ਐਨੀ ਪ੍ਰੋਪਰਟੀ ਇਨਹੈਰਿਟਡ ਬਾਈ ਅ ਫੀਮੇਲ ਹਿੰਦੂ ਫਰੋਮ ਹਰ ਹਸਬੈਂਡ or from her father-in-law shall be devolved in absence of any son or daughter of deceased, including children of any predeceased son or daughter, not upon other heirs referred in subsection 1 but in other terms heirs of husband। ਤਾਂ ਫਿਰ ਉਹ heirs of husband ਨੂੰ ਜਾਣੀ ਹੈ। ਠੀਕ ਹੈ ਜੀ। ਇਹ ਨਾ ਜਿਹੜੀ ਇਹ ਜਿਹੜੇ ਸੈਕਸ਼ਨ ਹੈਗਾ ਇਹਦੇ ਵਿੱਚ ਵੀ ਬਹੁਤ ਵੱਡਾ ਲਕੂਨਾ ਹੈਗਾ। ਸਪੋਜ਼ ਕਰੋ ਫਾਦਰ ਇਨ ਲਾ ਜਿਹੜਾ ਹੈਗਾ ਆਪਦੀ ਨੂੰਹ ਨੂੰ ਵਸੀਅਤ ਕਰਾ ਜਾਂਦਾ, ਨੂੰਹ ਦੇ ਹਸਬੈਂਡ ਦਾ ਹੈਗਾ ਪਰ ਬੱਚੇ ਹੈ ਨਹੀਂ। ਹੈਲੋ ਹਾਂਜੀ ਹਾਂਜੀ ਸਰ ਆ ਰਹੀ ਹੈ ਆਵਾਜ਼। ਨੂੰਹ ਦੇ ਹਸਬੈਂਡ ਦਾ ਹੈਗਾ, ਬੱਚੇ ਹੈ ਨਹੀਂ, ਤਾਂ ਉਹਨੂੰ ਹਸਬੈਂਡ ਨੂੰ ਇਗਨੋਰ ਕਰਕੇ ਉਹਦੇ ਹੇਅਰਸ ਆਫ ਹਸਬੈਂਡ ਨੂੰ ਜਾ ਰਹੀ ਹੈ। ਇਹਦੇ ਵਿੱਚ ਇਹ ਚਾਹੀਦਾ ਸੀਗਾ ਵੀ ਜੀ ਤੋਂ ਪ੍ਰਾਪਰਟੀ ਆਈ ਹੈ ਉਹਦੇ ਹੇਅਰਸ ਨੂੰ, ਜੇ ਫਾਦਰ ਇਨ ਲਾ ਤੋਂ ਆਈ ਹੈ ਤਾਂ ਹਸਬੈਂਡ ਉਹਦਾ ਫਿਰ ਇਨਹੈਰਿਟ ਕਰ ਸਕਦਾ ਸੀਗਾ। ਤੇ ਇਹ ਦੂਜੀ ਕੰਡੀਸ਼ਨ ਇਹ ਮਾਈਂਡ 'ਚ ਰੱਖ ਕੇ ਬਣਾਈ ਗਈ ਹੈ ਵੀ ਜੇ ਹਸਬੈਂਡ ਤੋਂ ਆਈ ਹੈ ਤਾਂ ਮਤਲਬ ਹੈ ਵੀ ਉਹ ਵਿਡੋ ਹੀ ਹੈ। ਪਰ ਇਹ ਫਰੋਮ ਹਰ ਹਸਬੈਂਡ ਹੀ ਆਈ ਥਿੰਕ ਪਰ ਇਹ ਐਂਟੀਸਪੇਟ ਨਹੀਂ ਕੀਤਾ ਗਿਆ ਵੀ ਫਾਦਰ ਇਨ ਲਾ ਵੀ ਉਹਦੀ ਨੂੰਹ ਨੂੰ ਬਾਈ ਵਿਲ ਪ੍ਰਾਪਰਟੀ ਲਵਾ ਸਕਦਾ। ਤਾਂ ਹੁਣ ਇੱਥੇ ਹਸਬੈਂਡ ਦੀ ਪੋਜੀਸ਼ਨ ਜਿਹੜੀ ਹੈਗੀ ਹੈ ਕਲੀਅਰ ਨਹੀਂ ਹੈਗੀ ਬਿਲਕੁਲ ਵੀ, ਤੇ ਨਾ ਹੀ ਕੋਈ ਇਸ ਤੇ ਹਜੇ ਤੱਕ ਕੋਈ ਲਾ। ਹਾਂਜੀ ਸਰ ਜਿਹੜੀ ਤੁਸੀਂ ਸਿਚੁਏਸ਼ਨ ਦਿੱਤੀ ਹੈਗੀ ਹੈ ਹਾਂਜੀ ਜਿਵੇਂ ਫਾਦਰ ਇਨ ਲਾ ਤੋਂ ਵਸੀਅਤ ਦੇ ਵਿੱਚ ਆਈ ਹੈ ਉਹਨੂੰ, ਤਾਂ ਫਿਰ ਸਰ ਇਹ 2B। ਹੈਲੋ ਉਹ ਸਰ ਰੇਂਜ ਹੈ ਨਹੀਂ, ਪ੍ਰਵੀਨ ਸਰ ਰੇਂਜ ਹੈ ਨਹੀਂ ਗੇ ਜੀ, ਉਹ ਤਾਂ ਆਵਾਜ਼ ਕੱਟੀ ਜਾਂਦੀ ਉਹਨਾਂ ਦੀ। ਹਾਂਜੀ ਇਹ ਸਿਚੁਏਸ਼ਨ ਹੁਣ ਔਕਵਰਡ ਬਣ ਗਈ ਵੀ ਹਸਬੈਂਡ ਹੈਗਾ, ਪ੍ਰਾਪਰਟੀ ਉਹਨੂੰ ਫਾਦਰ ਇਨ ਲਾ ਤੋਂ ਆਈ ਹੈ, ਤਾਂ ਯਾਨੀ ਹੇਅਰਸ ਆਫ ਹਸਬੈਂਡ ਨੂੰ ਇਗਨੋਰ ਕਰਕੇ ਹੇਅਰਸ ਆਫ ਹਸਬੈਂਡ ਨੂੰ ਜਾਊਗੀ। ਇਸ ਤੇ ਅਸੀਂ ਕਾਫੀ ਪੜ੍ਹਦੇ ਸੀ, ਉਦੋਂ ਵੀ ਅਸੀਂ ਕਾਫੀ ਡਿਸਕਸ ਕਰਦੇ ਸੀ ਇਸ ਤੇ, ਕਾਫੀ ਪ੍ਰੈਕਟਿਸ ਵੇਲੇ ਵੀ ਕੋਸ਼ਿਸ਼ ਕੀਤੀ ਇਸ ਤੇ ਕੋਈ ਲਾਅ ਲੱਭੇ, ਪਰ ਕਲੈਰਿਟੀ ਕਿਤੋਂ ਮਿਲੀ ਨਹੀਂ ਇਹਦੀ। ਸਰ ਮੈਂ ਸਰ ਲਾਈਕ ਜਿਵੇਂ ਤੁਸੀਂ ਜਿਹੜੀ ਕਹੀ ਹੈ ਸਿਚੁਏਸ਼ਨ ਜਿਹਦੇ ਵਿੱਚ ਲੇਡੀ ਨੂੰ ਉਹਦੇ ਫਾਦਰ ਇਨ ਲਾ ਤੋਂ ਆਈ ਹੈ, ਸਰ ਉਹਨੂੰ ਆਪਾਂ 15(2)B ਦੇ ਵਿੱਚ ਡੀਲ ਕਰਨ ਦੀ ਬਜਾਏ ਇਹਦੇ ਵਿੱਚ ਨਹੀਂ ਡੀਲ ਕਰਾਂਗੇ 15 ਜਿਹੜਾ 1 ਹੈ ਇਹਦੇ ਵਿੱਚ? ਨਹੀਂ ਸਪੋਜ਼ ਕਰੋ ਫਾਦਰ ਇਨ ਲਾ ਤੋਂ ਪ੍ਰਾਪਰਟੀ ਆ ਗਈ ਤਾਂ ਵੀ ਸਰ 15 ਉਹ ਆਪਾਂ ਪਰ ਉਹਦੇ ਬੱਚਾ ਕੋਈ ਹੈ ਨਹੀਂ, ਫਿਰ ਕੀ ਕਰਾਂਗੇ ਆਪਾਂ? ਸਰ ਜੇ ਮੰਨ ਲਓ ਫਾਦਰ ਇਨ ਲਾ ਤੋਂ ਆਈ ਹੈਗੀ ਹੈ ਤੇ ਇਹਦੇ ਅਕੋਰਡਿੰਗਲੀ 15(1)A ਦੇ ਅਕੋਰਡਿੰਗਲੀ ਹੈਗਾ ਸਰ ਜਿਹੜਾ, ਤਾਂ ਹਸਬੈਂਡ ਨੂੰ ਹੀ ਜੀ ਐਬਸੈਂਸ ਆਫ ਸਨ ਐਂਡ ਡਾਟਰ ਵੀ ਹੈ, ਉਹ ਤਾਂ ਹੈਗੀ ਹੈ ਸਨ ਐਂਡ ਡਾਟਰ ਹੈਗੇ ਆ, ਪਰ ਇੱਥੇ ਐਬਸੈਂਸ ਆਫ ਸਨ ਐਂਡ ਡਾਟਰ ਹੈ। ਸਰ ਜਿਵੇਂ ਹੁਣ ਇਹਦੇ ਵਿੱਚ 15A ਦੇ ਵਿੱਚ ਜਿਹੜਾ ਸ਼ੋ ਕਰ ਰਿਹਾ ਇਹ, ਇਹਦੇ ਵਿੱਚ ਜੇ ਮੰਨ ਲਓ ਸਨ ਐਂਡ ਡਾਟਰ ਨਹੀਂ ਵੀ ਹੈਗੇ, ਕੋਈ ਵੀ ਪ੍ਰੋਪਰਟੀ ਹੈ ਫੀਮੇਲ ਨੇ ਮੰਨ ਲਓ ਪਰਚੇਜ਼ ਕੀਤੀ ਹੈ ਤੇ ਉਸ ਦੀ ਡੈਥ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਸਰ ਜਿਹੜੀ ਪ੍ਰੋਪਰਟੀ ਜਾਊਗੀ ਜੇ ਸਨ ਐਂਡ ਡਾਟਰ ਹੈ ਨਹੀਂਗੇ ਤਾਂ ਹਸਬੈਂਡ ਨੂੰ ਹੀ ਜਾਊਗੀ ਇਹਦੇ ਅਕੋਰਡਿੰਗਲੀ, ਤਾਂ ਜੇ ਉਹਨੇ ਖੁਦ ਪਰਚੇਜ਼ ਕੀਤੀ ਹੋਈ। ਨਹੀਂ ਪਰ ਇੱਥੇ ਬੀ ਪਾਰਟ ਦੇ ਵਿੱਚ ਇਨ ਐਬਸੈਂਸ ਆ ਗਿਆ ਆਫ ਸਨ ਐਂਡ ਡਾਟਰ, ਤਾਂ ਫਿਰ ਉੱਥੇ ਹਸਬੈਂਡ ਨੂੰ ਇਗਨੋਰ ਕਰਤਾ। ਕਿਹਦੇ ਵਿੱਚ ਕਹਿ ਰਹੇ ਹੋ ਤੁਸੀਂ? ਆ 2B ਤਾਂ ਫਿਰ ਪਰ 2B ਦੇ ਵਿੱਚ ਤਾਂ ਉਹੀ ਹੈ ਨਾ, ਕੱਲੀ ਇਨਹੈਰੀਟੈਂਸ ਜਿਹੜੀ ਹਸਬੈਂਡ ਤੋਂ ਹੋਊਗੀ। ਨਾ ਫਾਦਰ ਇਨ ਲਾ ਤੋਂ ਉਸ ਦੇ ਵਿੱਚ ਹਸਬੈਂਡ ਔਰ ਫਰਮ ਹਰ ਫਾਦਰ ਇਨ ਲਾ ਸ਼ੈਲ ਡਿਵੋਲਵ। ਉਹ ਇਸ ਪੋਜੀਸ਼ਨ 'ਚ ਹੈ ਵੀ ਜੇ ਹਸਬੈਂਡ ਦੀ ਡੈਥ ਉਹਦੇ ਹਸਬੈਂਡ ਫਾਦਰ ਇਨ ਲਾ ਤੋਂ ਪਹਿਲਾਂ ਡੈਥ ਹੋ ਗਈ ਤਾਂ ਉਹਨੂੰ ਮਤਲਬ ਵਿਡੋ ਹੋ ਗਈ ਆ, ਐਜ਼ ਅ ਵਿਡੋ ਇਨਹੈਰਿਟ ਕਰੂਗੀ ਆਪਦੇ ਫਾਦਰ ਇਨ ਲਾ ਤੋਂ, ਪ੍ਰੀ ਡਿਸੀਜ਼ਡ ਸਨ ਤੋਂ ਇਨਹੈਰਿਟ ਕਰੂਗੀ ਉਹ। ਪਰ ਇੱਥੇ ਪੋਜੀਸ਼ਨ ਇਹ ਹੈ ਵੀ ਹਸਬੈਂਡ ਜਿਉਂਦਾ ਪਰ ਸਹੁਰੇ ਨੇ ਆਪਦੇ ਨੂੰਹ ਨਾਲ ਲਵਾਤੀ ਪ੍ਰਾਪਰਟੀ। ਇੱਥੇ ਇਨਹੈਰੀਟੈਂਸ ਮਤਲਬ ਸਹੁਰੇ ਨੇ ਆਪਣੇ ਆਪ ਕੀਤੀ ਹੈ, ਜਿਉਂਦੇ ਜੀ ਕੀਤੀ ਹੈਗੀ ਹੈ। ਠੀਕ ਹੈ
ਸਰ ਜਿਹੜਾ 2 ਦਾ ਇਹ ਹੈ, ਇਹ ਫਿਰ ਅੱਜ ਤੱਕ ਚੈਲੰਜ ਨਹੀਂ ਹੋਇਆ ਸਰ, ਜਿਹਦੇ ਚ ਆਪਣਾ ਡਿਸਕ੍ਰਿਮੀਨੇਸ਼ਨ ਚੈਲੰਜ ਹੋਇਆ ਸੀਗਾ, ਪਰ ਇਹਦੇ ਵਿੱਚ ਇੱਕ ਪੋਜੀਸ਼ਨ ਕਲੀਅਰ ਹੋਈ ਸੀਗੀ, ਜਿਹੜਾ ਕਿ ਅਸੀਂ ਡਿਸਕਸ ਕੀਤਾ ਸੀਗਾ ਵੀ ਜੇ ਸਹੁਰੇ ਨੇ ਵਿਲ ਕੀਤੀ ਹੈਗੀ ਆ, ਹਾਂਜੀ ਹਾਂਜੀ, ਜੇ ਸਹੁਰੇ ਨੇ ਵਿਲ ਕੀਤੀ ਹੈਗੀ ਹੈ ਤਾਂ ਉਹਦੀ ਉਹ ਬਾਈ ਵੇ ਆਫ ਇੰਟਰਸਟੇਟ ਇਨਹੈਰੀਟੈਂਸ ਨਹੀਂ ਹੈਗੀ, ਉਹਦੀ ਪਰਸਨਲ ਪ੍ਰਾਪਰਟੀ ਹੈ, ਕਿਉਂਕਿ ਲਾਅ ਇਹੀ ਹੈ ਜੇ ਬਾਈ ਵੇ ਆਫ ਵਿਲ ਜਿਹੜੀ ਹੈਗੀ ਹੈ ਪ੍ਰਾਪਰਟੀ ਇਨਹੈਰਿਟ ਕਰਦਾ ਕੋਈ ਤਾਂ ਉਹਦੀ ਪਰਸਨਲ ਪ੍ਰਾਪਰਟੀ ਬਣ ਜਾਂਦੀ ਹੈ। ਜੀ ਸਰ ਜੀ, ਠੀਕ ਹੈ। ਪਰਸਨਲ ਪ੍ਰਾਪਰਟੀ ਬਣ ਕਰਕੇ ਫਿਰ ਇਹ ਇਸ ਤੋਂ ਨਿਕਲ ਜਾਂਦੀ ਹੈ, ਉਹ ਇਨਹੈਰੀਟੈਂਸ ਦੇ ਅੰਡਰ ਨਹੀਂ ਆਉਂਦੀ, ਇਨਹੈਰੀਟੈਂਸ ਦੇ ਇੰਟਰਸਟੇਟ ਚੋਂ ਨਿਕਲ ਜਾਂਦੀ ਆ, ਉਹ ਇਹਦੇ ਪ੍ਰਵਿਊ ਚੋਂ ਨਿਕਲ ਜਾਂਦੀ ਹੈ, ਇੰਟਰਸਟੇਟ ਚੋਂ ਨਿਕਲ ਜਾਂਦੀ ਹੈ। ਫਿਰ ਇਹ ਮਤਲਬ ਇਸ ਤੇ ਕੋਈ ਲਾਅ ਨਹੀਂ ਹੈਗਾ, ਪਰ ਅਸੀਂ ਆਪ ਦਾ ਮਾਈਂਡ ਲਾਇਆ ਸੀਗਾ, ਇਸ ਕਰਕੇ 15(1)(a) ਤੇ ਲਾਗੂ ਹੋਣੀ ਚਾਹੀਦੀ ਹੈ। ਵਿਨੇ ਜੀ ਠੀਕ ਨੇ ਵੀ ਉਹਦੇ ਹਸਬੈਂਡ ਨੂੰ ਜਾਣੀ ਚਾਹੀਦੀ ਹੈ। ਜੀ ਸਰ, ਪਰ ਜਾਂਦੀ ਨੀਨਾ ਜੀ, ਜੇ ਬੱਚੇ ਨਾ ਹੋਣ, ਆਪਣਾ ਬੱਚੇ ਹੋਣ ਫਿਰ ਨਹੀਂ ਜਾਂਦੀ। ਚਲੋ ਜੇ ਪੋਜੀਸ਼ਨ ਵੈਸੇ ਤਾਂ ਘੱਟ ਹੀ ਆਊਗੀ, ਜੇ ਆਊਗੀ ਤਾਂ ਦੇ ਦਿਓ ਚੁੱਪ ਕਰਕੇ ਘਰ ਵਾਲੇ ਨੂੰ, ਕੋਈ ਗੱਲ ਨਹੀਂ। ਸਹੀ ਗੱਲ ਹੈ ਸਰ, ਸਹੀ ਸਰ ਆਈ ਥਿੰਕ ਨਾ ਇਹ ਵਾਲਾ ਜਿਹੜਾ ਐਕਟ ਹੈ ਨਾ, ਇਹ ਜਿਵੇਂ ਡੋਰੀ ਲਾ ਨਹੀਂ ਸੀਗਾ, ਕਈ ਵਾਰੀ ਜਿਵੇਂ ਉਹਨਾਂ ਨੇ ਮੈਰਿਜ ਕਰ ਲਈ ਤੇ ਨਾਲ ਦੀ ਨਾਲ ਜਿਵੇਂ ਫੀਮੇਲ ਨੂੰ ਚਲੋ ਕਿਵੇਂ ਵੀ ਡੈਥ ਹੋ ਗਈ ਉਹਦੀ ਮੈਰਿਜ ਦੇ ਬਾਅਦ, ਤਾਂ ਉਸ ਨੂੰ ਪ੍ਰੀਵੈਂਟ ਕਰਦਾ ਕਿਸੇ ਨਾ ਕਿਸੇ ਢੰਗ ਨਾਲ ਵੀ, ਉਹਦੀ ਜੇ ਮੰਨ ਲਓ ਕੋਈ ਮੈਰਿਜ ਕਰ ਲੈਂਦਾ ਹੈਗਾ ਲੇਡੀ ਨਾਲ, ਤਾਂ ਵੀ ਉਹਦੀ ਜ਼ਮੀਨ ਨਾ ਹਥਿਆ ਸਕੇ ਉਹ, ਮਤਲਬ ਐਟਲੀਸਟ ਉਹਦੇ ਜੇ ਬੱਚਾ ਜੋ ਹੋਣ ਤੱਕ, ਜਦੋਂ ਤੱਕ ਬੱਚਾ ਹੋ ਜਾਂਦਾ ਉਦੋਂ ਬਾਅਦ ਉਹ ਉਹਦਾ ਮਾਲਕ ਬਣੂਗਾ, ਉਦੋਂ ਤੱਕ ਉਹ ਮਾਲਕ ਨਹੀਂ ਬਣੂਗਾ ਜੇ ਲੇਡੀ ਦੀ ਡੈਥ ਹੋ ਜਾਂਦੀ। ਸੈਕਸ਼ਨ ਅੱਗੇ ਆ ਕੇ 16 ਆ ਜਾਂਦਾ ਜੀ। ਜੀ ਸਰ, ਸੈਕਸ਼ਨ 16 ਹੈਗਾ, ਉਹਦੇ 'ਚ ਨਾ ਇੱਕ ਜਜਮੈਂਟ ਸੀਗੀ, ਤਾਂ ਮੈਂ ਦੱਸਦਾ, ਜਿਹਦੇ 'ਚ ਸੀਗਾ ਵੀ ਇਨਹੈਰੀਟਡ ਦਾ ਮਤਲਬ ਹੈਗਾ ਨਾਟ ਵੇ ਆਫ ਬਾਈ ਡੈਵੋਲੂਸ਼ਨ ਆਫ ਵਿਲ। ਮਦਰਾਸ ਹਾਈ ਕੋਰਟ ਦੀ ਜਜਮੈਂਟ ਸੀਗੀ ਪਹਿਲਾਂ, ਵੀ ਜਿਹੜੀ ਉਹਦੇ 'ਚ ਇਨਹੈਰੀਟੈਂਸ ਜਿਹੜੀ ਹੈਗੀ ਹੈ, ਇਟ ਮੀਨਸ ਬਾਈ ਵੇ ਆਫ ਸਕਸੈਸ਼ਨ ਬਾਈ ਡਿਸੈਂਟ, ਨਾਟ ਬਾਈ ਵੇ ਆਫ ਵਿਲ। ਇਸ ਕਰਕੇ ਜਿਹੜਾ ਹੈਗਾ ਇਹ 15(2) ਦਾ B ਜਿਹੜਾ ਹੈਗਾ ਇਸ ਕੇਸ ਦੇ ਵਿੱਚ ਲਾਗੂ ਨਹੀਂ ਹੁੰਦਾ। ਜੇ ਇਹੋ ਜਿਹੀ ਪੋਜੀਸ਼ਨ ਕਿਤੇ ਆਉਂਦੀ ਹੈ, ਰਾਈਜ਼ ਹੁੰਦੀ ਹੈ ਵੀ ਸਹੁਰੇ ਨੇ ਜਿਹੜੀ ਵਸੀਅਤ ਕਰਾਤੀ ਨੂੰਹ ਦੇ ਨਾਂ ਤੇ ਬੱਚਾ ਵੀ ਹੈ ਨਹੀਂ, ਫਿਰ ਕਿਹਨੂੰ ਜਾਣੀ ਹੈ, ਤਾਂ ਉਹ ਫਿਰ ਹੈਗਾ 15(1)(a) ਹੀ ਲਾਗੂ ਹੁੰਦਾ, ਨਾ ਕਿ 15(2)(b। ਇੱਕ ਮਦਰਾਸ ਹਾਈ ਕੋਰਟ ਦੀ ਬਹੁਤ ਪੁਰਾਣੀ ਜੀ ਇੱਕ ਲੱਭੀ ਸੀ ਸਾਨੂੰ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਸੈਕਸ਼ਨ 16 ਹੈਗਾ ਜੀ, ਆਰਡਰ ਆਫ ਸਕਸੈਸ਼ਨ ਐਂਡ ਮੈਨਰ ਆਫ ਡਿਸਟ੍ਰੀਬਿਊਸ਼ਨ ਅਮੰਗ ਹੇਅਰਸ ਆਫ ਅ ਫੀਮੇਲ ਹਿੰਦੂ। The order of succession among heirs referred to in section 15 shall be, and distribution of intestate property among those heirs shall take place according to rules, namely among heirs specified in subsection 1 of section 15, those in one entry shall be referred to those in succeeding entry, and those included in same entry shall take simultaneously. ਠੀਕ ਹੈ ਜੀ। ਜੇ ਮਤਲਬ ਇਹਦੇ 'ਚ ਹੈਗਾ ਕਲੈਰੀਫਿਕੇਸ਼ਨ ਇੰਨਾ ਕੀ ਹੈ ਵੀ ਜੇ ਫਸਟ ਐਂਟਰੀ ਸਨਸ ਐਂਡ ਡਾਟਰਸ ਹੈਗੇ ਆ, ਫਿਰ ਉਹਨਾਂ ਨੂੰ ਹੀ ਜਾਣੀ ਹੈਗੀ ਆ, ਫਿਰ ਉਹਦੇ ਪੋਤੇ ਪੋਤੀਆਂ ਨੂੰ ਨਹੀਂ ਆਪਾਂ ਤੱਕ ਜਾਣਾ ਨਹੀਂ ਹੈਗਾ, ਕੁਰਸੀਨਾਮਾ ਉੱਥੇ ਰੋਕ ਦੇਣਾ ਹੈਗਾ। ਠੀਕ ਹੈ ਜੀ। ਤੇ ਜੇ ਉਹ ਹੈ ਨਹੀਂ ਗੇ, ਫਿਰ ਉਹਨਾਂ ਨੂੰ ਜਾਣਾ ਹੈਗਾ, ਪੋਤੇ ਪੋਤੀਆਂ ਨੂੰ ਕੁਰਸੀਨਾਮੇ ਦਿਖਾਉਣਾ ਹੈਗਾ। ਸਪੋਜ਼ ਕਰੋ ਇੱਕ ਲੇਡੀ ਮਰ ਗਈ, ਉਹਦੇ 2 ਮੁੰਡੇ 2 ਕੁੜੀਆਂ, ਇੱਕ ਹਸਬੈਂਡ ਹੈਗਾ, 1/5 ਸ਼ੇਅਰ ਹੋ ਗਏ, ਉਹਨਾਂ 'ਚੋਂ ਇੱਕ ਮੁੰਡਾ ਮਰ ਗਿਆ ਪਹਿਲਾਂ, ਉਦੋਂ ਪ੍ਰੀ ਡਿਸੀਜ਼ ਹੋ ਗਿਆ, ਉਹਦੇ ਨੂੰਹ ਹੈਗੀ ਆ ਤੇ ਉਹਦੇ ਉਹ ਹੈਗੇ ਨੇ ਬੱਚੇ ਹੈਗੇ ਆ, ਤਾਂ ਉਹ 1/5 ਸ਼ੇਅਰ ਜਾਣਗੇ। ਸਰ ਇੱਕ ਮਿੰਟ ਸਰ, ਥੋੜਾ ਕਲੀਅਰ ਕਰ ਦਿਓ ਇੱਥੇ ਜਿਹੜੀ ਗੱਲ ਤੁਸੀਂ ਕਿਹਾ ਸੀਗਾ। Among the heirs specified in subsection 1, those in one entry shall be preferred to those in any succeeding entry. ਸਰ ਜਿਵੇਂ ਇਹ ਵਾਲੀ ਐਂਟਰੀਜ਼ ਦੀ ਗੱਲ ਕਰ ਰਹੇ ਹਾਂ ਨਾ ਆਪਾਂ, ਫਸਟ ਹੁੰਦਾ ਇਹ ਵਾਲੀ ਜਿਹੜਾ ਵਨ ਐਂਟਰੀ ਹੈਗਾ A, ਇਹਨਾਂ ਨੂੰ ਪ੍ਰੈਫਰੈਂਸ ਦੇਣੀ ਹੈ, B C D E ਨੂੰ ਇਗਨੋਰ ਕਰ ਦੇਣਾ। ਸਰ ਜਿਵੇਂ ਹੁਣ ਇਹ ਹੈ firstly upon the sons and daughters, among the heirs specified in subsection 1 of section 15, those in one entry, ਹੁਣ ਇਹਦੇ ਚ 5 ਐਂਟਰੀ A B C D E 5 ਐਂਟਰੀਆਂ ਆ ਗਈਆਂ ਨਾ ਇਹਦੇ ਚ,
ਠੀਕ ਹੈ ਸਰ, ਜੇ ਪਹਿਲੀ ਐਂਟਰੀ ਦਾ ਕੋਈ ਵੀ ਬੰਦਾ ਹੈਗਾ ਤਾਂ ਦੂਜੀ ਐਂਟਰੀ 'ਚ ਨਹੀਂ ਜਾਊਗਾ, ਜਿਸ ਤਰ੍ਹਾਂ ਹਾਂ ਆਪਣਾ ਉਹ ਕਲਾਸ 2 ਈਅਰ ਦੇ ਹਾਂ ਵਿੱਚ ਕਰਦੇ ਸੀ ਮੇਲ ਦਾ। ਹਾਂ। ਇਸ ਕਰਕੇ ਜੇ ਪਹਿਲੀ ਐਂਟਰੀ ਹੈਗੀ ਹੈ ਤਾਂ ਬਾਕੀ ਐਂਟਰੀਆਂ ਨੂੰ ਆਪਾਂ ਦੇਖਣਾ ਹੀ ਨਹੀਂ। ਠੀਕ ਹੈ। ਰੂਲ 2 ਹੈਗਾ ਜਿਹੜਾ ਇਹਨਾਂ ਦੇ ਇੰਟਰ ਸੀ ਹੈਗਾ, if any son or daughter of interstate had predeceased the interstate leaving his or her children alive at the time of interstate's death, the children of such son or daughter shall take between them share which son or daughter would have taken if living at the interstate's death। ਉਹੀ ਆ ਗਿਆ ਵੀ ਜੇ ਕੋਈ ਪਹਿਲਾਂ ਇੱਕ ਬੱਚਾ ਮਰ ਚੁੱਕਿਆ ਤਾਂ ਉਹਨੂੰ ਜੇ 1/5 ਆਉਂਦਾ ਤਾਂ ਉਹਦੇ ਬੱਚੇ ਤੇ ਵਿਡੋ ਉਹ ਵੀ 1/5 ਹੀ ਲੈਣਗੇ। ਪਰ ਇੱਥੇ ਵਿਡੋ ਬਾਰੇ ਕੋਈ ਕਹਾਣੀ ਪਾਈ ਨਹੀਂ ਹੈ ਇਹਨਾਂ ਨੇ, ਸਿਰਫ ਬੱਚਿਆਂ ਦੇ ਬਾਰੇ ਲਿਖਿਆ ਇਹਨਾਂ ਨੇ ਨਾ। ਇਹ 'ਚ ਵੀ ਬੜਾ ਲਕੂਨਾ ਛੱਡਿਆ ਪਿਆ। ਬੰਦੇ ਦੇ ਮਤਲਬ ਕਿ ਨੂੰਹ ਨੂੰ ਜਾਏਗੀ ਲੇਡੀ ਦੀ, ਬੰਦੇ ਦੇ ਵਾਰਸ ਹੋਰ ਬਣਾ ਰੱਖੇ ਆ ਇੱਥੇ, ਹਾਂ ਲੇਡੀ ਦੇ ਹੋਰ ਬਣਾ ਰੱਖੇ। ਇਹਦੇ ਇਕੱਲੇ ਸਨਸ ਐਂਡ ਡਾਟਰਸ ਹੀ ਲਿਖਿਆ। if any son or daughter of interstate had predeceased the interstate leaving his or her own children alive at the time of interstate death, the children of such son or daughter shall take between them share which such ਇਹਦੇ 'ਚ ਹੁਣ ਵਿਡੋ ਨੂੰ ਵੀ ਇਗਨੋਰ ਕਰ ਰੱਖਿਆ ਤੇ ਉਹਦੇ ਜਵਾਈ ਨੂੰ ਵੀ ਇਗਨੋਰ ਕਰ ਰੱਖਿਆ ਇਸ ਰੂਲ ਦੇ ਮੁਤਾਬਕ। ਹਾਂਜੀ ਠੀਕ ਹੈ ਜੀ। ਜੀ। The devolution of property of interstate on the heirs referred to in clauses B, C, B, D and E of subsection 1 and subsection 2 of section 15 shall be in same order according to same rules as would have applied if property had been father's or mother's or husband as case me and such person interstate inspector। ਇਹ ਉਹੀ ਹੈ ਵੀ ਜਿਹੜਾ 2A ਤੇ B ਹੈਗਾ, ਜੇ ਇਹ ਲਾਗੂ ਹੁੰਦਾ ਤਾਂ ਐਂ ਸਮਝੋ ਵੀ ਉਹਦੇ ਫਾਦਰ ਦੀ ਇਨਹੈਰੀਟੈਂਸ ਹੈ ਜਾਂ ਉਹਦੇ ਹਸਬੈਂਡ ਦੀ ਇਨਹੈਰੀਟੈਂਸ ਕੀਤੀ ਜਾ ਰਹੀ ਹੈ। ਰਾਈਟ। ਠੀਕ ਹੈ ਜੀ। 17 ਹੈਗਾ ਮਰਮ ਮੁਕਤਮ ਤੇ ਅਲੇ ਸਤਨਾ ਲਾਅ। ਇਹ ਆਪਣੇ ਤੇ ਬੜਾ, ਇਹ ਸਾਊਥ ਦੇ ਲਾਅ ਨੇ, ਉਹਨਾਂ ਦੇ ਹੈ ਨਹੀਂ ਗੇ। ਅੱਗੇ ਆ ਜਾਂਦਾ ਜੀ, ਇਹਦੇ ਵਿੱਚ ਕਾਫੀ ਕਨਫਿਊਜ਼ਨ ਆਉਂਦੀ ਹੈ ਆਪਣੇ ਪਟਵਾਰੀਆਂ ਨੂੰ ਤੇ ਆਪਾਂ ਨੂੰ ਵੀ ਆਉਂਦੀ ਹੈ ਕਈ ਵਾਰੀ। ਜਨਰਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਸੁਸੈਸ਼ਨਸ, ਫੁੱਲ ਬਲੱਡ ਪ੍ਰੈਫਰ ਟੂ ਬੀ ਹਾਫ ਬਲੱਡ। Heirs related to an intestate by full blood shall be preferred to the heirs related by half blood if nature of the relationship of same is everything respect। ਇਹਦਾ ਮਤਲਬ ਹੈ ਵੀ ਜਿਹੜਾ ਫੁੱਲ ਬਲੱਡ ਹੈਗਾ, ਮਤਲਬ ਵੀ ਉਹ ਵਾਰਸ ਜਿਹੜੇ ਸੇਮ ਫਾਦਰ ਤੇ ਸੇਮ ਮਦਰ ਤੋਂ ਹੈਗੇ ਨੇ ਉਹਨਾਂ ਨੂੰ ਪ੍ਰੈਫਰੈਂਸ ਦੇਣੀ ਹੈ, ਨਾ ਕਿ ਹਾਫ ਬਲੱਡ। ਮਤਲਬ ਜਿਵੇਂ ਵੀ ਮਦਰਸ 2 ਹੋ ਗਈਆਂ, ਸਪੋਜ਼ ਕਰੋ ਇੱਕ ਬੰਦਾ ਹੈਗਾ ਉਹ ਬਿਨਾਂ ਸ਼ਾਦੀ ਬਿਨਾਂ ਔਲਾਦ ਮਰਦਾ ਹੈਗਾ, ਉਹਦੇ ਕੋਈ ਕਲਾਸ 1 ਹੇਅਰ ਹੈ ਨਹੀਂ ਗੇ, ਸਨ ਹੈ ਨਹੀਂ, ਡਾਟਰ ਹੈ ਨਹੀਂ, ਕੁਛ ਨਹੀਂ ਹੈ, ਮਦਰ ਵੀ ਹੈ ਨਹੀਂ ਉਹਦੀ, ਤਾਂ ਉਹਦੇ ਬ੍ਰਦਰ ਸਿਸਟਰ ਨੂੰ ਪ੍ਰੋਪਰਟੀ ਜਾਣੀ ਹੈ ਨਾ। ਸ਼ਡਿਊਲ ਜਿਹੜਾ ਕਹਿੰਦਾ ਆਪਣਾ ਕਲਾਸ 2 ਦਾ ਜਿਹੜਾ ਹੈਗਾ ਸੈਕੰਡ ਪਾਰਟ ਜਿਹੜਾ ਬ੍ਰਦਰਸ ਐਂਡ ਸਿਸਟਰ ਨੂੰ ਜਾਣੀ ਹੈ। ਸਪੋਜ਼ ਕਰੋ ਉਹਦਾ ਪਿਓ ਵੀ ਮਰਿਆ ਹੋਇਆ, ਉਹਦੀ ਜਿਹੜੀ ਹੈਗੀ ਆ ਪਿਓ ਦੀ ਪ੍ਰੋਪਰਟੀ, ਜਿਹੜੀ ਉਹਦੇ ਪਿਓ ਨੇ 2 ਵਿਆਹ ਕਰਾਏ ਹੋਏ ਸੀਗੇ ਤੇ ਉਹਦੀ ਮਦਰ ਮਰ ਗਈ, ਠੀਕ ਹੈ ਜੀ, ਤੇ ਉਹਨੇ ਪਿਓ ਨੇ ਦੂਜਾ ਵਿਆਹ ਕਰਾ ਲਿਆ, ਤਾਂ ਉਹ ਜਿਹੜੇ ਦੂਜੇ ਵਿਆਹ ਤੋਂ ਜਿਹੜੇ ਬੱਚੇ ਹੈਗੇ ਉਹ ਹਾਫ ਬਲੱਡ ਹੋ ਗਏ ਉਹਦੇ। ਤਾਂ ਜਿਹੜੇ ਹੈਗੇ ਆ, ਜੇ ਉਹ ਬਿਨਾਂ ਸ਼ਾਦੀ ਬਿਨਾਂ ਔਲਾਦ ਮਰਦਾ ਤੇ ਹੋਰ ਕੋਈ ਉਹਦਾ ਵਾਰਸ ਬਚਦਾ ਨਹੀਂ, ਭੈਣ ਭਰਾ ਹੀ ਬਚਦੇ ਨੇ, ਤਾਂ ਜਿਹੜੇ ਉਹਦੀ ਸਕੀ ਮਾਂ ਦੇ ਜਿਹੜੇ ਭੈਣ ਭਰਾ ਨੇ ਉਹਦੇ ਸਿਰਫ ਉਹ ਇਨਹੈਰਿਟ ਕਰਨਗੇ, ਨਾ ਕਿ ਜਿਹੜੀ ਉਹਦੀ ਮਤੇਰ ਮਾਂ ਦੇ ਭੈਣ ਦੇ ਕੁੱਖੋਂ ਬੱਚੇ ਹੋਏ ਨੇ। ਹੈ ਉਹ ਵੀ ਉਹਦੇ ਭੈਣ ਭਰਾ ਨੇ ਪਰ ਉਹ ਫਸਟ ਬਲੱਡ ਨਹੀਂ ਹੈਗੇ, ਉਹ ਹਾਫ ਬਲੱਡ ਨੇ, ਉਹ ਇਨਹੈਰਿਟ ਸੈਕਸ਼ਨ 18 ਮੁਤਾਬਕ ਉਹਨੂੰ ਨਹੀਂ ਕਰ ਸਕਦੇ। ਠੀਕ ਹੈ ਜੀ। ਤੇ ਸਰ ਯੂਟਰਾਈਨ ਬਲੱਡ ਵੀ ਇਹਦੇ ਵਿੱਚ ਹੀ ਆਊਗਾ ਫਿਰ ਤੀਜੇ ਨੰਬਰ ਤੇ? ਯੂਟਰਾਈਨ ਬਲੱਡ ਤਾਂ ਇਗਨੋਰ ਹੀ ਹੈ ਇਸ ਕੇਸ 'ਚ। ਉਹ ਤਾਂ ਕਲੀਅਰ ਹੀ ਲਿਖਿਆ ਹੀ, ਉਹ ਤਾਂ ਫੁੱਲ ਬਲੱਡ ਤੇ ਹਾਫ ਬਲੱਡ ਹੀ ਲਿਖਿਆ। ਸਰ ਮਤਲਬ ਜਿਹੜੇ ਕਿ ਜਿਹੜੇ ਬ੍ਰਦਰ ਸਿਸਟਰ ਆਪਾਂ ਟਰਮ ਯੂਜ਼ ਕਰ ਰਹੇ ਹਾਂ, ਉਹ ਫੁੱਲ ਬਲੱਡ ਲਈ ਵੀ ਹੈ, ਹਾਫ ਬਲੱਡ ਲਈ ਵੀ ਹੈ? ਨਾ ਬ੍ਰਦਰ ਸਿਸਟਰ ਸਿੰਧੂ ਸੈਕਸਨੈਟ ਦੇ ਵਿੱਚ ਜੇ ਕੋਈ ਬ੍ਰਦਰ ਸਿਸਟਰ ਆਉਂਦਾ ਤਾਂ ਫੁੱਲ ਬਲੱਡ ਹੀ ਹੈ ਬਸ, ਉਹ ਹਾਫ ਬਲੱਡ ਨਹੀਂ ਹੈਗਾ। ਸਰ ਜਿਵੇਂ ਹੁਣ ਆਪਣਾ ਇਹ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਫੁੱਲ ਬਲੱਡ ਵਾਲੇ ਬ੍ਰਦਰ ਸਿਸਟਰ ਹੈ ਨਹੀਂਗੇ ਤੇ ਹਾਫ ਬਲੱਡ ਵਾਲੇ ਬ੍ਰਦਰ ਸਿਸਟਰ ਹੈਗੇ ਆ, ਤਾਂ ਕੀ ਉਹਨਾਂ ਨੂੰ ਜਾਊਗੀ ਕਿ ਉਹਨਾਂ ਨੂੰ ਜਾਊਗੀ ਨਹੀਂ? ਉਹਨਾਂ ਨੂੰ ਨਹੀਂ ਜਾਊਗੀ, ਉਹਨਾਂ ਨੂੰ ਨਹੀਂ ਜਾਊਗੀ। ਉਸ ਤੋਂ ਬਾਅਦ ਤੀਜੀ ਥਾਂ ਤੇ ਚਲੇ ਜਾਵਾਂਗੇ ਆਪਾਂ।
ਫਿਰ ਇਹਦਾ 34 ਸਾਲ ਮਤਲਬ ਐ ਨਹੀਂ ਲੱਗ ਰਿਹਾ ਸਰ, ਜਿਹੜਾ ਫਿਰ ਤਾਂ ਇਹਨਾਂ ਨੇ ਲਿਖਣਾ ਹੀ ਸੀ ਵੀ ਹਾਫ ਬਲੱਡ ਨੂੰ ਦੇਣੀ ਨਹੀਂ, ਇਹਨਾਂ ਨੇ ਲਿਖਿਆ ਪ੍ਰੈਫਰੈਂਸ ਹੈ। ਪ੍ਰੈਫਰਡ, ਇਹਦਾ ਮਤਲਬ ਇਹੀ ਹੈ, ਲਿਖਿਆ ਹੀ ਹੈ ਪ੍ਰੈਫਰ ਟੂ ਹਾਫ ਬਲੱਡ, ਵੀ ਫੁੱਲ ਬਲੱਡ ਨੂੰ ਹੀ ਪ੍ਰੈਫਰੈਂਸ ਦੇਣੀ ਹੈ, ਹਾਫ ਬਲੱਡ ਨੂੰ ਦੇਣੀ ਨਹੀਂ। ਨਹੀਂ ਜੀ, ਬਿਨੇ ਜੀ ਠੀਕ ਕਹਿ ਰਹੇ ਹੈ। ਹੈਲੋ, ਬਿਨੇ ਜੀ ਠੀਕ ਕਹਿ ਰਹੇ ਵੀ ਉਹ ਪ੍ਰੈਫਰਡ ਲਿਖਿਆ, ਵੀ ਉਹ ਕਲੀਅਰ ਨਹੀਂ ਕੀਤਾ ਵੀ ਹਾਫ ਬਲੱਡ ਨੂੰ ਨਹੀਂ ਦੇਣੀ। ਸਰ ਵੀ ਮੈਨੂੰ ਵੀ ਐਂ ਲੱਗ ਰਿਹਾ ਵੀ ਜੇ ਮੰਨ ਲਓ ਜੇ ਤਾਂ ਫੁੱਲ ਬਲੱਡ ਵਾਲਾ ਕੋਈ ਵੀ ਬ੍ਰਦਰ ਸਿਸਟਰ ਹੈਗੇ, ਫਿਰ ਤਾਂ ਸਾਰੀ ਜ਼ਮੀਨ ਉਹਨੂੰ ਚਲੀ ਜਾਊਗੀ। ਜੇ ਮੰਨ ਲਓ ਕੋਈ ਵੀ ਨਹੀਂ ਹੈਗਾ, ਪਰ ਹਾਫ ਬਲੱਡ ਵਾਲਾ ਇੱਕ ਬ੍ਰਦਰ ਹੈਗਾ ਕੋਈ ਜਾਂ ਸਿਸਟਰ ਹੈਗੀ ਹੈ, ਫਿਰ ਸਾਰੀ ਉਹਨੂੰ ਚਲੀ ਜਾਊ। ਨਹੀਂ, ਇਹਦਾ ਇਲਸਟ੍ਰੇਸ਼ਨ ਕਲੈਰੀਫਾਈ ਕਰਦਾ ਇਹਨੂੰ, ਕਰਦਾ ਹਾਂ। ਜੇ ਫੁੱਲ ਬਲੱਡ ਹੈਗੇ ਨੇ ਤਾਂ ਫੁੱਲ ਬਲੱਡ ਨੂੰ ਦੇਣੀ ਹੈ, ਜੇ ਉਹ ਨਹੀਂ ਹੈਗੇ ਤਾਂ ਹਾਫ ਬਲੱਡ ਨੂੰ ਦੇਣੀ ਹੈ। ਪ੍ਰੈਫਰੈਂਸ ਹੈ, ਇਹਦਾ ਮਤਲਬ ਇਹੀ ਹੈ। ਠੀਕ ਹੈ ਜੀ, ਹਾਂ। ਪਰ ਜੇ ਬ੍ਰਦਰ ਸਨ ਤੇ ਉਹਨੂੰ ਉਦੋਂ ਪਹਿਲਾਂ ਪ੍ਰੈਫਰ ਕਰੂਗਾ। ਠੀਕ ਹੈ ਜੀ, ਇਹ ਕਲੈਰੀਫਿਕੇਸ਼ਨ ਹੈ ਵੀ ਫੁੱਲ ਬਲੱਡ ਹੈਗਾ ਤਾਂ ਫੁੱਲ ਬਲੱਡ ਨੂੰ ਪ੍ਰੈਫਰ ਕਰਨਾ ਹੈ, ਫਿਰ ਹਾਫ ਬਲੱਡ ਨੂੰ ਇਗਨੋਰ ਕਰ ਦੇਣਾ, ਉੱਥੇ ਇਗਨੋਰ ਕਰ ਦੇਣਾ। ਠੀਕ ਹੈ, ਰਾਈਟ। ਸੈਕਸ਼ਨ 19 ਹੈਗਾ ਜੀ, if 2 or more heirs succeed together to the property of instead it shall take the property save as approximately per capita not per stripes and as tenants in common and not as joint tenants। ਇਹਦੇ ਵਿੱਚ ਇਹ ਹੈਗਾ ਜੀ if 2 or more heirs succeed, ਇਹ ਮਤਲਬ ਜੇ ਕਲਾਸ 1 ਕਲਾਸ 2 ਦੇ ਜੇ ਕੋਈ ਇਹਨਾਂ ਵਿੱਚ ਨਹੀਂ ਆਉਂਦਾ ਸੈਕਸ਼ਨ 9, 10, 11 ਚ, ਤੇ ਉਸ ਦੇ ਰੂਲਸ ਦੇ ਵਿੱਚ ਕੋਈ ਨਹੀਂ ਫੋਲੋ ਕਰਦਾ ਹੈ ਜੀ, 12 ਤੱਕ ਵੀ ਕੋਈ ਨਹੀਂ ਫੋਲੋ ਕਰਦਾ, ਤਾਂ ਫਿਰ ਉਹਨਾਂ ਨੇ ਜੇ ਇਕੱਠੇ ਬੰਦੇ ਇਨਹੈਰਿਟ ਕਰ ਰਹੇ ਨੇ, ਸੇਮ ਡਿਗਰੀ ਚ ਆ ਰਹੇ ਨੇ, ਤੇ ਉਹਨਾਂ ਨੇ ਅੱਧੀ ਪ੍ਰਾਪਰਟੀ ਲੈਣੀ ਹੈ। ਜੇ ਉਹ 5 ਜਾਣੇ ਆ ਤਾਂ 1/5 ਸ਼ੇਅਰ ਜਾਣਾ ਹੈ। ਫਿਰ ਉੱਥੇ ਨਹੀਂ ਦੇਖਣਾ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਵੀ ਸਪੋਜ਼ ਕਰੋ ਭਤੀਜੇ ਨੂੰ ਪ੍ਰਾਪਰਟੀ ਜਾਣੀ ਹੈ, ਤਾਂ ਇੱਕ ਭਰਾ ਦੇ 2 ਮੁੰਡੇ ਆ, ਇੱਕ ਭਰਾ ਦੇ 4 ਮੁੰਡੇ ਆ, ਤੇ ਉਹ ਕਿਸੇ ਵੀ ਡਿਗਰੀ ਚ ਨਹੀਂ ਆਉਂਦੇ, ਜਾਂ ਭਤੀਜਿਆਂ ਦੇ ਗਾਂ ਭਤੀਜਿਆਂ ਨੂੰ ਆਣੀ ਹੈ, ਤਾਂ ਉਹ ਦੇਖਣਗੇ। ਉਹ ਐ ਨਹੀਂ ਦੇਖਣਾ ਵੀ ਇਹਨਾਂ ਦੀ ਉਤਪਤੀ 3 ਤੋਂ ਹੋਈ ਆ ਤਾਂ 1/3 ਸ਼ੇਅਰ ਦੇਈਏ ਇਹਨਾਂ ਨੂੰ, ਵੀ ਇੱਕ ਸ਼ੇਅਰ ਇੱਕ ਦੇ ਵਿੱਚ ਇੱਕ ਭਤੀਜੇ ਦੇ 2 ਮੁੰਡੇ ਆ, ਇੱਕ ਦਾ 1 ਹੈ, ਇੱਕ ਦੇ 4 ਹੈ, ਤਾਂ ਉਹ 7 ਸ਼ੇਅਰ ਦੇਖਣੇ ਆ, ਨਾ ਕਿ ਉਹ 3 ਸ਼ੇਅਰਾਂ ਚ ਡਿਵਾਈਡ ਹੋਣੀ ਆ। ਠੀਕ ਹੈ ਸਰ। ਹਾਂਜੀ ਸਰ ਥੋੜਾ ਦੁਬਾਰੇ ਕਰਿਓ ਜੀ, ਦੁਬਾਰੇ ਕਲੀਅਰ ਕਰਿਓ ਸਰ। ਸਪੋਜ਼ ਕਰੋ ਵੀ ਐਗਨੇਟ ਕੋਗਨੇਟ ਆ ਗਏ, ਤਾਂ ਉਹਨਾਂ ਨੂੰ ਕਿੱਥੋਂ ਦੇਣੀ ਹੈ। ਸਪੋਜ਼ ਕਰੋ ਐਗਨੇਟ ਇੱਕ ਡਿਗਰੀ ਦੇ ਵਿੱਚ ਉਹ 7 ਜਾਣੇ ਆ ਗਏ, ਉਹ ਸੇਮ ਡਿਗਰੀ ਦੇ ਵਿੱਚ ਜੀ ਸਰ, ਪਰ ਉਹਨਾਂ ਦੀ ਓਰੀਜਨਲ ਜਿਹੜੀ ਹੈਗੀ ਆ ਉਹ 2 ਬਾਪ ਤੋਂ ਹੈ, ਜਾਂ 2 ਉਹਨਾਂ ਦੇ ਬਾਪ ਅਲੱਗ-ਅਲੱਗ ਨੇ, 2 ਜਣਿਆਂ ਤੋਂ ਹੈ, ਤਾਂ ਉਹ ਇੱਕ ਦੇ 3 ਹੈ, ਇੱਕ ਦੇ 4 ਹੈ, ਤਾਂ ਉਹ 1/7 ਸ਼ੇਅਰ ਜਾਣਾ ਉਹਨਾਂ ਦਾ, ਨਾ ਕਿ ਉਹ ਹਾਫ ਸ਼ੇਅਰ ਦੇ ਵਿੱਚ ਉਹ ਤੇ ਹਾਫ ਸ਼ੇਅਰ ਦੇ ਵਿੱਚ ਉਹ। ਓਕੇ ਠੀਕ ਹੈ ਸਰ, ਠੀਕ ਹੈ ਕਲੀਅਰ, ਥੈਂਕ ਯੂ ਸਰ। ਰਾਈਟਸ ਆਫ ਚਾਈਲਡ ਇਨ ਵੋਮ, a child who was ਦੂਜਾ ਕਲੀਅਰ ਕਰ ਦੋ ਜਿਹੜਾ 19B ਹੈ, ਐਸ ਟੈਨੈਂਟਸ ਇਨ ਕਾਮਨ ਤੇ ਜੁਆਇੰਟ ਟੈਨੈਂਟਸ, ਇਹਨਾਂ ਕੀ ਫਰਕ ਹੈ ਦੋਨਾਂ ਟਰਮ ਚ? ਇਹਦੇ ਬਾਰੇ ਯਾਰ ਮੈਨੂੰ ਕੋਈ ਕਲੈਰਿਟੀ ਹੈ ਨਹੀਂ, ਮੈਂ ਚੈੱਕ ਕਰ ਲੂੰਗਾ, ਕਾਫੀ ਟਾਈਮ ਹੋ ਗਿਆ ਇਹਨੂੰ। ਜੇ ਆਪਾਂ ਫਿਰ ਦੇਖ ਲਾਂਗੇ, ਜਿੱਦਾਂ ਆਪਾਂ ਵਿਲ ਬਾਰੇ ਵੀ ਡਿਸਕਸ ਕਰਨਾ, ਉਹ ਵੀ ਬਹੁਤ ਵੱਡਾ ਚੈਪਟਰ ਹੈ। ਇੰਟਰਪ੍ਰੀਟੇਸ਼ਨ ਆਫ ਵਿਲਸ ਵੀ ਕਰਨੀ ਆ ਆਪਾਂ ਕਿਸੇ ਦਿਨ, ਉਦੋਂ ਆਪਾਂ ਟੇਕ ਅਪ ਕਰ ਲਾਂਗੇ ਨਾ। Rights of child in womb, or child who was in womb at the time of death of intestate and who is subsequently born alive shall have same right to inherit to intestate as if he or has born before the death of intestate, and inheritance deemed to vest in such case of effective date of death of intestate। ਉਹ ਹੈਗਾ ਵੀ ਇੱਕ ਅਨਬੋਰਨ ਚਾਈਲਡ ਹੈਗਾ, ਤਾਂ ਉਹਦੇ ਰਾਈਟਸ ਜਿਹੜੇ ਹੈਗੇ ਆ ਸੇਵ ਕੀਤੇ ਹੋਏ ਇਹਨਾਂ ਨੇ, ਲੈਜਿਸਲੇਚਰ ਨੇ। ਸਪੋਜ਼ ਕਰੋ ਵੀ ਇੱਕ ਬੰਦੇ ਦੇ ਪਹਿਲਾਂ ਹੀ 2 ਮੁੰਡੇ ਹੈਗੇ ਨੇ, ਤੇ ਇੱਕ ਜਦੋਂ ਡੈਥ ਹੋ ਗਈ ਤੇ ਵਾਈਫ ਪ੍ਰੈਗਨੈਂਟ ਸੀਗੀ, ਤਾਂ ਜਦੋਂ ਉਹ ਬੱਚਾ ਪੈਦਾ ਹੋਊਗਾ ਤਾਂ ਉਹਨੂੰ ਵੀ ਆਪਦੇ ਭਰਾਵਾਂ ਦੇ ਬਰਾਬਰ ਦਾ ਹਿੱਸਾ ਮਿਲੂਗਾ। ਇਹਦਾ ਸਿੱਧਾ ਜਿਹਾ ਮਤਲਬ ਇਹੀ ਨਿਕਲਦਾ। ਠੀਕ ਹੈ ਜੀ, ਠੀਕ ਹੈ ਸਰ, ਠੀਕ ਹੈ। ਪ੍ਰਜ਼ੰਪਸ਼ਨ ਇਨ ਕੇਸ ਆਫ ਸਾਈਮਲਟੇਨੀਅਸ ਡੈਥ, ਇਹ 'ਚ ਪ੍ਰੋਬਲਮ ਆਉਂਦੀ ਹੈ ਜੀ ਕਾਫੀ,
ਜਿਵੇਂ ਕਈ ਵਾਰੀ ਐਕਸੀਡੈਂਟ ਦੇ ਵਿੱਚ ਮਦਰ ਫਾਦਰ ਦੀ ਡੈਥ ਹੋ ਗਈ ਇਕੱਠਿਆਂ ਦੀ, ਜਾਂ ਸਨ ਫਾਦਰ ਦੀ ਡੈਥ ਹੋ ਗਈ, ਤਾਂ ਉਸ ਨੂੰ ਕਲੀਅਰ ਕਰਨ ਵਾਸਤੇ ਸੈਕਸ਼ਨ 21 ਬਣਾਇਆ ਗਿਆ ਸੀਗਾ। when two persons have died in circumstances describing as to uncertain whether either of them, and if so which survived the other, then for all purposes affecting succession to the property, it shall be presumed that contrary to the younger survived the elder. ਸਪੋਜ਼ ਕਰੋ ਕਾਰ ਦੇ ਵਿੱਚ ਜਾ ਰਹੇ ਨੇ, ਐਕਸੀਡੈਂਟ ਹੋ ਗਿਆ, ਮੌਕੇ ਤੇ ਸਾਰੇ ਮਰ ਗਏ ਨਾ, ਤਾਂ ਜਿਹੜਾ ਹੈਗਾ ਜੇ ਕੋਈ ਜਾਂ ਤਾਂ ਕੋਈ ਪ੍ਰੂਵ ਕਰੂਗਾ ਵੀ ਯੰਗਰ ਪਹਿਲਾਂ ਮਰਿਆ ਸੀਗਾ, ਨਹੀਂ ਤਾਂ ਇਹ ਮੰਨਿਆ ਜਾਊਗਾ ਵੀ ਜਿਹੜਾ ਐਲਡਰ ਸੀਗਾ ਉਹ ਪਹਿਲਾਂ ਮਰ ਗਿਆ ਤੇ ਯੰਗਰ ਉਦੋਂ ਬਾਅਦ ਮਰਿਆ। ਕਲੀਅਰ ਹੈ ਜੀ? ਠੀਕ ਹੈ ਸਰ। ਬੜੀ ਟੀਡੀਐਸ ਇਸ਼ੂ। ਸੈਕਸ਼ਨ 22 ਹੈਗਾ ਜੀ, ਇਹਦੇ ਨਾਲ ਆਪਣਾ ਕੋਈ ਸੰਬੰਧ ਨਹੀਂ ਹੈਗਾ, ਪਰ ਆਪਾਂ ਡਿਸਕਸ ਕਰ ਲੈਂਦੇ ਆ। ਇਹ ਹੈਗਾ ਪਹਿਲਾਂ ਹੱਕਸ਼ੁਬਾ ਹੁੰਦਾ ਸੀ ਆਪਣੇ, ਹੱਕਸ਼ੁਬਾ ਸੁਣਿਆ ਉਹਨਾਂ ਦੇ ਸਾਰਿਆਂ ਨੇ? ਹਾਂਜੀ ਹਾਂਜੀ। ਜਿਹਦੇ ਵਿੱਚ ਹੁੰਦਾ ਸੀਗਾ ਜੇ ਕੋਈ ਮਤਲਬ ਬੰਦਾ ਆਪਦੀ ਜ਼ਮੀਨ ਵੇਚ ਦਿੰਦਾ ਸੀਗਾ ਤਾਂ ਉਹਦੇ ਜਿਹੜੇ ਹੈਗੇ ਨੇ 72 ਤੱਕ ਇਹ ਹੁੰਦਾ ਸੀਗਾ ਵੀ ਹੱਕਸ਼ੁਬਾ ਦਾ ਪ੍ਰੀਐਮਪਸ਼ਨ ਕਹਿੰਦੇ ਆਪਾਂ ਇੰਗਲਿਸ਼ ਉਹਨੂੰ, ਵੀ ਉਹਦੇ ਜਿਹੜੇ ਕੋਲੈਟਰਲਸ ਨੇ, ਜਿਹੜੇ ਉਹਦੇ ਚਾਚੇ ਤਾਇਆਂ ਦੇ ਮੁੰਡੇ, ਉਹਦੇ ਸਕੇ ਭਰਾ ਜਾਂ ਕੋਈ ਵੀ ਚਾਚੇ ਤਾਇਆਂ ਦੇ ਮੁੰਡੇ ਵੀ ਜਿਹੜੇ ਕਹਿ ਸਕਦੇ ਸੀਗੇ ਵੀ ਇਹ ਜ਼ਮੀਨ ਸਾਡੀ ਹੈਗੀ ਹੈ, ਅਸੀਂ ਇਹਦੇ ਪੈਸੇ ਦੇਣ ਨੂੰ ਤਿਆਰ ਹੈਗੇ ਆ, ਇਹ ਜ਼ਮੀਨ ਬਾਹਰ ਨਹੀਂ ਜਾਣੀ ਚਾਹੀਦੀ। ਪਹਿਲਾਂ ਆਪਣੇ ਜਿਵੇਂ ਫਾਰਮਿੰਗ ਕਮਿਊਨਿਟੀ ਸੀਗੀ, ਇਹਦੇ ਵਿੱਚ ਹੁੰਦਾ ਸੀਗਾ ਵੀ ਜ਼ਮੀਨ ਜਿਹੜੀ ਪਰਿਵਾਰ ਵਿੱਚ ਹੀ ਰਵੇ, ਬਾਹਰ ਨਾ ਜਾਵੇ, ਕਿਉਂਕਿ ਜ਼ਮੀਨ ਦੀ ਵੈਲਿਊ ਬੜੀ ਸੀਗੀ ਤੇ ਜ਼ਮੀਨ ਅੰਨਦਾਤਾ ਸੀ, ਇੱਥੋਂ ਕਣਕ ਨਿਕਲਦੀ ਸੀ, ਰੋਟੀਆਂ ਪਾਣੀ ਚੱਲਦਾ। ਦੂਜਾ ਇਹ ਸੀਗਾ ਵੀ ਕੋਈ ਥਰਡ ਬੰਦਾ ਇੰਟਰੋਡਿਊਸ ਨਾ ਹੋਵੇ ਸਾਡੇ ਪਰਿਵਾਰ ਦੇ ਵਿੱਚ, ਸਾਡੇ ਖੇਤਾਂ ਦੇ ਵਿੱਚ ਇੰਟਰੋਡਿਊਸ ਨਾ ਹੋਵੇ ਆ ਕੇ, ਉਹ ਪਾਣੀ ਦੇ ਪਿੱਛੇ ਰੌਲਾ ਪਾਊਗਾ, ਵੱਟਾਂ ਪਿੱਛੇ ਰੌਲਾ ਪਾਊਗਾ। ਪਰਿਵਾਰ ਤਾਂ ਪਰਿਵਾਰ ਹੁੰਦਾ ਫਿਰ ਵੀ। ਤਾਂ ਇਹਦੇ ਵਿੱਚ ਜਿਹੜਾ ਹੈਗਾ ਪ੍ਰੈਫਰੈਂਸ਼ੀਅਲ ਰਾਈਟਸ ਜਿਹੜੇ ਰੱਖਦੇ ਹੈਗੇ ਆ। ਹੱਕਸ਼ੁਬਾ ਉਹ ਤਾਂ ਵੈਸੇ ਤਾਂ ਰਾਈਟ ਟੂ ਪ੍ਰੀਐਮਪਸ਼ਨ ਐਕਟ ਹੁੰਦਾ ਸੀ ਪਹਿਲਾਂ, ਉਹ 72 ਵਿੱਚ ਗਿਆਨੀ ਜੈਲ ਸਿੰਘ ਗਵਰਨਮੈਂਟ ਨੇ ਉਹਨੂੰ ਫਿਨਿਸ਼ ਕਰਤਾ ਸੀਗਾ, ਕਿਉਂਕਿ ਬੰਦਾ ਆਪਦੀ ਜ਼ਮੀਨ ਵੇਚ ਹੀ ਨਹੀਂ ਸਕਦਾ ਸੀ, ਅਨਸਰਟਨਟੀ ਰਹਿੰਦੀ ਸੀਗੀ, ਖਰੀਦਣ ਵਾਲੇ ਨੂੰ ਵੀ ਅਨਸਰਟਨਟੀ ਰਹਿੰਦੀ ਸੀਗੀ, ਤੇ ਵੀ ਮੈਂ ਅੱਜ ਪੈਸੇ ਲਾਤੇ ਯਾਰ ਤੇ ਕੱਲ ਨੂੰ ਪਤਾ ਨਹੀਂ ਜ਼ਮੀਨ ਮੇਰੇ ਕੋਲ ਰਹੂਗੀ ਕਿ ਨਾ ਰਹੂਗੀ। ਡਿਵੈਲਪਮੈਂਟ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਇਹ, ਵੀ ਬੰਦਾ ਮਿਹਨਤ ਕਰਕੇ ਜੇ ਕੋਈ 2 ਕਿੱਲੇ ਨਾਲ ਜੋੜ ਕੇ ਆਪਦਾ ਸਟੇਟ ਵਧਾ ਕੇ ਉਹ ਵੱਧ ਪ੍ਰੋਡਕਸ਼ਨ ਲੈਣੀ ਚਾਹੁੰਦਾ ਹੈ, ਉਹਦੇ ਵਿੱਚ ਬੜੀ ਵੱਡੀ ਇਹ ਪ੍ਰੋਬਲਮ ਸੀਗੀ। ਤੋਂ ਗਿਆਨੀ ਜੈਲ ਸਿੰਘ ਗਵਰਨਮੈਂਟ ਨੇ ਇਹਨੂੰ ਅਬੋਲਿਸ਼ ਕਰਤਾ ਸੀਗਾ, ਪਰ ਇਹਦੇ ਵਿੱਚ ਫਿਰ ਵੀ ਸਮਟਾਈਮ ਲਿਮਟਿਡ ਪਾਰਟਸ ਦੇ ਵਿੱਚ ਇਹਨੂੰ ਰੱਖਿਆ ਗਿਆ ਹੈਗਾ। ਵੇਅਰ ਆਫਟਰ ਦਾ ਕਮਰਸ਼ੀਅਲ ਐਕਟ ਐਂਡ ਇੰਟਰਸਟ in any movable property of an interstate or any business carried out by him, or whether solely or in conjunction with others, devolves upon 2 or more heirs specified in class 1 of the schedule, or any such heirs proposal to transfer interest, the other heir shall have preferential right to acquire the interest proposed to have transferred. ਇਹਦੇ 'ਚ ਇਹੀ ਹੈ ਵੀ ਸਪੋਜ਼ ਕਰੋ 2 ਭਰਾਵਾਂ ਨੇ ਆਪਦੇ ਫਾਦਰ ਤੋਂ ਪ੍ਰਾਪਰਟੀ ਇਨਹੈਰਿਟ ਕੀਤੀ ਹੈ, ਤਾਂ ਉਹਦੇ ਵਿੱਚ ਜੇ ਇੱਕ ਭਰਾ ਦੀ ਪ੍ਰਾਪਰਟੀ ਵੇਚਣਾ ਚਾਹੁੰਦਾ ਹੈ ਤਾਂ ਦੂਜੇ ਭਰਾ ਨੂੰ ਪ੍ਰੈਫਰੈਂਸ਼ੀਅਲ ਰਾਈਟ ਹੈਗਾ, ਉਹ ਖਰੀਦ ਸਕਦਾ, ਉਹ ਕਹਿ ਸਕਦਾ ਵੀ ਮੈਨੂੰ ਦਿੱਤਾ ਜਾਵੇ ਪਹਿਲਾਂ। ਇਸ ਕਰਕੇ ਵੈਸੇ ਆਪਣੇ ਨਾਲ ਕੋਈ ਇਨਹੈਰੀਟੈਂਸ ਦੇ ਵਿੱਚ ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਨਹੀਂ ਗਾ ਆਪਣਾ ਸੰਬੰਧ ਵਾਲਾ। ਤੇ ਪਹਿਲਾਂ ਇੱਕ ਸੈਕਸ਼ਨ 23 ਹੈਗਾ, ਇਹ ਓਮਿਟ ਕਰਤਾ ਹੈਗਾ। ਇਹਦੇ ਵਿੱਚ ਸੀਗਾ ਵੀ ਸਾਂਝੇ ਘਰ ਦੇ ਵਿੱਚ ਕੌਣ ਰਹਿ ਸਕਦਾ ਕੌਣ ਨਹੀਂ ਰਹਿ ਸਕਦਾ, ਓਮਿਟ ਕਰਤਾ। ਹੁਣ ਮਤਲਬ ਤੁਹਾਡੀ ਭੈਣ ਵੀ ਆ ਕੇ ਤੁਹਾਡੀ ਭੂਆ ਵੀ ਰਹਿ ਸਕਦੀ ਹੈ ਜੇ ਤੁਹਾਡੇ ਦਾਦੇ ਦਾ ਘਰ ਹੈਗਾ। ਸਰਟਨ ਵਿਡੋ ਰੀਮੈਰਿੰਗ ਮੇ ਨਾਟ ਇਨਹੈਰਿਟ ਐਜ਼ ਵਿਡੋ। ਇਹ ਪਹਿਲਾਂ ਇੱਕ ਪ੍ਰੋਵੀਜ਼ਨ ਸੀਗਾ ਵੀ ਕੁਛ ਵਿਡੋ ਸੀਗੀਆਂ, ਜੇ ਉਹ ਇਨਹੈਰੀਟੈਂਸ ਓਪਨ ਹੋਣ ਤੋਂ ਪਹਿਲਾਂ ਵਿਆਹ ਕਰਾ ਲੈਂਦੀਆਂ ਸੀਗੀਆਂ ਤਾਂ ਉਹ ਡੀਬਾਰਡ ਸੀਗੀਆਂ। ਸੈਕਸ਼ਨ 24 ਹੁੰਦਾ ਸੀ ਪਹਿਲਾਂ। ਬਾਂਸਲ ਸਾਹਿਬ ਅੱਗੇ ਦਿਖਾਇਓ। ਇਹਦੇ ਚ ਹੋਣਾ ਸਰ ਜਿਹੜੀ ਜਿਵੇਂ ਰੀਮੈਰਿਜ ਵਾਲਾ ਇਹਦੀ ਹੋਣਾ ਕੀ ਸਟੈਂਡਿੰਗ ਹੈ, ਇਹ ਕਲੀਅਰ ਕਰ। ਕਿਹਦੀ? ਇੱਕ ਵਾਰ ਰੀਮੈਰਿਜ ਤੇ ਕਲੀਅਰ ਕਰਦੇ, ਬਾਅਦ ਚ ਕੁਐਰੀ ਪੁੱਛਿਓ ਜੋ ਕਹੇ। ਕਾਹਦੇ ਤੇ? ਵਿਡੋ ਜਿਹੜੀ ਹੋ ਗਈ ਕੋਈ, ਉਹ ਰੀਮੈਰੀ ਕਰ ਲੈਂਦੀ ਹੈ ਤਾਂ ਵੇਅਰ ਆਰ ਰਾਈਟਸ ਸਟੈਂਡਸ। ਹਾਂ ਉਹ ਸੀਗਾ। ਦੇਖੋ ਜਿਹੜੀ ਹਸਬੈਂਡ ਦੀ ਡੈਥ ਹੋ ਗਈ, ਹਸਬੈਂਡ ਦੀ ਡੈਥ ਹੋ ਗਈ ਹੈ, ਜੇ ਉਹਦੀ ਵਿਡੋ ਡੀਬਾਰ ਨਹੀਂ ਹੈਗੀ,
ਜਦੋਂ ਉਹ ਵਿਆਹ ਕਰਾ ਲੈਂਦੀ ਹੈ, ਭਾਵੇਂ ਸਾਲ ਬਾਅਦ ਕਰਾ ਲਏ, 2 ਸਾਲਾਂ ਬਾਅਦ ਕਰਾ ਲਏ, ਜੇ ਉਹਦਾ ਇੰਤਕਾਲ ਨਹੀਂ ਕਰਦੇ ਆਪਾਂ 5 ਸਾਲ ਦੀ ਕਰਦੇ, ਠੀਕ ਹੈ, ਤਾਂ ਉਹਦੇ 'ਚ ਕੋਈ ਬਾਰ ਨਹੀਂ ਹੈਗਾ, ਕਿਉਂਕਿ ਉਹਦਾ ਰਾਈਟ ਉਹਦੇ ਅਕਰੂ ਹੋ ਗਿਆ ਜਦੋਂ ਉਹ ਵਿਡੋ ਬਣ ਗਈ। ਬਸ ਕੁਛ ਵਿਡੋ ਸੀਗੀਆਂ ਜਿਹੜੀਆਂ ਸਪੋਜ਼ ਕਰੋ ਆਹ ਹੈਗਾ ਇਹਦੇ 'ਚ ਸਰਟਨ ਵਿਡੋਜ਼ ਰੀਮੈਰਿੰਗ may not inherit as widows. Any heir who is related to and intestate as a widow of predeceased son or son of predeceased son of predeceased, ਸਪੋਜ਼ ਕਰੋ ਵੀ ਮੁੰਡਾ ਪਹਿਲਾਂ ਮਰ ਗਿਆ, ਉਹਦੀ ਵਾਈਫ ਨੇ, ਉਹਦੇ ਨਾਲ ਕੋਈ ਪ੍ਰਾਪਰਟੀ ਨਹੀਂ, ਉਹਦਾ ਸਹੁਰਾ ਜਿਉਂਦਾ, ਉਹਦਾ ਪਿਓ ਜਿਉਂਦਾ, ਉਹਦੀ ਵਾਈਫ ਨੇ ਰੀਮੈਰਿਜ ਕਰ ਲਈ, ਤਾਂ ਜਦੋਂ ਉਹਦੇ ਸਹੁਰੇ ਦੀ ਸਕਸੈਸ਼ਨ ਓਪਨ ਹੁੰਦੀ ਸੀਗੀ ਤਾਂ ਉਹ ਵਿਡੋ ਨੂੰ ਕੋਈ ਰਾਈਟ ਨਹੀਂ ਦਿੱਤਾ ਜਾਂਦਾ ਸੀਗਾ ਵੀ ਇਹਨੇ ਰੀਮੈਰਿਜ ਕਰ ਲਈ। ਹੁਣ ਇਹ ਸੈਕਸ਼ਨ 24 ਅਬੋਲਿਸ਼ ਕਰਤਾ ਹੈਗਾ। ਹੁਣ ਉਹਦੇ ਵਿੱਚ ਵਿਡੋ ਆਫ ਪ੍ਰੀਡਿਸੀਜ਼ ਸਨ, ਵਿਡੋ ਆਫ ਪ੍ਰੀਡਿਸੀਜ਼ ਜਿਹੜੀ ਹੈਗੀ ਪੋਤੀ ਵੀ, ਪੋਤ ਨੂੰ ਕਹਿ ਲਓ, ਵਿਡੋ ਆਫ ਬ੍ਰਦਰ, ਜੇ ਪਹਿਲਾਂ ਕਿਤੇ ਇਨਹੈਰੀਟੈਂਸ ਓਪਨ ਹੋਣ ਤੋਂ ਪਹਿਲਾਂ ਡੈਥ ਹੋ ਜਾਂਦੀ ਸੀਗੀ ਤਾਂ ਇਹ ਡੀਬਾਰਡ ਸੀਗੀਆਂ, ਪਰ ਹੁਣ ਇਹ ਸੈਕਸ਼ਨ 24 ਨੇ ਖਤਮ ਕਰਤਾ। ਪਰ ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਲਾਂ, ਉਦੋਂ ਵੀ ਜਿਹੜੀ ਬੰਦੇ ਦੀ ਵਿਡੋ ਸੀ ਉਦੋਂ ਵੀ ਬਾਰ ਨਹੀਂ ਸੀਗੀ, ਕਿਉਂਕਿ ਉਹਦਾ ਕਾਜ਼ ਆਫ ਜਿਹੜਾ ਰਾਈਟ ਸੀਗਾ ਅਕਰੂ ਹੋ ਜਾਂਦਾ ਜਦੋਂ ਜਿਹੜੇ ਸੈਕਿੰਡ ਵੀ ਡੈਥ ਹੋ ਗਈ, ਉਹ ਸੈਕਿੰਡ ਤੋਂ ਉਹਦਾ ਰਾਈਟ ਅਕਰੂ ਹੋ ਜਾਂਦਾ ਸੀਗਾ, ਭਾਵੇਂ ਦੀ ਇੰਤਕਾਲ ਤੁਸੀਂ 2 ਸਾਲਾਂ ਬਾਅਦ ਕਰੋ, ਭਾਵੇਂ 4 ਸਾਲਾਂ ਬਾਅਦ ਕਰੋ। ਜੇ 5 ਸਾਲਾਂ ਬਾਅਦ ਵੀ ਕਰਤਾ, 2 ਸਾਲਾਂ ਬਾਅਦ ਉਹਨੇ ਵਿਆਹ ਕਰਾ ਲਿਆ, ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਨੇ ਵਿਆਹ ਕਰਾ ਲਿਆ ਜੀ ਉਹ ਡੀਬਾਰਡ ਹੈ। ਇਹ ਸਹੁਰੇ ਵਾਸਤੇ ਸੀਗਾ, ਸਹੁਰੇ ਵਾਸਤੇ, ਦਾਦ ਸਹੁਰੇ ਵਾਸਤੇ ਤੇ ਉਦੋਂ ਗਾਹਾਂ ਦੇ ਸਹੁਰੇ ਵਾਸਤੇ। ਸੱਸ ਵਾਸਤੇ ਕੀ ਹੈ ਜੀ? ਹਾਂਜੀ, ਜੇ ਉਹਦੀ ਸੱਸ ਦੀ ਡੈਥ ਹੋ ਜਾਂਦੀ ਹੈ, ਜੇ ਉਹਦੀ ਸੱਸ ਦੀ ਡੈਥ ਹੁੰਦੀ ਹੈ, ਉਹਦੇ ਨਾਲ ਪ੍ਰਾਪਰਟੀ ਸੀ ਤੇ ਉਸਨੇ ਮੈਰਿਜ ਕਰਵਾ ਲਈ, ਮੰਨ ਲਓ ਬੱਚਾ ਵੀ ਨਾਲ ਲੈ ਗਈ, ਇਨ ਦੈਟ ਕੇਸ ਕੀ ਹੋਏਗਾ ਜੀ? ਉਹਦੇ 'ਚ ਮਿਲੂਗੀ ਜੀ, ਹੁਣ ਸੈਕਸ਼ਨ 24 ਪਾਲਿਸੀ ਕਰਤਾ ਇਹਨਾਂ ਨੇ, ਮਿਲੂਗੀ ਜੀ, ਉਹਦਾ ਇਕੁਅਲ ਸ਼ੇਅਰ 'ਚ ਮਿਲੂਗੀ, ਯਾਨੀ ਕਿ ਉਹਦੇ ਲੀਗਲ ਏਅਰਸ ਨੂੰ। ਮੇਰੇ ਹਿਸਾਬ ਨਾਲ ਸੈਕਸ਼ਨ 15 ਤੁਸੀਂ ਧਿਆਨ ਨਾਲ ਨਹੀਂ ਪੜ੍ਹਿਆ, ਇਹਦੇ 'ਚ ਜਿਹੜੀ ਹੈਗੀ ਹੈ ਸੈਕਸ਼ਨ 1 ਦੇ ਵਿੱਚ ਸਿਰਫ ਚਿਲਡਰਨ ਲਿਖਿਆ ਉਹਨਾਂ ਨੇ, ਉਹਦੇ 'ਚ ਉਹਨਾਂ ਨੇ ਨੂੰਹ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਹੈਗਾ। ਨੂੰਹ ਬਾਰੇ ਮੈਂ ਗੱਲ ਕਰਦਾ ਸੀ ਵੀ ਉਹ ਨੂੰਹ ਨੂੰ ਨਹੀਂ, ਉਹ ਜਦੋਂ ਪਹਿਲਾਂ ਹੀ ਇਨਹੈਰਿਟ ਕਰ ਸਕਦੀ ਤਾਂ ਹੁਣ ਕਿਵੇਂ ਕਰ ਲੂਗੀ? ਹਾਂਜੀ, ਇਹਦਾ ਮਤਲਬ ਵੀ ਇਹ ਬੰਦੇ ਦੀ ਇਨਹੈਰਿਟੈਂਸ ਦੀ ਗੱਲ ਕਰ ਰਹੇ ਹਾਂ ਆਪਾਂ ਇੱਥੇ ਜੀ। ਨਹੀਂ, ਮੈਂ ਇੱਥੇ ਇੱਕ ਹੋਰ ਗੱਲ ਕਰਦਾ ਸੀ ਵੀ ਜਿਸ ਤਰ੍ਹਾਂ ਉਹ ਲੇਡੀਜ਼ ਦੀ ਸੱਸ ਜਿਹੜੀ ਉਹਦੀ ਡੈਥ ਹੋਈ, ਉਹਦੇ ਹਸਬੈਂਡ ਦੀ ਡੈਥ ਪਹਿਲਾਂ ਹੋ ਗਈ ਉਹਦੀ ਸੱਸ ਤੋਂ, ਠੀਕ ਹੈ ਜੀ, ਜਿਹੜੀ ਉਹਦੀ ਇਨਹੈਰੀਟੈਂਸ ਆ ਉਹਦੀ ਸੱਸ ਦੀ, ਕੀ ਉਹ ਮੰਨ ਲਓ ਉਹਦੇ ਲੜਕੇ ਨੂੰ ਜਾਊਗੀ? ਉਹਨੇ ਰੀਮੈਰਿਜ ਕਰਨੀ, ਲੜਕੇ ਉਹਨੂੰ ਜਾਊਗੀ ਜਿਹੜਾ ਪਹਿਲੇ ਵਿਆਹ ਤੋਂ ਆ, ਸੈਕੰਡ ਵਿਆਹ ਵਾਲੇ ਨੂੰ ਨਹੀਂ ਜਾਊਗੀ। ਪਹਿਲੇ ਵਿਆਹ ਵਾਲੇ ਨੂੰ ਜਾਊਗੀ, ਜਿਹਦੀ ਅਸਲ ਦਾਦੀ ਹੈ ਜੀ, ਅਸਲ ਦਾਦੀ ਆ ਉਹਨੂੰ ਜਾਊਗੀ, ਉਹਦੀ ਵਾਈਫ ਨੂੰ ਨਹੀਂ ਜਾਊਗੀ ਜਿਹੜਾ ਡੈਥ ਹੋਇਆ ਮੁੰਡਾ। ਉਹ ਤਾਂ ਪਹਿਲਾਂ ਵੀ ਨਹੀਂ ਦੇ ਰਿਹਾ, 15 ਚ ਪਹਿਲਾਂ ਵੀ ਹੈ ਨਹੀਂ ਕਿਤੇ ਉਹਦਾ ਨਾਂ, 15 ਤੋਂ ਪਹਿਲਾਂ ਵੀ ਨਹੀਂ ਦੇ ਰਹੇ ਆਪਾਂ। ਠੀਕ ਹੈ ਸਰ, ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਮਰਡਰ ਡਿਸਕੁਆਲੀਫਾਈਡ ਹੈਗਾ ਜੀ। A person who commits murder or abets the commission of murder shall be disqualified from inheriting the property of the person murdered or any other property in furtherance of succession to which he or has committed or abetted the commission of murder। ਇਹਦੇ ਵਿੱਚ ਨਾ ਬਹੁਤ ਪ੍ਰੋਬਲਮ ਆਉਂਦੀ ਹੈ ਵੀ ਮਰਡਰ ਡਿਸਕੁਆਲੀਫਾਈਡ ਹੈ, ਪਰ ਉਹ ਕਿਸ ਕੰਡੀਸ਼ਨ ਡਿਸਕੁਆਲੀਫਾਈਡ ਹੈ? ਜੇ ਉਹਨੇ ਮਰਡਰ ਜਿਹੜਾ ਕਤਲ ਕੀਤਾ ਹੈਗਾ ਉਹ ਇਨ ਸੈਕਸ਼ਨ ਆਫ ਪ੍ਰੋਪਰਟੀ, ਫਰਦਰੈਂਸ ਆਫ ਸੈਕਸ਼ਨ ਆਫ ਪ੍ਰੋਪਰਟੀ ਕੀਤਾ ਹੈ, ਉਹਨੇ ਤਾਂ ਕੀਤਾ ਵੀ ਉਹਨੂੰ ਪ੍ਰੋਪਰਟੀ ਚਾਹੀਦੀ ਹੈ, ਵੀ ਜਲਦੀ ਚਾਹੀਦੀ ਹੈ ਮੈਨੂੰ। ਅਕਸਰ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਵੀ ਅਕਸਰ ਦੇਖਿਆ ਜਾਂਦਾ ਵੀ ਪਿਓ ਨੇ ਜੀ ਉਹਦਾ, ਮੁੰਡੇ ਨੇ ਪਿਓ ਮਾਰਤਾ ਹਨਾ, ਪੋਤੇ ਨੇ ਦਾਦਾ ਮਾਰਤਾ। ਹਾਂਜੀ ਸਰ, ਇਹਨਾਂ ਕੇਸਾਂ 'ਚ ਨਾ ਇਸ ਤੋਂ ਬਿਨਾਂ ਹਾਂ, ਜੋ ਮਾਰਿਆ ਕਿਸ ਕਾਰਨ ਕੀ ਸੀ ਉਹਦੇ ਪਿੱਛੇ? ਜੋ ਪੈਸੇ ਮੰਗਦਾ ਸੀ ਵੀ ਦੇ ਮੈਨੂੰ ਬਾਪੂ 100 ਰੁਪਇਆ ਦੇ, ਮੈਂ ਦਾਰੂ ਪੀਣੀ, ਨਸ਼ਾ ਕਰਨਾ, ਉਹਨੇ ਨਹੀਂ ਦਿੱਤਾ, ਗੁੱਸੇ ਜਾ ਕੇ ਮਾਰਤਾ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਇਨ ਫਰਦਰੈਂਸ ਆਫ ਪ੍ਰੋਪਰਟੀ ਮਾਰਿਆ ਉਹਨੂੰ, ਸਕਸੈਸ਼ਨ ਨੂੰ ਫਾਸਟ ਕਰਨ ਵਾਸਤੇ ਮਾਰਿਆ ਉਹਨੇ, ਵੀ 20 ਸਾਲਾਂ ਬਾਅਦ ਬੁੜਾ ਮਰੂਗਾ, ਪਹਿਲਾਂ ਮਾਰ ਦੋ, ਪਹਿਲਾਂ ਲੈ ਲਾਂਗੇ। ਜੇ ਕੋਈ ਪ੍ਰੋਪਰਟੀ ਪਿੱਛੇ ਮਾਰਿਆ ਵੀ ਹਾਂ ਪ੍ਰੋਪਰਟੀ ਪਿੱਛੇ ਹੀ ਮਾਰਿਆ, ਫਾਈਂਡਿੰਗ ਇਹੋ ਜਿਹੀ ਆਉਂਦੀ ਹੈ,
ਸਿਵਲ ਕੋਡ ਜਾਂ ਕ੍ਰਿਮੀਨਲ ਕੋਡ ਕਹਿੰਦੀ ਹੈ ਵੀ ਇਹ ਮਰਡਰ ਜਿਹੜਾ ਸੀਗਾ ਇਹ ਪ੍ਰਾਪਰਟੀ ਪਿੱਛੇ ਮਾਰਿਆ ਸੀ, ਇਨ ਫਰਦਰੈਂਸ ਆਫ ਸਕਸੈਸ਼ਨ ਮਾਰਿਆ ਸੀਗਾ, ਤਾਂ ਹੀ ਡਿਬਾਰ ਹੈ। ਜੇ ਵੈਸੇ ਆਪਣੇ ਕੀ ਕਰਦੇ ਨੇ, ਅਕਸਰ ਇਹ ਦੇਖਿਆ ਜਾਂਦਾ ਵੀ ਇਹਨੇ ਪਿਓ ਮਾਰਿਆ ਜੀ, ਇਹਨੂੰ ਡਿਬਾਰ ਕਰ ਦਿਓ, ਹਨਾ, ਜਾਂ ਇਸ ਕਰਕੇ ਇਹਦੇ ਵਿੱਚ ਇਹੀ ਸਲਾਹ ਮੇਰੀ ਤਾਂ ਵੀ ਜਿੰਨਾ ਚਿਰ ਕੋਈ ਕ੍ਰਿਮੀਨਲ ਕੋਡ ਦੀ ਫਾਈਂਡਿੰਗ ਨਹੀਂ ਆਉਂਦੀ ਵੀ ਹੀ ਵਾਜ਼ ਮਰਡਰਡ ਫॉर ਫਾਦਰ। ਕਈ ਵਾਰੀ ਇਲਿਸਿਟ ਰਿਲੇਸ਼ਨ ਹੁੰਦੇ ਨੇ, ਬਿਲਕੁਲ ਗੁੱਸੇ 'ਚ ਆ ਕੇ ਘਰ ਵਾਲੀ ਮਾਰਤੀ ਜਾਂ ਘਰ ਵਾਲਾ ਮਾਰਤਾ, ਗੁੱਸੇ 'ਚ ਆ ਕੇ ਮਾਰਤਾ, ਹਨਾ, ਕੋਈ ਹੋਰ ਕਾਰਨ ਵੀ ਹੋ ਸਕਦਾ। ਜਿੰਨਾ ਚਿਰ ਇਹ ਫਾਈਂਡਿੰਗ ਨਹੀਂ ਆਉਂਦੀ ਕ੍ਰਿਮੀਨਲ ਕੋਡ ਦੀ ਵੀ ਮਰਡਰ ਵਾਜ਼ ਡਨ ਫॉर ਦਾ ਫਰਦਰੈਂਸ ਆਫ ਸਕਸੈਸ਼ਨ, ਉਹਨਾਂ ਚਿਰ ਆਪਾਂ ਡਿਬਾਰ ਨਹੀਂ ਕਰ ਸਕਦੇ। ਇਸ ਕਰਕੇ ਇੰਤਕਾਲ ਨੂੰ ਜੇ ਦਰਜ ਵੀ ਕਰ ਲੈਣ ਤਾਂ ਸਾਈਨ ਡਾਈ ਕਰਕੇ ਰੱਖ ਲਓ, ਜਿੰਨਾ ਚਿਰ ਕ੍ਰਿਮੀਨਲ ਕੋਡ ਦੀ ਕੋਈ ਫਾਈਂਡਿੰਗ ਨਹੀਂ ਆਉਂਦੀ। ਸਰ ਇੱਕ ਇਹਦੇ ਵਿੱਚ ਇਦਾਂ ਵੀ ਹੈ ਕਿ ਐਂਸੈਸਟਰਲ ਪ੍ਰਾਪਰਟੀ ਹੈ, ਜੇ ਮਤਲਬ ਉਹਨਾਂ ਦੇ ਜਿਹਦਾ ਮਰਡਰ ਕੀਤਾ ਵੀ ਹੈ ਜੇ ਫਾਦਰ ਦਾ, ਤਾਂ ਉਹ ਜੇ ਫਾਦਰ ਦੀ ਆਪਣੀ ਜ਼ਮੀਨੀ ਐਂਸੈਸਟਰਲ ਪ੍ਰਾਪਰਟੀ ਸੀ ਉਹਦੇ ਲਈ ਡੀਬਾਰ ਨਹੀਂ ਹੋਣਗੇ? ਨਹੀਂ, ਇਹੋ ਜਿਹਾ ਕੋਈ ਲਿਖਿਆ ਨਹੀਂ ਹੈ ਇਹਦੇ 'ਚ। ਜੇ ਕੋਈ ਲਾਅ ਬਣਿਆ ਹੋਵੇ ਇਸ ਤੇ ਤਾਂ ਕੁਛ ਕਹਿ ਨਹੀਂ ਸਕਦੇ। ਸਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਡੀਬਾਰ ਪ੍ਰਾਪਰਟੀ ਕਰਕੇ ਜੇ ਡਿਸਪਿਊਟ ਹੈ ਨਹੀਂ ਕਰਨਾ, ਤੇ ਬਾਕੀ ਜੇ ਕੋਈ ਮਰਡਰ ਹੋਇਆ ਉਸਦਾ ਤਾਂ ਉੱਥੇ ਜਿਹੜਾ ਉਹ ਰਿਟਰਨ ਕਿੱਥੇ ਕਿਹੜੇ ਸੈਕਸ਼ਨ ਚ ਆਉਂਦਾ ਇਹ? ਦੇਖੋ ਸੈਕਸ਼ਨ 25 ਕਲੀਅਰ ਹੈ, ਬੜਾ ਕਲੀਅਰ ਕਰਦਾ ਇਹਨੂੰ। ਅੱਛਾ ਜੀ। ਦੇਖੋ ਪਰਸਨ ਹੂ ਕਮਿਟਸ ਮਰਡਰ ਔਰ ਅਬੈਟਸ ਦਾ ਮਰਡਰ, ਮਤਲਬ ਅਬੈਟਸ ਦਾ ਮਤਲਬ ਹੈ ਵੀ ਕਿਸੇ ਨੂੰ ਉਂਗਲ ਲਾ ਕੇ ਕਤਲ ਕਰਾਉਣਾ। ਦ ਕਮਿਸ਼ਨ ਆਫ ਮਰਡਰ ਜਾਂ ਕੋਈ ਕਨਸਪੀਰੇਸੀ ਨਾਲ, ਕਮਿਸ਼ਨ ਆਫ ਮਰਡਰ ਸ਼ੈਲ ਕੁਆਲੀਫਾਈਡ ਫਰਮ ਇਨਹੈਰਿਟਿੰਗ ਦ ਪ੍ਰਾਪਰਟੀ ਆਫ ਦ ਪਰਸਨ ਮਰਡਰਡ or any other property in furtherance of such succession to which he or he committed the abetted commission of the murder। ਵੀ ਸਕਸੈਸ਼ਨ ਨੂੰ ਫਾਸਟ ਕਰਨ ਵਾਸਤੇ ਜਾਂ ਪ੍ਰੋਪਰਟੀ ਕਰਕੇ ਕੋਈ ਬੰਦਾ ਮਾਰਿਆ ਹੋਵੇ ਫਿਰ ਹੀ ਆਪਾਂ ਉਹਨੂੰ ਜਿਹੜਾ ਹੈਗਾ ਡੀਬਾਰ ਕਰ ਸਕਦੇ ਹਾਂ। ਸੈਕਸ਼ਨ 25 ਬੜਾ ਕਲੀਅਰ ਹੈ ਇਸ ਮਾਮਲੇ 'ਚ ਜੀ। ਹਾਂਜੀ ਠੀਕ ਹੈ, ਠੀਕ ਹੈ ਸਰ। ਸੈਕਸ਼ਨ 26 ਜਿਹੜਾ ਹੈਗਾ ਕਨਵਰਟਸ ਡਿਸੈਂਡੈਂਟਸ ਡਿਸਕੁਆਲੀਫਾਈਡ, where before or after the commencement of the act a Hindu has ceased to or ceases to be Hindu by conversion to another religion, children born to him or her after such conversion or descendants shall be disqualified from inheriting the property of any Hindu relatives unless such children or descendants are Hindus at time of succession opens। ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਵੀ ਜਿਹੜੇ ਕਨਵਰਟਸ ਦੇ ਚਿਲਡਰਨ ਡੀਬਾਰ ਨੇ, ਉਹ ਸਿਰਫ ਆਪਦੇ ਜਿਹੜੇ ਕਨਵਰਟ ਦੇ ਚਿਲਡਰਨ ਨੇ ਸਿਰਫ ਉਹ ਆਪਦੇ ਜਿਹੜੇ ਹੈਗੇ ਆ ਫਾਦਰ ਦੀ ਜਾਂ ਮਦਰ ਦੀ ਪ੍ਰਾਪਰਟੀ ਹੀ ਇਨਹੈਰਿਟ ਕਰ ਸਕਦੇ। ਪਰਸਨਲ ਉਹ ਜਿਹੜੇ ਹੈਗੇ ਕਪਾਸਿਟੀ ਪ੍ਰਾਪਰਟੀ ਵੀ ਇਨਹੈਰਿਟ ਨਹੀਂ ਕਰ ਸਕਦੇ। ਜਿਹੜੀ ਜੁਆਇੰਟ ਹਿੰਦੂ ਫੈਮਿਲੀ ਪ੍ਰਾਪਰਟੀ ਆ ਉਹਦਾ ਪਾਰਟ ਨਹੀਂ ਹੈਗੇ ਉਹ ਜਿਹੜੇ ਕਨਵਰਟ ਦੇ ਚਿਲਡਰਨ ਨੇ, ਤੇ ਨਾ ਹੀ ਉਹ ਦਾਦੇ ਦੀ, ਦਾਦੀ ਦੀ, ਕੋਈ ਮਾਮੇ ਚਾਚੇ ਦੀ ਕੋਈ ਹੋਰ ਪ੍ਰਾਪਰਟੀ ਇਨਹੈਰਿਟ ਕਰ ਸਕਦੇ ਆ ਅਨਲੈਸ ਉਹ ਵਾਪਸ ਰੀਕਨਵਰਟ ਹੋਏ ਹੋਣ ਵੈਨ ਦਾ ਸਕਸੈਸ਼ਨ ਓਪਨਸ।